ਸਤਨਾਮ ਸ੍ਰੀ ਵਾਹਿਗੁਰੂ ਜੀ। ਰਾਖੋ ਆਪਣੀ ਸਰਣ ਪ੍ਰਭ, ਮੋਹਿ ਕਿਰਪਾ ਧਾਰੇ। ਸੇਵਾ ਕਛੂ ਨ ਜਾਣਉ, ਨੀਚ ਮੂਰਖਾਰੇ। ਮਾਨ ਕਰਾਉ ਤੁਧ ਉਪਰੇ, ਮੇਰੇ ਪ੍ਰੀਤਮ ਪਿਆਰੇ। ਹਮ ਅਪਰਾਧੀ ਸਦ ਭੂਲ ਤੇ, ਤੁਮ ਬਖਸ਼ਨਹਾਰੇ। हम अवगन करह असंख नीत, तुम निर्गुण दातारे। दासी संगत प्रभु त्याग, एह कर्म हमारे। तुम देवो सब किश दया धार, हम अकृत कनारे। लाग परे तेरे दान स्यों, नह चित खस मारे। तुझ ते बाहर किश नहीं, भव काटन हारे। कहो नानक शरण दयाल गुर, लेहो मुग्ध उधारे। बाणी मुखों उचारीਐ, होए रुशनाई मिटै अंधियारा। ज्ञान गोष्ठ चर्चा सदा, अनहद शब्द उठे धुनकारा। ਸਤਨਾਮ ਸ੍ਰੀ ਵਾਹਿਗੁਰੂ ਜੀ। ਮੰਨੇ ਕੀ ਗਤ ਕਹੀ ਨ ਜਾਏ, ਜੇ ਕੋ ਕਹੈ ਪਿਛੈ ਪਛਤਾਏ। ਕਾਗਦ ਕਲਮ ਨ ਲਿਖਣ ਹਾਰ, ਮੰਨੇ ਕਾ ਬਹਿ ਕਰਨ ਵਿਚਾਰ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੀ ਸਾਜੀ ਨਵਾਜੀ ਪਰਮ ਸਨਮਾਨਯੋਗ ਸਾਧ ਸੰਗਤ ਜੀ, ਸਤਿਗੁਰੂ ਜੀ ਦੀ ਧੁਰ ਕੀ ਬਾਣੀ, ਅਕਾਲੀ ਬਾਣੀ ਦੀ ਲੜੀਵਾਰ ਵਿਚਾਰ ਨੂੰ ਅੱਗੇ ਤੋਰਦਿਆਂ ਹੋਇਆਂ ਆਪ ਜੀ ਨੇ ਸ਼੍ਰੀ ਜਪਜੀ ਸਾਹਿਬ ਬਾਣੀ ਦੀ 12ਵੀਂ ਪੌੜੀ ਦਾ ਪਾਠ ਸਰਵਣ ਕੀਤਾ ਹੈ। ਸਤਿਗੁਰੂ ਜੀ ਦੇ ਮੁਖਾਰਬਿੰਦ ਤੋਂ ਉਚਰੇ ਹੋਏ ਨਾ ਮਹਾਵਾਕ ਬਚਨਾਂ ਨੂੰ ਵਿਚਾਰੀਏ, ਸੁਣੀਏ। ਹਜ਼ੂਰ ਫਰਮਾਨ ਕਰਦੇ ਹਨ, ਮੰਨੇ ਕੀ ਗਤ ਕਹੀ ਨ ਜਾਏ। ਇਸ ਤੋਂ ਪੂਰਬ ਸਤਿਗੁਰੂ ਜੀ ਨੇ 4 ਪੌੜੀਆਂ ਵਿੱਚ ਸਰਵਣ ਦਾ ਮਹਾਤਮ ਦਰਸਾਇਆ ਹੈ। ਹੋਰ ਕੰਮ ਕਰਨੇ ਸੁਖੈਨ ਹਨ, ਪਰ ਵਾਹਿਗੁਰੂ ਜੀ ਦਾ ਨਾਮ ਦੀ ਮਹਿਮਾ ਸਰਵਣ ਕਰਨੀ ਬੜੀ ਕਠਿਨ ਹੈ। ਉਸ ਤਰ੍ਹਾਂ ਸੰਸਾਰ ਦੀਆਂ ਬੇਅੰਤ ਗੱਲਾਂ ਅਸੀਂ ਬੜੇ ਗਹੁ ਨਾਲ, ਬੜੀ ਬਰੀਕੀ ਨਾਲ ਸੁਣ ਸਕਦੇ ਹਾਂ, ਪਰ ਵਾਹਿਗੁਰੂ ਜੀ ਦੇ ਨਾਮ ਨੂੰ, ਪਰਮਾਤਮਾ ਜੀ ਦੀ ਮਹਿਮਾ ਨੂੰ ਧਿਆਨ ਦੇ ਕੇ ਸੁਣਨਾ, ਕਿਉਂਕਿ ਸੁਣਨਾ ਮਨ ਦਾ ਵਿਸ਼ਾ ਹੈ। ਕੰਨਾਂ ਦੁਆਰਾ ਮਨ ਹਾਜ਼ਰ ਰਹਿ ਕੇ ਸੁਣੇ ਤਾਂ ਹੀ ਇਸ ਮਨ ਦੇ ਉੱਪਰ ਪ੍ਰਭਾਵ ਪੈ ਸਕਦਾ, ਇਸ ਦੀ ਅਵਸਥਾ ਤਬਦੀਲ ਹੋ ਸਕਦੀ ਹੈ, ਇਸ ਦੀਆਂ ਮੈਲਾਂ ਉਤਰ ਸਕਦੀਆਂ। ਅਤੇ ਸਰਵਣ ਕਰਨ ਦਾ ਤਾਂ ਹੀ ਫਾਇਦਾ ਹੈ, ਲਾਭ ਹੈ, ਜੇ ਸਰਵਣ ਕਰਕੇ ਉਸ ਨੂੰ ਮੰਨ ਲਿਆ ਜਾਏ। ਸੁਣਦੇ ਅਸੀਂ ਸਮਾਜ ਵਿੱਚ ਬਹੁਤ ਕੁਛ ਹਾਂ। ਆਮ ਤੌਰ 'ਤੇ ਸਿਆਣੇ ਦੀ ਕਹਾਵਤ ਹੈ ਕਿ ਸੁਣੋ ਸਭ ਦੀ, ਪਰ ਕਰੋ ਆਪਣੇ ਮਨ ਦੀ। ਸਰਵਣ ਤਾਂ ਅਸੀਂ ਬਹੁਤ ਕੁਛ ਕਰਦੇ ਹਾਂ, ਪਰ ਜੋ ਸੁਣਿਆ ਹੋਇਆ ਅਸੀਂ ਮੰਨਦੇ ਨਹੀਂ, ਉਹਦਾ ਸਾਡੇ 'ਤੇ ਪ੍ਰਭਾਵ ਨਹੀਂ। ਸਾਨੂੰ ਲਾਭ ਜਾਂ ਨੁਕਸਾਨ ਉਸ ਚੀਜ਼ ਦਾ ਹੈ ਜਿਸ ਨੂੰ ਸੁਣ ਕੇ ਅਸੀਂ ਮੰਨ ਲੈਂਦੇ ਹਾਂ। ਇਸੇ ਪ੍ਰਕਾਰ ਹੀ ਸਤਿਗੁਰੂ ਦਾ ਉਪਦੇਸ਼, ਨਾਮ ਦੀ ਮਹਿਮਾ, ਨਾਮ ਦਾ ਮਹਾਤਮ, ਨਾਮ ਜਪਣ ਦੀ ਪ੍ਰੇਰਨਾ, ਇਹ ਸਰਵਣ ਕਰਕੇ ਜੇ ਸਾਡਾ ਮਨ ਮੰਨਦਾ ਨਹੀਂ ਹੈ, ਮਨ ਵਿੱਚ ਅਸੀਂ ਧਾਰਨ ਨਹੀਂ ਕਰਦੇ, ਇਸ ਚੀਜ਼ ਨੂੰ ਮਨ ਗ੍ਰਹਿਣ ਨਹੀਂ ਕਰਦਾ, ਮਨ ਵਿੱਚ ਉਹ ਸੁਣਿਆ ਹੋਇਆ ਦ੍ਰਿੜ ਨਹੀਂ ਹੁੰਦਾ, ਤਾਂ ਫਿਰ ਸੁਣੇ ਹੋਏ ਦਾ ਕੋਈ ਲਾਭ ਨਹੀਂ।
ਉਧਰੇ ਉਹ ਹੀ ਹਨ। ਸੁਧਾਰ ਉਹਨਾਂ ਦਾ ਹੀ ਹੋਇਆ, ਕਲਿਆਣ ਉਹਨਾਂ ਦੀ ਹੋਈ। ਜਿਨੀ ਸੁਣ ਕੇ ਮੰਨਿਆ ਹੋ ਤਿਨ ਬਲਿਹਾਰਿਆ ਜਾਓ। ਜਿਨੀ ਸੁਣ ਕੇ ਮੰਨਿਆ ਤਿਨ ਮਨ ਧਿਆਇਆ ਹਰ ਸੋਏ। ਐਸੇ ਹਜ਼ੂਰ ਦੇ ਬਚਨ ਨੇ। ਸੁਣ ਕੇ ਮੰਨ ਲਿਆ ਜਾਏ ਤਾਂ ਕਲਿਆਣ ਹੈ। ਹਜ਼ੂਰ ਕਹਿੰਦੇ ਨੇ ਨਾਏ ਮੰਨਿਆ ਪਤ ਊਪਜੈ ਸਾਲਾਹੀ ਸੱਚ ਸੂਤ। ਦਰਗਹ ਅੰਦਰ ਪਾਈਐ ਤਗ ਨ ਟੂਟ ਸਪੂਤ। ਜਨੇਊ ਦੀ ਗੱਲ ਕਰਦਿਆਂ ਹਜ਼ੂਰ ਨੇ ਕਿਹਾ ਹੈ ਕਿ ਨਾਮ ਨੂੰ ਮੰਨ ਲਈਏ ਤਾਂ ਅਸਲੀ ਪਤ ਇੱਜ਼ਤ ਉਪਜਦੀ ਹੈ, ਪੈਦਾ ਹੁੰਦੀ ਹੈ। ਤੇ ਵਾਹਿਗੁਰੂ ਜੀ ਦੀ ਸਲਾਹੁਤਾ ਕਰਨੀ, ਪ੍ਰਮਾਤਮਾ ਨੂੰ ਸਲਾਹੁਣਾ, ਸੱਚੇ ਅਕਾਲ ਪੁਰਖ ਨੂੰ, ਇਹੀ ਸੱਚਾ ਸੂਤ ਧਾਗਾ ਹੈ, ਜਨੇਊ ਹੈ। ਦਰਗਾਹ ਦੇ ਅੰਦਰ ਪਹਿਨ ਕੇ ਜਾਈਏ ਤਾਂ ਇਹ ਪਵਿੱਤਰ ਧਾਗਾ ਟੁੱਟਦਾ ਨਹੀਂ, ਭਾਵ ਨਾਲ ਹੀ ਜਾਂਦਾ, ਨਿਭਦਾ। ਸੋ ਇਸ ਪ੍ਰਕਾਰ ਹਜ਼ੂਰ ਕਹਿੰਦੇ ਨੇ ਨਾਏ ਮੰਨਿਆ ਹਉਮੈ ਦੁੱਖ ਭੁੱਖ ਗਈ ਪੰਥ ਪ੍ਰਗਟੀ ਆਇਆ। ਨਾਏ ਮੰਨਿਆ ਕੁਲ ਉਧਰੈ ਸਭ ਕੁਟੰਬ ਸਵਾਇਆ। ਵਾਹਿਗੁਰੂ ਜੀ ਦੇ ਨਾਮ ਨੂੰ ਮੰਨ ਲੈਣ ਨਾਲ ਸਾਰੀਆਂ ਕੁਲਾਂ ਦਾ ਆਧਾਰ ਹੋ ਜਾਂਦਾ, ਸਾਰਾ ਪਰਿਵਾਰ ਹੀ ਤਰ ਜਾਂਦਾ, ਸਾਰਾ ਪਰਿਵਾਰ ਇਸ ਸੰਸਾਰ ਸਮੁੰਦਰ ਤੋਂ ਤਰ ਜਾਂਦਾ। ਨਾਏ ਮੰਨਿਆ ਸੰਗਤ ਉਧਰੈ ਜਿਨ ਹਿਰਦੈ ਵਸਾਇਆ। ਨਾਮ ਨੂੰ ਮੰਨ ਲੈਣ ਨਾਲ ਜੋ ਸੰਗਤ ਹੈ ਉਹ ਉਧਰ ਜਾਂਦੀ ਹੈ, ਜਾਂ ਨਾਮ ਨੂੰ ਮੰਨ ਲੈਣ ਵਾਲੇ ਦੀ ਸੰਗਤ ਕਰਨ ਵਾਲੇ ਵੀ ਲੋਕ ਸਭ ਉਧਰ ਜਾਂਦੇ ਨੇ। ਨਾਏ ਮੰਨਿਆ ਸੰਗਤ ਉਧਰੈ ਜਿਨ ਹਿਰਦੈ ਵਸਾਇਆ। ਜਿਸ ਵੀ ਕਿਸੇ ਨੇ ਵਾਹਿਗੁਰੂ ਜੀ ਦੇ ਨਾਮ ਦੇ ਉਪਦੇਸ਼ ਨੂੰ ਹਿਰਦੇ 'ਚ ਵਸਾ ਲਿਆ, ਨਾਮ ਨੂੰ ਮੰਨਣ ਕਰਕੇ ਹੀ ਹਿਰਦੇ 'ਚ ਧਾਰਨ ਹੁੰਦਾ। ਮਨ ਮੰਨ ਜਾਏ ਤੇ ਫਿਰ ਉਹ ਉਪਦੇਸ਼ ਸੁਣਿਆ ਹੋਇਆ ਹਿਰਦੇ 'ਚ ਧਾਰਨ ਹੋ ਜਾਂਦਾ, ਤੇ ਜਿੱਥੇ ਆਪ ਉਹ ਤਰਦਾ ਜੀਵ, ਉੱਥੇ ਹੋਰ ਅਨੇਕਾਂ ਨੂੰ ਸੰਸਾਰ ਸਮੁੰਦਰ ਤੋਂ ਤਾਰਨ ਦਾ ਕਾਰਨ ਬਣ ਜਾਂਦਾ। ਇੱਕ ਬਚਨ ਭਾਈ ਸਾਹਿਬ ਡਾਕਟਰ ਵੀਰ ਸਿੰਘ ਜੀ ਨੇ ਲਿਖਿਆ ਹੈ ਕਿ ਲੁਧਿਆਣੇ ਸ਼ਹਿਰ ਦੇ ਨਜ਼ਦੀਕ ਇੱਕ ਪਿੰਡ ਸੀ। ਉਸ ਪਿੰਡ ਦੇ ਬਾਹਰ ਇੱਕ ਜ਼ਿਮੀਂਦਾਰ ਆਪਣਾ ਖੂਹ ਚਲਾ ਰਿਹਾ ਸੀ। ਉੱਥੇ ਇੱਕ ਬੀਤ ਰਾਗ ਮਹਾਤਮਾ ਗੁਰਸਿੱਖ ਪਿਆਰੇ ਆਏ ਤੇ ਉਹਨਾਂ ਨੇ ਉਸ ਜ਼ਿਮੀਂਦਾਰ ਨੂੰ, ਕਿਰਸਾਨ ਨੂੰ ਕਿਹਾ ਕਿ ਭਗਤਾ ਪਿਆਸ ਲੱਗੀ ਹੈ, ਜਲ ਛਕਾਏਗਾ। ਉਹ ਕੋਈ ਭਗਤੀ ਭਾਵਨਾ ਵਾਲਾ ਜੀਵੜਾ ਸੀ, ਕੋਈ ਪੂਰਬਲੀ ਕਮਾਈ ਹੋਵੇਗੀ। ਉਸ ਸ਼ਰਧਾ ਵਸ ਉਹਨੇ ਵਿਚਾਰਿਆ ਕਿ ਰੱਬ ਦੇ ਸੰਤਾਂ ਦੀ ਸੇਵਾ ਕਰਨ ਦਾ ਤਾਂ ਫਲ ਬਹੁਤ ਆ, ਪਰ ਹੁਣ ਮੇਰੇ ਕੋਲ ਕੁਛ ਹੈ ਨਹੀਂ ਜੋ ਮੈਂ ਇਹਨਾਂ ਦੀ ਸੇਵਾ ਕਰਾਂ। ਹੋਰ ਤਾਂ ਕੁਛ ਨਹੀਂ। ਗਊ ਨੇੜੇ ਬੱਧੀ ਹੋਈ ਸੀ। ਉਸ ਗਊ ਦਾ ਦੁੱਧ ਚੋ ਕੇ ਵਿੱਚ ਜਲ ਪਾ ਕੇ ਤੇ ਉਹਨੇ ਕਿਹਾ ਵੀ ਜਲ ਤਾਂ ਆਮ ਹੀ ਮਿਲ ਜਾਂਦਾ, ਜਲ ਦੇ ਨਾਲ ਜੇ ਇਹ ਦੁੱਧ ਪਾ ਕੇ ਕੱਚੀ ਲੱਸੀ ਬਣਾ ਕੇ ਛਕਾਈ ਜਾਏ ਤਾਂ ਠੀਕ ਰਹੇਗੀ ਗੱਲ। ਉਸਨੇ ਉਹ ਛਕਾਇਆ, ਕੱਚੀ ਲੱਸੀ ਛਕਾਈ। ਛਕ ਕੇ ਕੁਝ ਪ੍ਰਸੰਨ ਹੋਏ ਉਹ ਮਹਾਤਮਾ। ਕਹਿੰਦੇ ਭਗਤਾ ਤੈਨੂੰ ਕਿਵੇਂ ਪਤਾ ਸੀ ਕਿ ਮੈਨੂੰ ਭੁੱਖ ਵੀ ਲੱਗੀ ਹੋਈ ਹੈ? ਕਹਿਣ ਲੱਗੇ ਬਾਬਾ ਜੀ ਮੈਨੂੰ ਤਾਂ ਨਹੀਂ ਪਤਾ, ਮਨ 'ਚ ਖਿਆਲ ਹੀ ਆਇਆ ਵੀ ਤੁਸੀਂ ਰੱਬ ਦੇ ਸੰਤ ਹੋ, ਤੁਹਾਡੀ ਸੇਵਾ ਜਿੰਨੀ ਹੋ ਸਕੇ ਕਰਨੀ ਚਾਹੀਦੀ ਹੈ। ਹੋਰ ਤਾਂ ਮੇਰੇ ਕੋਲ ਕੁਛ ਨਹੀਂ ਸੀ, ਕਿਉਂਕਿ ਮੈਂ ਘਰੋਂ ਬਾਹਰ ਹਾਂ। ਇਹ ਗਾਂ ਸੀ, ਇਹਦਾ ਦੁੱਧ ਚੋ ਕੇ ਲੱਸੀ ਕੱਚੀ ਪਿਆਤੀ, ਹੋਰ ਤਾਂ ਮੈਂ ਕੀ, ਮੈਨੂੰ ਕਿਹੜੇ ਅੰਤਰਜਾਮ ਤਾਂ ਵੀ ਤੁਹਾਨੂੰ ਭੁੱਖ ਲੱਗੀ ਸੀ, ਤੁਸਾਂ ਤੇ ਭੁੱਖ ਦੀ ਗੱਲ ਨਹੀਂ ਕੀਤੀ। ਕਹਿਣ ਲੱਗੇ ਆ ਫਿਰ ਕੋਲ ਬਹਿ ਜਾ, ਜਿਹੜੀ ਤੇਰੇ ਕੋਲ ਵਧੀਆ ਵਸਤੂ ਸੀ, ਹਾਜ਼ਰ ਸੀ, ਉਹ ਤੂੰ ਸਾਡੇ ਅੱਗੇ ਪੇਸ਼ ਕਰ ਦਿੱਤੀ। ਹੁਣ ਸਾਡੇ ਕੋਲ ਇੱਕ ਬੜੀ ਮਹਾਨ ਵਸਤੂ ਹੈ, ਆ ਤੈਨੂੰ ਉਹ ਦਈਏ। ਕੋਲ ਬਿਠਾ ਕੇ ਕਿਹਾ ਕਿ ਵਾਹਿਗੁਰੂ ਕਹੋ। ਉਸਨੇ ਕਿਹਾ ਵਾਹਿਗੁਰੂ। 3 ਵਾਰੀ ਵਾਹਿਗੁਰੂ ਕਹਾਇਆ ਤੇ ਥਾਪੜਾ ਦੇ ਕੇ ਇੱਕ ਬਖਸ਼ਿਸ਼ ਭਰਿਆ ਬਚਨ ਕੀਤਾ ਕਿ ਸਭ ਤੋਂ ਵੱਡੀ ਮਹਾਨਤਾ ਵਾਲੀ ਵਸਤੂ ਇਹੀ ਹੈ, ਲੋਕ ਪਰਲੋਕ ਸਵਾਰਨ ਵਾਲੀ, ਇਹਦੋਂ ਉੱਪਰ ਹੋਰ ਕੁਛ ਨਹੀਂ, ਤੇ ਡਟ ਕੇ ਲੱਗਾ ਰਹੋ। ਇਹਨਾਂ ਬਚਨ ਕਰਕੇ ਉਹ ਚਲੇ ਗਏ। ਉਹਦਾ ਮਨ ਮੰਨ ਗਿਆ ਤੇ ਵਾਹਿਗੁਰੂ ਦਾ ਨਾਮ ਉਹਦੇ ਅੰਦਰ ਹੀ ਵਸ ਗਿਆ ਤੇ ਛੇਤੀ ਹੀ ਐਸਾ ਰਸ ਬਣ ਗਿਆ। ਉਹ ਫਿਰ ਉੱਥੋਂ ਉੱਠ ਕੇ ਘਰ ਹੀ ਨਹੀਂ ਗਿਆ, ਐਸਾ ਮਸਤ ਹੋਇਆ ਨਾਮ ਵਿੱਚ, ਕਾਰ ਵਿਹਾਰ ਹੀ ਭੁੱਲ ਗਿਆ। ਔਰ ਫਿਰ ਕੀ ਹੋਇਆ ਕਿ ਪਰਿਵਾਰ ਵੀ ਉਹਨੂੰ ਛੱਡ ਗਿਆ, ਪਰ ਉਹਦੇ ਬਚਨ ਵਿੱਚ ਬੜੀ ਸਤਿਆ ਕਿ ਜੋ ਮੁਖ ਤੋਂ ਬਚਨ ਕਰਦਾ ਸੀ ਉਹ ਪੂਰਾ ਹੁੰਦਾ ਸੀ। ਇਸ ਕਰਕੇ ਉੱਥੇ ਖੂਹ 'ਤੇ ਬੜੀ ਜਨਤਾ ਆਉਣ ਲੱਗ ਪਈ। ਛੋਟੀ ਜਿਹੀ ਕੁਟੀਆ ਵੀ ਬਣਾ ਦਿੱਤੀ,
ਪਰ ਉਹਨੂੰ ਕੋਈ ਲਾਲਸਾ ਨਹੀਂ ਸੀ। ਸੁਭਾਵਿਕ ਸੁਤੇ ਸਿੱਧੀ ਉਹ ਕੋਈ ਭਜਨ ਕਰਦਾ ਸੀ। ਜੋ ਕੁਝ ਲੋਕ ਆ ਕੇ ਮੰਗਦੇ ਸਨ, ਬੇਨਤੀਆਂ ਕਰਦੇ ਸਨ, ਤੇ ਜੋ ਮੁਖ ਤੋਂ ਬਚਨ ਹੁੰਦਾ ਸੀ ਪੂਰਾ ਜਾਂਦਾ ਸੀ। ਫਿਰ ਬੜੇ ਬੜੇ ਮਹਾਤਮਾ ਸੰਤ ਵੀ ਉਹਦੇ ਦਰਸ਼ਨਾਂ ਨੂੰ ਆਏ। ਹਰਿਦੁਆਰ ਤੱਕ ਸਨਾਤਨ ਮਤ ਦੇ ਸਾਧੂ ਸੰਤ ਵੀ ਉਹਦਾ ਦਰਸ਼ਨ ਕਰਨ ਆਉਂਦੇ ਸੀ। ਤੇ ਭਾਈ ਵੀਰ ਸਿੰਘ ਨੇ ਲਿਖਿਆ, ਸ਼੍ਰੀਮਾਨ ਪੰਡਤ ਈਸ਼ਰ ਸਿੰਘ ਜੀ ਬਰਕਤ ਬੜੇ ਵੱਡੇ ਵਿਦਵਾਨ ਤੇ ਮਹਾਤਮਾ ਹੋਏ ਨੇ ਸਾਡੇ ਪੰਥ ਵਿੱਚ। ਜ਼ਿਲ੍ਹਾ ਲੁਧਿਆਣਾ 'ਚ ਮੇਰਾ ਖਿਆਲ ਪਿੰਡ ਹੈ ਦੌਧਰ, ਉੱਥੇ ਰਿਹਾ ਕਰਦੇ ਸੀ। ਉਹ ਵੀ ਆਏ ਤੇ ਉਹਨਾਂ ਨੇ ਆਣ ਕੇ ਇੱਕ ਭਜਨ ਕੀਤਾ ਉਸ ਜ਼ਿਮੀਂਦਾਰ ਨੂੰ ਕਿ ਭਗਤਾ, ਜੇ ਇਹ ਤੂੰ ਛੱਡ ਦੇਵੇਂ ਤੇ ਪਹਿਲਾਂ ਵਾਂਗ ਆਪਣਾ ਕਾਰੋ ਵਿਹਾਰ ਕਰਨ ਲੱਗ ਪਏ ਤੇ ਫਿਰ ਕੀ ਹੋਏਗਾ? ਉਹ ਕਹਿਣ ਲੱਗਾ, ਨਾ ਬਾਬਾ ਜੀ, ਇਹ ਭਜਨ ਨਾ ਕਰੋ, ਮੈਨੂੰ ਮਾਰੋ ਨਾ, ਇਹ ਛੁੱਟ ਗਿਆ ਤੇ ਮੇਰੀ ਮੌਤ ਹੋ ਜਾਏਗੀ। ਇਸ ਪ੍ਰਕਾਰ ਦੀ ਲਗਨ ਸੀ ਉਹਦੇ ਅੰਦਰ, ਇੰਨਾ ਰਸ ਬਣ ਗਿਆ ਸੀ, ਆਨੰਦ ਸੀ। ਇਸੇ ਪ੍ਰਕਾਰ ਹੁਣ ਕਬੀਰ ਜੀ ਬਾਰੇ ਬਚਨ ਹੈ ਕਿ ਹੋਏ ਬਿਰਕਤ ਬਨਾਰਸੀ ਰਹਿੰਦਾ ਰਾਮਾਨੰਦ ਗੁਸਾਈ, ਅੰਮ੍ਰਿਤ ਵੇਲੇ ਉੱਠ ਕੇ ਜਾਂਦਾ ਗੰਗਾ ਨਹਾਵਣ ਤਾਈ, ਅੱਗੋਂ ਹੀ ਦੇ ਜਾਏ ਕੇ ਸੁੱਤਾ ਪਿਆ ਕਬੀਰ ਤਥਾਈ, ਪੈਰੀ ਟੁੰਬ ਉਠਾਲਿਆ ਬੋਲੋ ਰਾਮ ਸਿੱਖ ਸਮਝਾਈ, ਔਰ ਪਸ਼ੂ ਪਰੇ ਤੋਂ ਦੇਵ ਕਰ ਪੂਰੇ ਸਤਿਗੁਰ ਕੀ ਵਡਿਆਈ, ਜਿਉ ਪਾਰਸ ਲੋਹਾ ਛੋਹੈ ਚੰਦਨਵਾਸ ਨਿੰਮ ਮਹਿਕਾਈ, ਰਾਮ ਕਬੀਰੈ ਭੇਦ ਨਾ ਪਾਈ। ਇਹਨਾਂ ਹੀ ਬਚਨ ਕੀਤਾ ਸੀ ਰਾਮਾਨੰਦ ਜੀ ਨੇ ਕਿ ਰਾਮ ਕੇ ਰਾਮ ਕਹੋ, ਅੰਮ੍ਰਿਤ ਵੇਲਾ ਚੌਥਾ ਪਹਿਰ ਹੈ, ਰਾਮ ਕੇ ਰਾਮ ਕਹੋ। ਤਾਂ ਉਹ ਰਾਮ ਦੇ ਨਾਮ ਨਾਲ ਕਬੀਰ ਜੀ ਇੰਨਾ ਜੁੜ ਗਏ ਕਿ ਬਹੁਤ ਅੱਗੇ ਲੰਘ ਗਏ। ਮਨ ਮੰਨ ਗਿਆ। ਇਹ ਵੀ ਵੱਡਿਆਂ ਭਾਗਾਂ ਕਰਕੇ ਐਸਾ ਹੁੰਦਾ ਕਿ ਕਿਸੇ ਦਾ ਮਨ ਮੰਨ ਜਾਏ। ਜਿਵੇਂ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਤਘਰੇ ਸ਼ਹਿਰ ਵਿੱਚ ਇੱਕ ਬਹੁਤ ਅਮੀਰ ਸ਼ਾਹੂਕਾਰ ਨੂੰ ਵੇਖ ਕੇ ਭਾਈ ਮਰਦਾਨਾ ਜੀ ਦੀ ਜਦੋਂ ਨਜ਼ਰ ਭੁਲੇਖਾ ਖਾ ਗਈ ਤਾਂ ਕਿਹਾ ਸੀ, ਮਹਾਰਾਜ ਦੁਨੀਆ ਬਹੁਤ ਵੇਖੀ ਪਰ ਇੰਨਾ ਸੁਖੀ ਬੰਦਾ ਕੋਈ ਨਹੀਂ ਵੇਖਿਆ। ਦੁਨਿਆਵੀ ਪਦਾਰਥ ਬਹੁਤੇ ਸਨ, ਇਸ ਕਰਕੇ ਮਰਦਾਨਾ ਜੀ ਨੇ ਸੁਖੀ ਸਮਝਿਆ। ਤਾਂ ਹਜ਼ੂਰ ਨੇ ਕਿਹਾ ਸੀ, ਨਹੀਂ, ਸੰਸਾਰ ਵਿੱਚ ਹੋਰ ਕੋਈ ਸੁਖੀ ਨਹੀਂ। ਸਹੰਸਰਦਾਨ ਦੇ ਅੰਦਰ ਰਵਾਇਆ, ਪਰਸਰਾਮ ਰੋਵੈ ਘਰ ਆਇਆ, ਅਜੈ ਸੁਰਾਵੈ ਭੀਖਿਆ ਖਾਇਆ, ਸੀ ਦਰਗਹਿ ਮਿਲੇ ਸਜਾਏ, ਰੋਵੈ ਰਾਮ ਨਿਕਾਲਾ ਭਇਆ, ਸੀਤਾ ਲਖਮਣ ਵਿਛੜ ਗਿਆ, ਰੋਵੈ ਦਹਿਸਰ ਲੰਕ ਗਵਾਏ, ਜਨ ਸੀਤਾ ਆਂਦੀ ਡੌਰੂ ਆਏ, ਰੋਵੈ ਪਾਂਡਵ ਭਏ ਮਜੂਰ, ਜਿਨ ਕੈ ਸੁਆਮੀ ਰਹਿਤ ਹਦੂਰ, ਰੋਵੈ ਜਨਮੇਜਾ ਖੋਏ ਗਿਆ, ਕੀ ਕਾਰਨ ਪਾਪੀ ਭਇਆ, ਰੋਵੈ ਸੇਕ ਮਸਾਇਕ ਪੀਰ, ਅੰਤ ਕਾਲ ਮਤ ਲਾਗੈ ਭੀੜ, ਬਾਲੀ ਰੋਵੈ ਨਾਹਿ ਪਤਾਰ, ਨਾਨਕ ਦੁਖੀਆ ਸਭ ਸੰਸਾਰ। ਫਿਰ ਪ੍ਰਸ਼ਨ ਉੱਠਿਆ ਕਿ ਮਹਾਰਾਜ ਸਾਰਾ ਹੀ ਸੰਸਾਰ ਤੁਸੀਂ ਵੱਡੇ ਵੱਡੇ ਗਿਣ ਦਿੱਤੇ ਕਿ ਸਾਰੇ ਦੁਖੀ, ਤੇ ਕੋਈ ਐਸਾ ਵੀ ਹੈ ਜੋ ਸੁਖੀ ਹੋਵੇਗਾ? ਤਾਂ ਹਜ਼ੂਰ ਨੇ ਉੱਥੇ ਹੀ ਕਿਹਾ ਸੀ, ਮੰਨੇ ਨਾਉ ਸੋਈ ਜਿਣ ਜਾਏ, ਔਰੀ ਕਰਮ ਨਾ ਲੇਖਿਆ ਲਾਏ। ਇਹਨਾਂ ਦੁੱਖਾਂ ਤੋਂ ਜਿੱਤ ਕੇ ਉਹ ਜਾਂਦਾ ਹੈ ਜੋ ਵਾਹਿਗੁਰੂ ਜੀ ਦਾ ਨਾਮ ਨੂੰ ਮੰਨ ਲੈਂਦਾ ਹੈ, ਭਾਵ ਮਨ ਵਿੱਚ ਦ੍ਰਿੜ ਕਰ ਲੈਂਦਾ। ਕੰਨਾਂ ਵਿੱਚ ਉਪਦੇਸ਼ ਤੇ ਬਹੁਤ ਸੰਸਾਰ ਦੇ ਜੀਆਂ ਦੇ ਪਹਿਰਿਆ ਕਿ ਵਾਹਿਗੁਰੂ ਦਾ ਨਾਮ ਜਪਣਾ ਚਾਹੀਦਾ, ਪ੍ਰਮਾਤਮਾ ਹੈ। ਪਹਿਲੀ ਗੱਲ ਤਾਂ ਜੋ ਸਾਡਾ ਮਨ ਹੈ ਇਹ ਪਰਮਾਤਮਾ ਨੂੰ ਮੰਨਦਾ ਨਹੀਂ ਹੈ, ਉਸ ਦੀ ਹੋਂਦ ਤੋਂ ਹੀ ਮੁਨਕਰ ਹੈ ਮਨ। ਭਾਵੇਂ ਸੰਸਾਰ ਵਿੱਚ ਬੜੀ ਦੁਨੀਆ ਦਾਅਵਾ ਕਰਦੀ ਕਿ ਅਸੀਂ ਆਸਤਕ ਹਾਂ, ਅੱਧੀ ਤੋਂ ਵੱਧ ਦੁਨੀਆ ਤਾਂ ਨਾਸਤਕ ਹੈ। ਮੁਕੰਮਲ ਤੌਰ 'ਤੇ ਉਹ ਰੱਦ ਕਰ ਰਹੇ ਨੇ ਪਰਮਾਤਮਾ ਦੀ ਗੱਲ ਨੂੰ, ਭਈ ਪਰਮਾਤਮਾ ਹੈ। ਉਹ ਕਹਿੰਦੇ ਨਹੀਂ, ਪਰਮਾਤਮਾ ਨਾਂ ਦੀ ਕੋਈ ਚੀਜ਼ ਨਹੀਂ। ਜਿਵੇਂ ਘਾਹ ਤੋਂ ਘਾਹ ਬਣਦਾ, ਬੀਜ ਤੋਂ ਬਿਰਛ ਬਣਦਾ, ਇਸੇ ਤਰ੍ਹਾਂ ਵਿਅਕਤੀਆਂ ਤੋਂ ਅੱਗੇ ਵਿਅਕਤੀ ਪੈਦਾ ਹੋ ਰਹੇ ਨੇ। ਪਰਮਾਤਮਾ ਨਾਂ ਦੀ, ਰੱਬ ਨਾਂ ਦੀ ਕੋਈ ਵਸਤੂ ਨਹੀਂ ਹੈ, ਕਿਸੇ ਨੇ ਇਹ ਜਗਤ ਨਹੀਂ ਬਣਾਇਆ ਆਦਿਕ। ਔਰ ਜਿਹੜੇ ਅਸੀਂ ਆਸਤਕ ਲੋਕ ਵੀ ਹਾਂ, ਸਾਡੇ ਵਿੱਚੋਂ ਵੀ ਅਸਲੀ ਆਸਤਕ ਵਿਰਲੇ ਟਾਵੇਂ ਹੋਣਗੇ, ਕਿਉਂਕਿ ਪਰਮਾਤਮਾ ਬਾਰੇ ਪ੍ਰਤੱਖ ਪ੍ਰਮਾਣ ਅਜੇ ਤੱਕ ਨਹੀਂ ਹੈ। ਵੱਡੇ ਵੱਡੇ ਰਹਿਬਰ ਵੀ ਪਰਮਾਤਮਾ ਬਾਰੇ ਪ੍ਰਤੱਖ ਪ੍ਰਮਾਣ ਨਹੀਂ ਦੇ ਸਕੇ, ਕਿਉਂਕਿ ਪਰਮਾਤਮਾ ਹੈ ਏਡਾ ਵੱਡਾ ਕਿ ਉਹ ਵਿਖਾਇਆ ਨਹੀਂ ਜਾ ਸਕਦਾ। ਪਰਮਾਤਮਾ ਨੂੰ ਤਾਂ ਮਾਣਿਆ ਹੀ ਜਾਂਦਾ, ਜਿਸ ਤੇ ਬਖਸ਼ਿਸ਼ ਹੋ ਜਾਏ ਉਹ ਵਾਹਿਗੁਰੂ ਦਾ ਮਿਲਾਪ ਵਸਲ ਹਾਸਲ ਕਰਕੇ ਉਸ ਆਨੰਦ ਸਰੂਪ ਵਿੱਚ ਲੀਨ ਹੋ ਜਾਂਦਾ। ਪਰ ਪਹਿਲਾਂ ਦੱਸਿਆ ਜਾਏ ਤੇ ਫਿਰ ਉਸ ਦੀ ਪ੍ਰਾਪਤੀ ਲਈ ਮਿਹਨਤ ਕੀਤੀ ਜਾਏ, ਪਹਿਲਾਂ ਵਿਖਾਇਆ ਜਾਏ ਤੇ ਫਿਰ ਮਿਹਨਤ ਕੀਤੀ ਜਾਏ। ਹੋਰਨਾਂ ਚੀਜ਼ਾਂ ਬਾਰੇ ਤਾਂ ਜੇ ਹੋ ਸਕਦਾ, ਪਰ ਪਰਮਾਤਮਾ ਬਾਰੇ ਪ੍ਰਤੱਖ ਪ੍ਰਮਾਣ ਕੋਈ ਨਹੀਂ ਦੇ ਸਕਦਾ। ਵਿਸ਼ਵਾਸ ਕਰਨਾ ਬੜਾ ਔਖਾ। ਪਰਮਾਤਮਾ ਬਾਰੇ ਪਹਿਲਾਂ ਜੋ ਵਿਸ਼ਵਾਸ ਕੀਤਾ ਜਾਂਦਾ ਉਹ
ਅੰਨੀ ਸ਼ਰਧਾ ਜਿਸ ਨੂੰ ਕਿਹਾ ਜਾਂਦਾ, ਕਿਉਂਕਿ ਜਿਸ ਦੀ ਹਸਤੀ ਬਾਰੇ ਸਾਨੂੰ ਕੁਝ ਪਤਾ ਹੀ ਨਹੀਂ, ਉਸ ਗੱਲ ਨੂੰ ਮੰਨ ਲੈਣਾ ਕਿ ਹੋਵੇਗਾ ਜ਼ਰੂਰ। ਬੜੇ ਲੋਕ ਐਸੇ ਜੋ ਇਹ ਮੰਨਦੇ ਨਹੀਂ ਪਰਮਾਤਮਾ ਬਾਰੇ। ਹਾਂ, ਜੋ ਰੱਬ ਦੇ ਪਿਆਰੇ ਸੰਤ ਮਹਾਤਮਾ ਅਵਤਾਰ ਪਰਮਾਤਮਾ ਦੇ ਨਾਮ ਦੇ ਨਾਲ ਜੁੜੇ ਹੋਏ, ਉਹਨਾਂ ਦੀਆਂ ਬਰਕਤਾਂ ਵੇਖ ਕੇ ਕਿ ਉਹਨਾਂ ਕੋਲ ਤਾਕਤ ਹੈ, ਬਰਕਤਾਂ ਹਨ, ਤੇ ਇਸ ਕਰਕੇ ਲੋਕਾਂ ਨੂੰ ਯਕੀਨ ਵੱਝਦਾ ਕਿ ਹੋਵੇਗਾ ਜ਼ਰੂਰ। ਕਿਉਂਕਿ ਇਹ ਲੋਕ ਸਾਇੰਟਿਸਟ ਨਹੀਂ ਹਨ, ਇਹ ਲੋਕ ਹੋਰ ਕੁਛ ਨਹੀਂ ਕਰਦੇ ਹਨ, ਇਹ ਵਾਹਿਗੁਰੂ ਦਾ ਨਾਮ ਜਪਦੇ ਆਰਾਧਦੇ ਨੇ, ਇਹਨਾਂ ਕੋਲ ਇੰਨੀ ਬਰਕਤ ਹੈ, ਇਸ ਵਾਸਤੇ ਪਰਮਾਤਮਾ ਹੋਵੇਗਾ। ਥੋੜ੍ਹਾ ਘਣਾ ਵਿਸ਼ਵਾਸ ਵੱਝਦਾ ਹੈ, ਦ੍ਰਿੜ ਵਿਸ਼ਵਾਸ ਕਿਸੇ ਕਿਸੇ ਦੇ ਅੰਦਰ ਹੈ, ਔਰ ਇਸ ਪ੍ਰਕਾਰ ਸੁਣ ਕੇ ਤੇ ਮਨ ਵਿੱਚ ਦ੍ਰਿੜਤਾ ਆ ਜਾਣੀ, ਵਿਸ਼ਵਾਸ ਦ੍ਰਿੜ ਹੋ ਜਾਣਾ, ਇਹਨੂੰ ਕਹਿੰਦੇ ਨੇ ਮੰਨ ਲੈਣਾ। ਤੇ ਜੋ ਮੰਨ ਲੈਂਦਾ ਹੈ, ਜਿਸ ਦਾ ਮਨ ਮੰਨ ਜਾਂਦਾ ਹੈ, ਮੰਨ ਲੈਣ ਵਾਲੇ ਦੀ ਗਤ ਆਤਮਿਕ ਅਵਸਥਾ। ਗਤ ਸ਼ਬਦ ਦੇ ਕਈ ਅਰਥ ਨੇ। ਗਤ ਮਹਿਮਾ, ਗਤ ਗਤੀ, ਚਾਲ, ਜਿਹੜੀ ਗਤੀ ਹੈ ਕਿਸੇ ਚੀਜ਼ ਦੀ, ਵੀ ਕਿੰਨੀ ਰਫ਼ਤਾਰ ਨਾਲ ਵਹੀਕਲ ਚੱਲ ਰਿਹਾ, ਕੋਈ ਗੱਡੀ ਕਿੰਨੀ ਗਤੀ ਨਾਲ ਜਾ ਰਹੀ ਹੈ, ਉਹ ਰਫ਼ਤਾਰ ਨੂੰ ਵੀ ਗਤ ਕਿਹਾ ਜਾਂਦਾ, ਗਤੀ, ਕਿਉਂਕਿ ਗਤ ਦੇ ਤੱਤੇ ਨੂੰ ਸਿਹਾਰੀ ਹੈ। ਗਤੀ ਉੱਚੀ ਆਤਮਿਕ ਅਵਸਥਾ, ਗਤ ਮਹਿਮਾ, ਗਤ ਮੁਕਤੀ ਆਦਿ, ਇਹ ਸ਼ਬਦ ਦੇ ਅਰਥ ਅਨੇਕਾਂ ਨੇ। ਪਰ ਇੱਥੇ ਹੈ ਕਿ ਉਹਨਾਂ ਦੀ ਮਹਿਮਾ, ਮੰਨ ਲੈਣ ਦੀ ਗਤ ਮਹਿਮਾ, ਤੇ ਮੰਨ ਲੈਣ ਵਾਲੇ ਦੀ ਉੱਚੀ ਜੋ ਆਤਮਿਕ ਅਵਸਥਾ ਹੈ, ਉਹ ਜ਼ਬਾਨ ਨਾਲ ਬੋਲ ਕੇ ਕਥਨ ਨਹੀਂ ਹੋ ਸਕਦੀ। ਇੱਕ ਬਚਨ ਯਾਦ ਆਇਆ ਕਿ ਭਾਈ ਰਣਧੀਰ ਸਿੰਘ ਜੀ ਅਖੰਡ ਕੀਰਤਨੀ ਜਥੇ ਵਾਲੇ, ਉਹਨਾਂ ਨੇ ਇੱਕ ਬਚਨ ਲਿਖਿਆ ਕਿ ਸਾਡੇ ਪਿਤਾ ਜੀ ਬਹੁਤ ਬਿਮਾਰ ਸਨ, ਉਹਨਾਂ ਨੂੰ ਪਿਸ਼ਾਬ ਦਾ ਬੰਨ੍ਹ ਪਿਆ ਹੋਇਆ ਸੀ, ਅਤੇ ਹਸਪਤਾਲ ਵਿੱਚ ਜਦੋਂ ਉਹਨਾਂ ਨੂੰ ਦਾਖਲ ਕਰਾਇਆ ਗਿਆ ਤਾਂ ਰਾਤ ਦੇ ਸਮੇਂ ਡਾਕਟਰ ਨੇ ਇਹ ਗੱਲ ਕਹੀ ਕਿ ਭਾਈ ਰਣਧੀਰ ਸਿੰਘ ਜੀ ਇਹ ਅੱਜ ਰਾਤ ਨਹੀਂ ਕੱਢਣਗੇ, ਕੋਈ ਇਲਾਜ ਨਹੀਂ ਹੋ ਰਿਹਾ ਇਹਨਾਂ ਦਾ, ਅਤੇ ਪੇਟ ਉਹਨਾਂ ਦਾ ਬਹੁਤ ਜ਼ਿਆਦਾ ਫੁੱਲਿਆ ਹੋਇਆ ਸੀ। ਭਾਈ ਰਣਧੀਰ ਸਿੰਘ ਜੀ ਕਹਿਣ ਲੱਗੇ, ਅਸੀਂ ਪਿਤਾ ਜੀ ਦੇ ਸਿਰਹਾਣੇ ਖਲੋ ਕੇ ਜਪਜੀ ਸਾਹਿਬ ਦਾ ਪਾਠ ਆਰੰਭ ਕਰ ਦਿੱਤਾ, ਔਰ ਜਦੋਂ ਇੱਥੇ ਪਾਠ ਪਹੁੰਚਿਆ, ਮੰਨੇ ਕੀ ਗਤ ਕਹੀ ਨਾ ਜਾਏ, ਤਾਂ ਅਸੀਂ ਰੁਕ ਗਏ ਅਤੇ ਬਾਰ-ਬਾਰ ਇਹ ਪੰਕਤੀ ਪੜ੍ਹੀ ਜਾ ਰਹੇ ਸੀ, ਮੰਨੇ ਕੀ ਗਤ ਕਹੀ ਨਾ ਜਾਏ। ਤਾਂ ਪਿਤਾ ਜੀ ਨੂੰ ਜਿਹੜਾ ਬੰਨ੍ਹ ਪਿਆ ਹੋਇਆ ਸੀ ਉਹ ਖੁੱਲ੍ਹ ਗਿਆ, ਅਤੇ ਕਾਫੀ ਭਾਂਡੇ ਬਾਲਟੇ ਇੱਕ ਦੋ ਸ਼ਾਇਦ ਪਿਸ਼ਾਬ ਨਾਲ ਭਰ ਗਏ, ਅਤੇ ਪਿਤਾ ਜੀ ਦੀ ਜਿਹੜੀ ਜਾਨ ਸੀ ਬਹੁਤ ਸੌਖੀ ਹੋ ਗਈ, ਤੰਦਰੁਸਤ ਹੋ ਗਏ। ਜਾਨੀ ਕੁਝ ਸਮੇਂ ਵਿੱਚ ਹੀ ਇੰਝ ਵਾਪਰਿਆ, ਅਤੇ ਅਸੀਂ ਰਾਤ ਬਾਣੀ ਸੁਣਾਉਂਦੇ ਰਹੇ। ਦਿਨੇ ਜਦੋਂ ਡਾਕਟਰ ਆਇਆ ਤਾਂ ਵੇਖ ਕੇ ਬੜਾ ਹੈਰਾਨ, ਅਤੇ ਡਾਕਟਰ ਉਰਦੂ ਬੋਲਦਾ ਸੀ। ਕਹਿਣ ਲੱਗਾ, ਅਰੇ ਭਾਈ ਸਾਹਿਬ ਇਹ ਕਿਆ, ਇਹ ਕੈਸਾ ਹੋਇਆ, ਇਹ ਕੈਸੀ ਕਮਾਲ ਹੋਈ। ਤਾਂ ਭਾਈ ਰਣਧੀਰ ਸਿੰਘ ਜੀ ਕਹਿਣ ਲੱਗੇ, ਡਾਕਟਰ ਸਾਹਿਬ ਇਹ ਮੰਨੇ ਕੀ ਗਤ ਕਾ ਕਮਾਲ ਹੈ, ਇਹ ਮੰਨ ਲੈਣ ਦੀ ਜਿਹੜੀ ਮਹਿਮਾ ਹੈ ਉਸ ਦਾ ਕਮਾਲ ਹੈ। ਇਹ ਤਾਂ ਇੱਕ ਛੋਟੀ ਜਿਹੀ ਉਦਾਹਰਣ ਹੈ। ਵਾਹਿਗੁਰੂ ਦੇ ਨਾਮ ਨੂੰ ਮੰਨ ਲੈਣ, ਦ੍ਰਿੜ ਕਰ ਲੈਣ ਦੀ ਜਿਹੜੀ ਮਹਿਮਾ ਹੈ ਉਹ ਕਥਨ ਹੀ ਨਹੀਂ ਹੋ ਸਕਦੀ। ਭਗਤ ਕਬੀਰ ਜੀ ਦੇ ਮਾਤਾ ਜੀ ਕਬੀਰ ਜੀ ਨੂੰ ਨਾਮ ਵਿੱਚ ਜੁੜਿਆ ਹੋਇਆ ਵੇਖ ਕੇ ਤੇ ਉਹਨਾਂ ਦਾ ਨਿਸ਼ਚਾ ਹਿਲਦਾ ਸੀ ਕਿ ਪਰਿਵਾਰ ਕਿਵੇਂ ਜਿਉਂਦਾ ਰਹੇਗਾ। ਇਹ ਕਾਰੋਬਾਰ ਛੱਡ ਦਿੱਤਾ ਕਬੀਰ ਜੀ ਨੇ। ਕਬੀਰ ਜੀ ਆਪ ਲਿਖਦੇ ਨੇ, ਮੁਸ ਮੁਸ ਰੋਵੈ ਕਬੀਰ ਕੀ ਮਾਈ, ਇਹ ਬਾਰਕ ਕੈਸੇ ਜੀਵੈ ਰਘੁਰਾਈ, ਤਨਨਾ ਬੁਨਨਾ ਸਭ ਤਜਿਓ ਹੈ ਕਬੀਰ, ਹਰ ਕਾ ਨਾਮ ਲਿਖ ਲਿਓ ਸਰੀਰ। ਤਾਂ ਕਬੀਰ ਜੀ ਨੇ ਕਿਉਂ ਕਿਹਾ, ਜਬ ਲਗ ਤਾਗਾ ਬਾਹਉ ਬੇਹੀ, ਤਬ ਲਗ ਬਿਸਰੈ ਰਾਮ ਸੁਨੇਹੀ, ਓਸ਼ੀ ਮਤ ਮੇਰੀ ਜਾਤ ਜੁਲਾਹਾ, ਹਰ ਕਾ ਨਾਮ ਲਹਿਓ ਮੈਂ ਲਾਹਾ, ਕਹਿਤ ਕਬੀਰ ਸੁਣੋ ਰੀ ਮਾਈ, ਹਮਰਾ ਇਨਕਾ ਦਾਤਾ ਏਕ ਰਘੁਰਾਈ। ਹੁਣ ਜਿਹੜਾ ਨਿਸ਼ਚਾ ਕਬੀਰ ਜੀ ਦੇ ਅੰਦਰ ਹੈ, ਪਰਮਾਤਮਾ 'ਤੇ ਵਿਸ਼ਵਾਸ ਹੈ, ਦ੍ਰਿੜਤਾ ਹੈ, ਉਹ ਮਾਤਾ ਜੀ ਨੂੰ ਨਹੀਂ ਸੀ। ਤਾਂ ਹੀ ਮਾਤਾ ਜੀ ਕਹਿ ਰਹੇ ਸੀ ਰੋ ਰੋ ਕੇ ਵੀ ਬੱਚਾ ਤੂੰ ਤੇ ਸਭ ਕੁਝ ਹੀ ਛੱਡ ਬੈਠਾ, ਕਾਰੋਬਾਰ ਹੀ ਛੱਡ ਦਿੱਤਾ, ਤੇ ਇਹ ਬੱਚੇ ਕਿਵੇਂ ਜਿਉਂਦੇ ਰਹਿਣਗੇ। ਤਾਂ ਕਬੀਰ ਜੀ ਕਹਿਣ ਲੱਗੇ ਕਿ ਮਾਤਾ ਕੀ ਕਰਾਂ, ਮੇਰੇ ਵੱਸ ਦੀ ਗੱਲ ਨਹੀਂ। ਜਦੋਂ ਮੈਂ ਨਲਕੀ ਵਿੱਚ ਫੂਕਾਂ ਮਾਰਦਾ ਧਾਗਾ ਖਿੱਚਣ ਵਾਸਤੇ, ਉਹ ਕੱਪੜੇ ਬੁਣਦੇ ਸਨ, ਤੇ ਉਹਨਾਂ ਚਿਰ ਮੈਨੂੰ ਰਾਮ ਭੁੱਲ ਜਾਂਦਾ, ਤੇ ਹੁਣ ਮੇਰਾ ਚਿੱਤ ਨਹੀਂ ਕਰਦਾ ਵੀ ਰਾਮ ਇੱਕ ਮਿੰਟ ਸਕਿੰਟ ਵੀ ਵਿਸਰੇ। ਐਸਾ ਵਾਹਿਗੁਰੂ ਦੇ ਨਾਮ ਦਾ ਰਸ ਹੈ,
ਤੇ ਪ੍ਰਮਾਤਮਾ ਦੇ ਨਾਮ ਤੋਂ ਉੱਚੀ ਹੋਰ ਮਹਿਮਾ ਤਾਂ ਕੁਛ ਹੈ ਹੀ ਨਹੀਂ। ਰਿੱਧੀਆਂ ਸਿੱਧੀਆਂ ਨਿੱਧੀਆਂ ਨਾਮ ਦੀਆਂ ਤਾਂ ਦਾਸੀਆਂ ਨੇ। ਤੇ ਵਾਹਿਗੁਰੂ ਨੂੰ ਲਿਖਾ ਦਿੰਦਾ ਵਾਹਿਗੁਰੂ ਜੀ ਦਾ ਨਾਮ। ਸਿਆਣੇ ਕਹਿੰਦੇ ਨਾਮੀ ਨਾਲੋਂ ਨਾਮ ਵੱਡਾ। ਨਾਮੀ ਜਿਸ ਦਾ ਨਾਮ ਹੈ, ਜਿਵੇਂ ਕਿਸੇ ਵਿਅਕਤੀ ਨੂੰ ਮਿਲਣ ਵਾਸਤੇ ਕਿਸੇ ਸ਼ਹਿਰ ਕੋਈ ਚਲਾ ਜਾਏ, ਪਤਾ ਲੱਗੇ ਕਿ ਉਹ ਵਿਅਕਤੀ ਗੁਰਦੁਆਰਾ ਸਾਹਿਬ ਗਿਆ ਆ, ਪਹਿਲਾਂ ਚਿਹਰਾ ਮੋਹਰਾ ਵੇਖਿਆ ਨਹੀਂ, ਤੇ ਉੱਥੇ ਸਟੇਜ ਤੇ ਬੁਲਾਇਆ ਗਿਆ ਵੀ ਭਾਈ ਮੱਖਣ ਸਿੰਘ ਨੂੰ ਮਿਲਣ ਵਾਸਤੇ ਇਹ ਵਿਅਕਤੀ ਆਇਆ, ਤੇ ਉਹ ਮੱਖਣ ਸਿੰਘ ਆ ਕੇ ਮਿਲੇ, ਤੇ ਮੱਖਣ ਸਿੰਘ ਦਾ ਨਾਮ ਲਿਆ, ਤੇ ਮੱਖਣ ਸਿੰਘ ਸੰਗਤ ਵਿੱਚੋਂ ਉੱਠ ਕੇ ਆ ਕੇ ਮਿਲ ਪਿਆ। ਇਹ ਉਸ ਦੇ ਨਾਮ ਵਿੱਚ ਤਾਕਤ ਹੈ ਕਿ ਮੱਖਣ ਸਿੰਘ ਨੂੰ ਉਠਾ ਕੇ ਉਸ ਮਿਲਣ ਆਏ ਹੋਏ ਵਿਅਕਤੀ ਨਾਲ ਮਿਲਾ ਦਿੱਤਾ। ਇਸੇ ਪ੍ਰਕਾਰ ਨਾਮੀ ਪਰਮਾਤਮਾ ਦਾ ਗਿਆਨ ਹਾਸਲ ਕਰਨ ਵਾਸਤੇ ਉਸ ਦਾ ਨਾਮ ਇੱਕ ਕੜੀ ਹੈ। ਸਾਡੇ ਦਰਮਿਆਨ ਜਿਹੜੀ ਵਿੱਥ ਪਈ ਆ ਵਾਹਿਗੁਰੂ ਨਾਲੋਂ, ਉਸ ਵਿੱਥ ਨੂੰ ਦੂਰ ਕਰਨ ਵਾਸਤੇ ਤੇ ਵਾਹਿਗੁਰੂ ਜੀ ਦਾ ਵਸਲ ਹਾਸਲ ਕਰਨ ਵਾਸਤੇ ਵਾਹਿਗੁਰੂ ਜੀ ਦਾ ਨਾਮ ਹੀ ਉਹ ਕੜੀ ਹੈ। ਔਰ ਸਤਿਗੁਰੂ ਜੀ ਨੇ ਸਾਨੂੰ ਉਸ ਨਾਮ ਨੂੰ ਸੁਣਨ ਤੇ ਸੁਣ ਕੇ ਮੰਨ ਲੈਣ ਤੇ ਧਾਰਨ ਕਰਨ ਦਾ ਉਪਦੇਸ਼ ਦਿੱਤਾ। ਔਰ ਹਜ਼ੂਰ ਕਹਿੰਦੇ ਨੇ ਮੰਨੇ ਕੀ ਗਤ ਕਹੀ ਨਾ ਜਾਏ। ਜਿਨ੍ਹਾਂ ਦਾ ਮਨ ਮੰਨ ਗਿਆ ਹੈ ਉਹਨਾਂ ਦੀ ਗਤ ਉੱਚੀ ਆਤਮਿਕ ਅਵਸਥਾ ਕੈਸੀ ਉਹਨਾਂ ਦੀ ਬਣੀ। ਕਬੀਰ ਜੀ ਨੇ ਇੱਕ ਬਚਨ ਕੀਤਾ, ਇਹ ਮਨ ਸ਼ਕਤੀ ਇਹ ਮਨ ਸੀਓ ਇਹ ਮਨ ਪੰਚ ਤਤ ਕੋ ਜੀਓ। ਮਨ ਦੀ ਗੱਲ ਕਰਦਿਆਂ ਵੀ ਇਹ ਮਾਇਆ ਰੂਪ ਵੀ ਹੈ, ਇਹ ਪਰਮੇਸ਼ਰ ਦਾ ਰੂਪ ਵੀ ਹੈ ਮਨ। ਤੇ ਜਿਵੇਂ ਬਚਨ ਕੀਤਾ ਬਾਣੀ ਚ ਸਤਿਗੁਰਾਂ ਨੇ ਕਿ ਮਨ ਦਾਤਾ ਮਨ ਮੰਗਤਾ ਮਨ ਸਿਰ ਗੁਰ ਕਰਤਾਰ। ਮਨ ਜੋਗੀ ਮਨ ਭੋਗੀਆ ਮਨ ਮੂਰਖ ਗਵਾਰ। ਮਨ ਦਾਤਾ ਮਨ ਮੰਗਤਾ ਮਨ ਸਿਰ ਗੁਰ ਕਰਤਾਰ। ਮਨ ਹੀ ਦਾਤਾ ਮਨ ਹੀ ਮੰਗਤਾ, ਮਨ ਹੀ ਲੋਭੀ, ਮਨ ਹੀ ਜੋਗੀ ਭੋਗੀ, ਔਰ ਮੂਰਖ ਵੀ ਗਵਾਰ ਵੀ ਇਹ ਮਨ ਹੀ ਬਣਦਾ। ਤੇ ਜੇ ਮਨ ਦਾ ਸੁਧਾਰ ਹੋ ਜਾਏ ਤਾਂ ਕਬੀਰ ਜੀ ਕਹਿੰਦੇ ਨੇ ਇਹ ਮਨ ਲੈ ਜੋ ਉਨ ਮਨ ਰਹਿ ਤੋ ਤੀਨ ਲੋਕ ਕੀ ਬਾਤਾਂ ਕਹੈ। ਇਹ ਮਨ ਜੇ ਉਨਮਨੀ ਅਵਸਥਾ ਚਲਾ ਜਾਏ, ਸੰਸਾਰ ਤੋਂ ਉਪਰਾਮ ਹੋ ਕੇ ਵਾਹਿਗੁਰੂ ਜੀ ਦੇ ਨਾਲ ਜੁੜ ਜਾਏ, ਪ੍ਰਮਾਤਮਾ ਦੇ ਨਾਮ ਵਿੱਚ ਜੁੜ ਜਾਏ, ਤੇ ਇਹਦੇ ਅੰਦਰ ਇੰਨਾ ਪ੍ਰਕਾਸ਼ ਗਿਆਨ ਹੋ ਜਾਂਦਾ ਕਿ ਤਿੰਨਾਂ ਲੋਕਾਂ ਦੀਆਂ ਗੱਲਾਂ ਇਹ ਮਨ ਕਰਨ ਲੱਗ ਪੈਂਦਾ। ਭਾਵ ਤਿੰਨਾਂ ਲੋਕਾਂ ਤੱਕ ਦੀ ਪਹੁੰਚ ਤੈਨੂੰ ਤਿੰਨਾਂ ਲੋਕਾਂ ਦਾ ਗਿਆਨ ਹੁੰਦਾ। ਇਸ ਪ੍ਰਕਾਰ ਮੰਨ ਲੈਣ ਦੀ ਗਤ ਮਹਿਮਾ ਮੰਨ ਲੈਣ ਵਾਲੇ ਦੀ ਉੱਚੀ ਆਤਮਿਕ ਅਵਸਥਾ ਕਥਨ ਨਹੀਂ ਹੋ ਸਕਦੀ। ਜੇ ਕੋ ਕਹਿ ਪਿਛੈ ਪਛਤਾਏ, ਜੇ ਕੋਈ ਕਹਿੰਦਾ ਹੈ ਕਿ ਇੰਨੀ ਕੁ ਮਹਿਮਾ ਹੈ ਨਾਮ ਨੂੰ ਮੰਨਣ ਦੀ, ਤੇ ਪਿੱਛੋਂ ਬਾਅਦ ਵਿੱਚ ਉਹ ਪਛਤਾਵਾ ਕਰੇਗਾ, ਪਛਤਾਤਾਪ ਕਰੇਗਾ ਕਿ ਨਹੀਂ ਮੈਂ ਹੋਸ਼ੇ ਹੀ ਗੱਲ ਕੀਤੀ ਹੈ, ਥੋੜ ਵਿੱਤੀ ਗੱਲ ਕੀਤੀ ਹੈ। ਨਾਮ ਨੂੰ ਮੰਨ ਲੈਣ ਦੀ ਜੋ ਮਹਿਮਾ ਹੈ ਉਹ ਇੰਨੀ ਕੁ ਨਹੀਂ ਹੈ। ਜਿਨ੍ਹਾਂ ਨੇ ਨਾਮ ਨੂੰ ਮੰਨਿਆ ਸੀ ਉਹਨਾਂ ਦੀ ਆਤਮਿਕ ਅਵਸਥਾ ਇੰਨੀ ਕੁ ਨਹੀਂ। ਮੈਂ ਤਾਂ ਐਵੇਂ ਥੱਲੇ ਹੀ ਬੈਠਾ ਰਿਹਾ, ਕਿਉਂਕਿ ਅੱਗੇ ਤੋਂ ਅੱਗੇ ਮਹਿਮਾ ਹੈ। ਕੀ ਕਥਨ ਕਰੀਏ, ਇਹ ਹੋ ਨਹੀਂ ਸਕਦਾ, ਕਥਨ ਨਹੀਂ ਹੋ ਸਕਦਾ। ਜੇ ਕੋਈ ਕਹਿੰਦਾ ਹੈ ਕਿ ਮੈਂ ਕਥਨ ਕਰ ਦਿੱਤਾ ਤੇ ਬਾਅਦ ਵਿੱਚ ਉਹ ਵੀ ਪਛਤਾਏਗਾ। ਇੱਕ ਬਚਨ ਯਾਦ ਆਇਆ ਇਤਿਹਾਸ ਵਿੱਚੋਂ, ਹਜ਼ੂਰ ਕਲਗੀਧਰ ਪਾਤਸ਼ਾਹ ਜੀ ਦਾ ਇੱਕ ਸਿੱਖ ਹੋਇਆ, ਸਿੰਧ ਜਿਹੜਾ ਹੈ ਨਾ ਪਾਕਿਸਤਾਨ ਦੇ ਵਿੱਚ ਸਿੰਧ, ਉੱਥੋਂ ਦਾ ਸੀ ਭਾਈ ਗੋਪਾਲ, ਔਰ ਉਹ ਸਾਧ ਸੀ। ਉਹਨੂੰ ਸਤਿਗੁਰਾਂ ਨੇ ਉੱਥੇ ਸਿੰਧ ਸੂਬੇ ਵਿੱਚ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਭੇਜਿਆ ਸੀ ਬਖਸ਼ਿਸ਼ ਕਰਕੇ। ਤੇ ਉਹ ਭਾਈ ਗੋਪਾਲ ਜੀ ਲੋਕਾਂ ਨੂੰ ਬਾਣੀ ਸਿਖਾਉਂਦੇ ਸਨ, ਮਹਾਰਾਜ ਦੀ ਬਾਣੀ ਨਾਲ ਨਾਮ ਨਾਲ ਜੋੜਦੇ ਸਨ। ਤੇ ਇੱਕ ਦਿਨ ਭਾਈ ਗੋਪਾਲ ਜੀ ਦੇ ਦੁਆਲੇ ਸੰਗਤ ਬੈਠੀ ਹੋਈ ਸੀ ਸਿੱਖਿਆ ਲੈਣ ਵਾਲੀ, ਤੇ ਭਾਈ ਸਾਹਿਬ ਜੀ ਨੇ ਉੱਪਰ ਅਸਮਾਨ ਵੱਲ ਵੇਖ ਕੇ ਕੁਝ ਮੁਸਕਰਾਏ, ਥੋੜ੍ਹਾ ਜਿਹਾ ਮੁਸਕਰਾ ਪਏ, ਹੱਸ ਪਏ। ਤਾਂ ਸੰਗਤ ਨੇ ਪੁੱਛ ਲਿਆ ਕਿ ਭਾਈ ਜੀ ਉੱਪਰ ਵੇਖ ਕੇ ਕੀ ਹੱਸੇ ਤੁਸੀਂ, ਕੀ ਡਿੱਠਾ? ਤਾਂ ਉਹਨਾਂ ਨੇ ਦੱਸਿਆ ਕਿ ਜਿਵੇਂ ਤੁਸੀਂ ਆਉਂਦੇ ਹੋ ਇਸੇ ਤਰ੍ਹਾਂ ਇੱਕ ਹੋਰ ਵੀ ਨੌਜਵਾਨ ਸਾਡੇ ਕੋਲ ਆਉਂਦਾ ਸੀ ਰੋਜ਼, ਤੇ ਉਹਨੇ ਸਹਿਜੇ ਸੁਖਮਨੀ ਸਾਹਿਬ ਬਾਣੀ ਕੰਠ ਕਰ ਲਈ ਸੀ। ਰੋਜ਼ ਉਹ ਨਿਤਨੇਮ ਕਰਦਾ ਸੀ। ਅੱਜ ਉਹ ਮੂਸਲ ਵਿੱਚੋਂ ਤੂੜੀ ਲੈਣ ਵਾਸਤੇ ਗਿਆ ਸੀ ਆਪਣੇ ਖੇਤਾਂ 'ਚ, ਜਿਹਨੂੰ ਮੇਰੇ ਖਿਆਲ ਦੁਆਬੇ ਤੇ ਮਾਲ ਵਿੱਚ ਕੁੱਪ ਕਹਿ ਦਿੱਤਾ ਜਾਂਦਾ, ਸਾਡੇ ਮਾਝੇ 'ਚ ਮੂਸਲ ਕਹਿੰਦੇ ਨੇ। ਤੂੜੀ ਦੇ ਕੁੱਪ ਵਿੱਚੋਂ ਤੂੜੀ ਲੈਣ ਗਿਆ ਸੀ ਤੇ ਉੱਥੇ ਉਹਨੂੰ ਸੱਪ ਲੜ ਕੇ ਉਹਦੀ ਮ੍ਰਿਤੂ ਹੋਈ ਆ। ਉਹਦਾ ਸਰੀਰ ਦਾ ਅੰਤ ਹੋ ਗਿਆ ਸੀ, ਉਮਰ ਪੁੱਗ ਗਈ ਸੀ। ਤੇ ਸਨਾਤਨ ਮਤ ਦੇ
ਗ੍ਰੰਥਾਂ 'ਚ ਸ਼ਾਸਤਰਕਾਰਾਂ ਨੇ ਲਿਖਿਆ ਕਿ ਜਿਹਦੀ ਸੱਪ ਲੜ ਕੇ ਮੌਤ ਹੋਏ ਉਹ ਨਰਕਾਂ ਨੂੰ ਜਾਂਦਾ, ਜਮਾਂ ਦੇ ਵਸ ਪੈਂਦਾ, ਕਿਉਂਕਿ ਸੱਪ ਨੂੰ ਜਮ ਰੂਪ ਮੰਨਿਆ ਗਿਆ ਸਨਾਤਨ ਮਤ ਦੇ ਗ੍ਰੰਥਾਂ। ਜਿਵੇਂ ਇਸਲਾਮ ਦੇ ਵਿੱਚ ਅੱਗ ਨਾਲ ਸੜ ਕੇ ਜਿਹੜੀ ਮੌਤ ਹੋਣੀ ਹੈ ਇਹਨੂੰ ਨਾਪਾਕ ਮੌਤ ਮੰਨਿਆ, ਅਪਵਿੱਤਰ ਮੌਤ ਮੰਨਿਆ। ਇਸੇ ਪ੍ਰਕਾਰ ਕਹਿੰਦੇ ਅਸੀਂ ਵਾਹਿਗੁਰੂ ਜੀ ਦੇ ਨਾਮ ਦੀ ਮਹਿਮਾ ਵੇਖ ਕੇ ਹੱਸੇ ਹਾਂ। ਤੇ ਉਹਨਾਂ ਦੇ ਸ਼ਾਸਤਰਾਂ 'ਚ ਲਿਖਿਆ ਹੋਇਆ ਵੀ ਜੇ ਸੱਪ ਲੜ ਕੇ ਮ੍ਰਿਤੂ ਹੋਏ ਤੇ ਜੀਵ ਜਮਾਂ ਦੇ ਵਸ ਪੈਂਦਾ, ਪਰ ਉਹਦੇ ਮੁਖ 'ਚ ਸੁਖਮਨੀ ਸਾਹਿਬ ਦਾ ਪਾਠ ਸੀ, ਇਸ ਕਰਕੇ ਵਾਹਿਗੁਰੂ ਦੇ ਪਿਆਰੇ ਉਹਨੂੰ ਲੈਣ ਵਾਸਤੇ ਆਏ ਨੇ ਤੇ ਵਿਵਾਨ 'ਚ ਬੈਠਾ ਸੱਚਖੰਡ ਨੂੰ ਗਿਆ। ਅਸੀਂ ਇਹ ਕੌਤਕ ਵੇਖ ਕੇ ਹੱਸੇ ਹਾਂ। ਇਸੇ ਪ੍ਰਕਾਰ ਦਾ ਇੱਕ ਹੋਰ ਬਚਨ ਸੱਚਖੰਡ ਵਾਸੀ ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਜੀ ਨੇ ਆਪਣੇ ਵਿਦਿਆਰਥੀ, ਜਿਨ੍ਹਾਂ ਨੂੰ ਅਸੀਂ ਸਤਿਕਾਰ ਨਾਲ ਸੰਤ ਗਿਆਨੀ ਕਰਤਾਰ ਸਿੰਘ ਖਾਲਸਾ ਜੀ ਕਹਿੰਦੇ ਹਾਂ, ਉਦੋਂ ਵਿਦਿਆਰਥੀ ਸਨ ਤੇ ਉਹਨਾਂ ਨੂੰ ਮਹਾਂਪੁਰਸ਼ ਕਹਿਣ ਲੱਗੇ ਜਾ ਕਰਤਾਰ ਸਿੰਘਾ ਮਾਤਾ ਪਿਤਾ ਨੂੰ ਮਿਲਿਆ। ਉਹਨਾਂ ਨੇ ਚੇਤਨਾ ਕੀਤਾ ਜਾਣ ਨੂੰ, ਫਿਰ ਦੁਬਾਰਾ ਕਿਹਾ ਕਰਤਾਰ ਸਿੰਘਾ ਤੇਰੇ ਬਾਪੂ ਨੇ ਜਥੇਦਾਰ ਝੰਡਾ ਸਿੰਘ ਨੇ ਅੱਜ ਚੜ੍ਹਾਈ ਕਰ ਜਾਣੀ ਹੈ ਰਾਤ ਨੂੰ, ਤੇ ਬਾਅਦ ਵਿੱਚ ਇੱਛਾ ਰਹਿ ਜਾਂਦੀ ਵੀ ਮੈਂ ਅੰਤ ਵੇਲੇ ਪਿਤਾ ਨੂੰ ਮਿਲਿਆ ਨਹੀਂ, ਇਸ ਕਰਕੇ ਜਾਓ ਚਲੇ ਜਾਓ ਤੇ ਸ਼ਾਮਾਂ ਨੂੰ ਜਦੋਂ ਪਹੁੰਚੋਗੇ ਘਰ ਪਿੰਡ ਦੇ ਹੋਰ 2-4 ਸਿੰਘ ਲੈ ਕੇ ਬਾਪੂ ਜੀ ਨੂੰ ਸੁਖਮਨੀ ਸਾਹਿਬ ਦਾ ਪਾਠ ਸੁਣਾਈ ਆਇਓ। ਰਾਤ 1 ਵਜੇ ਤੋਂ ਬਾਅਦ ਉਹ ਸਰੀਰ ਛੱਡਣਗੇ, ਤਿਆਗਣਗੇ ਤੇ ਪਾਠ ਪੂਰਾ ਕਰਕੇ ਫਤਿਹ ਬੁਲਾਇਓ, ਰੋਇਓ ਧੋਇਓ ਨਾ, ਕੱਲ ਨੂੰ ਅੰਤਮ ਸੰਸਕਾਰ ਕਰਕੇ ਫਿਰ ਤੁਸੀਂ ਆ ਜਾਇਓ। ਤੇ ਠੀਕ ਇਸੇ ਤਰ੍ਹਾਂ ਆ। ਉਦੋਂ ਮਹਾਂਪੁਰਸ਼ ਨਸ਼ਹਿਰਾ ਪਨੂਆ ਪਿੰਡ ਹੈ ਅੰਮ੍ਰਿਤਸਰ ਜ਼ਿਲ੍ਹੇ 'ਚ, ਉੱਥੇ ਸਨ ਤੇ ਉੱਥੇ ਉਹ ਗਏ ਤੇ ਬਾਪੂ ਜੀ ਤੰਦਰੁਸਤ ਸੀ, ਕੋਈ ਗੱਲ ਨਹੀਂ ਸੀ, ਪਰ ਬਚਨ ਤੇ ਨਿਸ਼ਚਾ ਸੀ ਕਿ ਜੋ ਸੰਤਾਂ ਨੇ ਕਿਹਾ ਉਹ ਵਾਪਰੇਗਾ। ਪਿੰਡ ਦੇ ਹੋਰ ਵੀ ਸਿੰਘ ਲਏ, ਕਿ ਗੁਰਮੁਖ ਸਿੰਘ ਉਹਨਾਂ ਦੇ ਪਿੰਡ ਦਾ ਸੀ ਜਿਹੜਾ ਨਾਲ ਹੀ ਰਹਿੰਦਾ ਸੀ, ਉਹ ਵੀ ਗਿਆ ਸੀ ਨਾਲ, ਭਾਈ ਗੁਰਮੁਖ ਸਿੰਘ, ਤੇ ਹੋਰ ਵੀ ਪਿੰਡ ਦੇ ਸਾਥੀ ਲਏ ਤੇ ਫਿਰ ਬਾਪੂ ਜੀ ਕੋਲ ਸੁਖਮਨੀ ਸਾਹਿਬ ਦਾ ਪਾਠ ਸੁਣਾਉਂਦੇ ਰਹੇ। ਤੇ ਚੜ੍ਹਾਈ ਕਰਨ ਤੋਂ ਪਹਿਲਾਂ ਸੰਤ ਕਰਤਾਰ ਸਿੰਘ ਜੀ ਪੁੱਛਦੇ ਨੇ, ਪਿਤਾ ਜੀ ਤੁਸੀਂ ਪ੍ਰਸੰਨ ਹੋ, ਤੁਸੀਂ ਇੱਕ ਵਾਰੀ ਸਾਰੇ ਪਰਿਵਾਰ ਨੂੰ ਬਿਠਾ ਕੇ ਕਿਹਾ ਸੀ ਕਿ ਮੇਰੇ ਘਰ ਤੁਸੀਂ ਥੱਬਾ ਸਾਰਾ ਜੰਮ ਪਏ, ਕੋਈ ਗੁਰੂ ਨਾਨਕ ਸਾਹਿਬ ਦੀ ਸਿੱਖੀ ਦੀ ਜੜ ਕਾਇਮ ਰੱਖੇਗਾ ਕਿ ਨਹੀਂ? ਤੇ ਹੁਣ ਦੱਸੋ ਪਿਤਾ ਜੀ ਤੁਸੀਂ ਖੁਸ਼ ਹੋ? ਕਿਉਂਕਿ ਉਹ ਬੜੇ ਤਕੜੇ ਗੁਰਸਿੱਖ ਸਨ, ਨਿਤਨੇਮੀ ਪ੍ਰੇਮੀ ਸੀ, ਤੇ ਖੁਸ਼ ਹੋ ਕੇ ਕਹਿਣ ਲੱਗੇ, ਪੁੱਤ ਕਰਤਾਰ ਸਿੰਘਾ ਜਿਹੜੀ ਚਿੰਤਾ ਸੀ ਮੈਨੂੰ ਉਹ ਦੂਰ ਹੋ ਗਈ ਆ, ਤੂੰ ਮਹਾਂਪੁਰਸ਼ਾਂ ਦੇ ਜਥੇ 'ਚ ਰਲਿਆ ਤੇ ਉਹਨਾਂ ਦੇ ਇੱਥੇ ਨਗਰ ਵਿੱਚ ਕਈ ਵਾਰੀ ਆਉਣ ਕਰਕੇ ਸ਼ਾਇਦ 13 ਵਾਰੀ ਮਹਾਂਪੁਰਸ਼ਾਂ ਜਥੇ ਸਮੇਤ ਉੱਥੇ ਨਗਰ ਚਰਨ ਪਾਏ ਸੀ ਤੇ ਪ੍ਰਚਾਰ ਕੀਤਾ ਸੀ। ਕਹਿਣ ਲੱਗੇ ਤੇਰੀ ਬਦੌਲਤ ਮੇਰਾ ਅੱਜ ਸਾਰਾ ਪਰਿਵਾਰ ਅੰਮ੍ਰਿਤਧਾਰੀ ਤੇ ਨਿਤਨੇਮੀ ਹੈ ਤੇ ਮੈਂ ਬੜਾ ਸੁਰਖਰੂ ਹੋ ਕੇ ਵਾਹਿਗੁਰੂ ਦੇ ਦਰ ਤੇ ਜਾ ਰਿਹਾ। ਇੱਦਾਂ ਬਚਨ ਕਰਕੇ ਪਿਤਾ ਜੀ ਬਾਣੀ ਸੁਣਦੇ ਸੁਣਦੇ ਚੜ੍ਹਾਈ ਕਰ ਗਏ ਸੀ। ਤੇ ਇੱਧਰ ਨਸ਼ਹਿਰੇ ਪਨੂਏ ਪਿੰਡ 'ਚ ਅੰਮ੍ਰਿਤ ਵੇਲੇ 2 ਵਜੇ ਤੋਂ ਬਾਅਦ ਜਿੱਥੇ ਮਹਾਂਪੁਰਸ਼ਾਂ ਦਾ ਆਸਣ ਸੀ ਉੱਥੇ ਨੇੜੇ 1-2 ਸਿੰਘ ਵੀ ਸੀ ਤੇ ਬੜਾ ਪ੍ਰਕਾਸ਼ ਹੋਇਆ, ਚਾਨਣ ਹੋਇਆ ਉਹਨਾਂ ਦੇ ਕਮਰੇ 'ਚ। ਤੇ ਉਸ ਵੇਲੇ ਤਾਂ ਪੁੱਛ ਨਾ ਸਕੇ ਸਿੰਘ, ਦਿਨ ਚੜ੍ਹੇ ਪੁੱਛਿਆ ਜੀ ਤੁਹਾਡੇ ਕਮਰੇ 'ਚ ਬੜਾ ਰੌਸ਼ਨੀ ਹੋਈ ਸੀ, ਬੜਾ ਪ੍ਰਕਾਸ਼ ਹੋਇਆ ਸੀ? ਕਹਿਣ ਲੱਗੇ ਹਾਂ ਜਥੇਦਾਰ ਝੰਡਾ ਸਿੰਘ ਜੀ ਦਾ ਵਿਵਾਨ ਜਾ ਰਿਹਾ ਸੀ ਸੱਚਖੰਡ ਨੂੰ, ਸ਼ਹੀਦ ਸਿੰਘ ਲੈ ਕੇ ਜਾ ਰਹੇ ਸੀ ਤੇ ਉਹਨਾਂ ਨੇ ਇੱਛਾ ਕੀਤੀ ਸੀ ਫਤਿਹ ਬੁਲਾਉਣ ਦੀ, ਤੇ ਇਸ ਕਰਕੇ ਉਹਨਾਂ ਦਾ ਵਿਵਾਨ ਇੱਧਰ ਨੂੰ ਆਇਆ ਸੀ ਤੇ ਉਹ ਫਤਿਹ ਬੁਲਾ ਕੇ ਸੱਚਖੰਡ ਗਏ ਹਨ। ਉਹ ਪ੍ਰਕਾਸ਼ ਇੱਥੇ ਹੋਇਆ ਕਮਰੇ 'ਚ। ਤਾਂ ਸੋ ਇਸ ਪ੍ਰਕਾਰ ਇਉਂ ਪਹਿਲਾਂ ਹੀ ਪਤਾ ਸੀ ਇਹ ਨਾਮ ਨੂੰ ਹਿਰਦੇ 'ਚ ਧਾਰਨ ਕੀਤਾ ਹੋਇਆ ਸੀ ਤੇ ਐਸੀ ਉੱਚੀ ਆਤਮਿਕ ਅਵਸਥਾ ਸੀ, ਉਹਨਾਂ ਨੂੰ ਪਹਿਲਾਂ ਪਤਾ ਲੱਗ ਗਿਆ ਸੀ ਕਿ ਇਉਂ ਉਹਨਾਂ ਨੇ ਚੜ੍ਹਾਈ ਕਰਨੀ ਆ, ਔਰ ਚੜ੍ਹਾਈ ਕਰਨ ਤੋਂ ਬਾਅਦ ਉਹਨਾਂ ਦਾ ਵਿਵਾਨ ਉੱਥੇ ਆ ਕੇ ਉੱਥੋਂ ਹੋ ਕੇ ਜਾਣਾ ਇਤਿਆਦਿਕ। ਇਹ ਨਾਮ ਵਿੱਚ ਕਿੰਨੀਆਂ ਕੁ ਬਰਕਤਾਂ ਹਨ, ਜਿਨ੍ਹਾਂ ਦਾ ਮਨ ਮੰਨ ਗਿਆ ਹੈ, ਉਹਨਾਂ ਦੀ ਉੱਚੀ ਆਤਮਿਕ ਅਵਸਥਾ ਕੀ ਹੈ, ਨਾਮ ਨੂੰ ਮੰਨ ਲੈਣ ਦੀ ਮਹਿਮਾ ਕੀ ਹੈ, ਇਹ ਕਥਨ ਨਹੀਂ ਹੋ ਸਕਦੀ। ਜੇ ਕੋਈ ਕਹਿੰਦਾ ਕਿ ਇੰਨੀ ਕੁ ਹੈ ਤਾਂ ਬਾਅਦ ਵਿੱਚ ਉਹ ਪਛਤਾਉਂਦਾ। ਕਾਗਦ ਕਲਮ ਨਾ ਲਿਖਣਹਾਰ, ਵਿਆਕਰਨ ਦੇ ਅਨੁਸਾਰ ਕਾਗਦ ਦੇ ਦੱਦੇ ਨੂੰ ਜੋ ਸਿਹਾਰੀ ਹੈ, ਇਸ ਕਰਕੇ ਅਰਥ ਬਣਦਾ ਹੈ ਕਿ ਕਿਸੇ ਕਾਗਜ਼ ਉੱਪਰ ਕਲਮ ਦੇ ਨਾਲ ਲਿਖਣਹਾਰ ਭਾਵ ਕੋਈ ਲਿਖਾਰੀ ਹੈ ਨਹੀਂ। ਕਿਸੇ ਵੀ ਕਾਗਜ਼ ਤੇ 1, 2, 4 ਜਾਂ ਸੈਂਕੜੇ ਮਣਾ ਕੁਆਂਟਲ ਕਾਗਜ਼ਾਂ ਦੇ ਉੱਪਰ ਕਲਮਾਂ ਦੇ ਨਾਲ ਲਿਖਣ ਵਾਲੇ ਲਿਖਾਰੀ ਕੋਈ ਐਸੇ ਹੈ ਨਹੀਂ ਵੀ ਜੋ ਨਾਮ ਨੂੰ ਮੰਨ ਲੈਣ ਦੀ ਗਤ ਮਹਿਮਾ ਹੈ, ਨਾਮ ਨੂੰ ਮੰਨ ਲੈਣ ਵਾਲਿਆਂ ਦੀ ਉੱਚੀ ਆਤਮਿਕ ਅਵਸਥਾ ਹੈ, ਉਹ ਕਿਸੇ ਕਾਗਜ਼ਾਂ ਤੇ ਕਲਮਾਂ ਦੇ ਨਾਲ ਲਿਖਾਰੀਆਂ ਵੱਲੋਂ ਲਿਖੀ ਜਾ ਸਕੇ। ਨਾ ਕਾਗਜ਼ ਇੰਨੇ ਹਨ, ਨਾ ਕਲਮਾਂ ਹਨ, ਨਾ ਲਿਖਣ ਵਾਲਾ ਕੋਈ ਲਿਖਾਰੀ ਹੈ।
ਜਿਵੇਂ ਕਬੀਰ ਜੀ ਨੇ ਬਚਨ ਕੀਤਾ, ਕਬੀਰ ਸਾਤ ਸਮੁੰਦ ਹੈ ਮਸ ਕਰੋ, ਕਲਮ ਕਰੋ ਬੰਦਰਾਏ, ਬਸੁਦਾ ਕਾਗਦ ਜਾਓ ਕਰੋ, ਹਰ ਜਸ ਲਿਖਣ ਨਾ ਜਾਏ। ਇਸੇ ਤਰ੍ਹਾਂ ਦਸਮ ਪਾਤਸ਼ਾਹ ਨੇ ਬਚਨ ਕੀਤਾ, ਕਾਗਦ ਦੀਪ ਸਭੈ ਕਰਕੇ ਰਸਾਤ ਸਮੁੰਦਰਨ ਕੀ ਮਸ ਕਹਿ ਹੋ, ਕਾਟ ਬਨਾਸਪਤੀ ਸਿਗਰੀ ਲਿਖਬੇ ਹੂੰ ਕੇ ਲੇਖਨ ਕਾਜ ਬਨੈ ਹੋ, ਸਾਰ ਸੁਤੀ ਬਖਤਾ ਕਰਕੇ ਜੁਗਕੂਟ ਗਣੇਸ਼ ਕੇ ਹੱਥ ਲਿਖੈ ਹੋ, ਕਾਲ ਕਿਰਪਾਨ ਬਿਨਾ ਬਿਨਤੀ ਨਾ ਤਉ ਤੁਮ ਕੋ ਪ੍ਰਭ ਨਾਇਕ ਰਜੈ ਹੋ। ਹਜ਼ੂਰ ਕਹਿੰਦੇ ਨੇ ਸਮੁੰਦਰਾਂ ਵਿੱਚ ਘਿਰੀ ਹੋਈ ਜਿਹੜੀ ਧਰਤੀ, 7 ਦੀਪ ਮੰਨੇ ਨੇ ਮਾਤ ਲੋਕ ਤੇ, ਇਹ ਸਾਰੀ ਧਰਤੀ ਨੂੰ ਜੇ ਕਾਗਜ਼ ਬਣਾ ਲਈਏ ਔਰ 7 ਸਮੁੰਦਰਾਂ ਦੇ ਪਾਣੀ ਨੂੰ ਸਿਆਹੀ ਬਣਾ ਲਈ ਜਾਏ, ਔਰ ਇਸ ਤਰ੍ਹਾਂ ਸਾਰੀ ਜਿਹੜੀ ਬਨਾਸਪਤੀ ਹੈ, ਬਿਰਸ਼ ਬੂਟੇ ਕੱਟ ਕੱਟ ਕੇ ਘੜ ਘੜ ਕੇ ਕਲਮਾਂ ਬਣਾ ਲਈਆਂ ਜਾਣ, ਤੇ ਜਸ ਬੋਲਣ ਵਾਲੀ ਹੋਵੇ ਆਪ ਖੁਦ ਸਾਰਸੁਤ ਸੁਰਸਤੀ ਦੇਵੀ। ਵਿਦਵਾਨਾਂ ਨੇ ਕਲਪਤ ਤੌਰ ਤੇ ਮੰਨੀ ਹੈ ਕਿ ਇੱਕ ਦੇਵੀ ਹੈ ਸੁਰਸਤੀ, ਜਿਹਦੀ ਜੀਭ ਤੇ ਉਹਦਾ ਵਾਸਾ ਹੋ ਜਾਏ, ਉਹਨੂੰ ਵਿਦਿਆ ਬੜੀ ਫੁਰਦੀ ਆ, ਕਵਿਤਾ ਬੜੀ ਫੁਰਦੀ ਆ, ਉਹ ਬੜਾ ਵਿਦਵਾਨ ਬਣ ਜਾਂਦਾ ਤੇ ਉਹਦੀ ਰਸਨਾ 'ਚ ਰਸ ਬਹੁਤ ਹੁੰਦਾ। ਹਜ਼ੂਰ ਕਹਿੰਦੇ ਨੇ ਜੇ ਸੁਰਸਤੀਆਂ ਦੇਵੀਆਂ ਅਨੇਕਾਂ ਰੂਪ ਧਾਰ ਰਹਿਣ ਵਾਹਿਗੁਰੂ ਦੇ ਜਸ ਨੂੰ ਬੋਲਣ ਵਾਸਤੇ, ਤੇ ਗਣੇਸ਼ ਨੂੰ ਸਭ ਤੋਂ ਵੱਡਾ ਲਿਖਾਰੀ ਮੰਨਿਆ, ਯੁਗ ਕੋਟ ਭਾਵ ਕਰੋੜਾਂ ਕਰੋੜਾਂ ਗਣੇਸ਼ ਰੂਪ ਧਾਰ ਲੈਣ ਵਾਹਿਗੁਰੂ ਦੇ ਜਸ ਨੂੰ ਲਿਖਣ ਵਾਸਤੇ, ਤਾਂ ਵੀ ਇਹ ਕਾਲ ਦਾ ਵੀ ਕਾਲ ਕਰਨ ਵਾਲੇ ਖੜਗਧਾਰੀ ਵਾਹਿਗੁਰੂ, ਕਾਲ ਕਿਰਪਾਨ ਬਿਨਾ ਬਿਨਤੀ, ਬੇਨਤੀ ਕੀਤੀ ਤੋਂ ਬਗੈਰ ਮਹਾਰਾਜ ਤੁਹਾਨੂੰ ਥੋੜ੍ਹੇ ਮਾਤਰ ਵੀ ਕੋਈ ਪ੍ਰਸੰਨ ਨਹੀਂ ਕਰ ਸਕਦਾ, ਕਿਉਂਕਿ ਜਸ ਤੁਹਾਡਾ ਮੁੱਕਣ ਵਾਲਾ ਹੀ ਨਹੀਂ। ਏਡਾ ਵੱਡਾ ਜਸ ਹੈ ਕਿ ਲਿਖਿਆ ਨਹੀਂ ਜਾ ਸਕਦਾ। ਤੇ ਜਿਨ੍ਹਾਂ ਨੇ ਐਸੇ ਵਾਹਿਗੁਰੂ ਦੇ ਨਾਮ ਨੂੰ ਮਨ ਵਿੱਚ ਮੰਨ ਲਿਆ, ਦ੍ਰਿੜ ਕਰ ਲਿਆ ਤੇ ਨਾਮ ਨਾਲ ਜੁੜੇ ਹੋਏ ਨੇ, ਸਾਰੀਆਂ ਵਸਤੂਆਂ ਤੋਂ ਉੱਚਾ ਜਾਣਿਆ, ਰਤਨ ਵਰਗਾ ਮੋਲਕ ਸਮਝਿਆ ਹੈ, ਤੇ ਹੋਰ ਗੱਲਾਂ ਨੂੰ, ਜਿਵੇਂ ਸੰਤ ਸੁੰਦਰ ਸਿੰਘ ਜੀ ਆਮ ਮਹਾਰਾਜ ਸਾਹਿਬ ਦੀ ਬਾਣੀ ਦਾ ਬਚਨ ਪੜ੍ਹਿਆ ਕਰਦੇ ਸੀ, ਗਾਲੀ ਅੱਲ ਪਲਾਲੀਆਂ ਕੰਮ ਨਾ ਵਹਿ ਮਿੱਤ, ਉਹਨਾਂ ਦੇ ਲਾਗੇ ਉੱਚੀ ਉੱਚੀ ਕੋਈ ਬੋਲ ਨਹੀਂ ਸੀ ਸਕਦਾ, ਦੁਨਿਆਵੀ ਗੱਲਾਂ ਨਹੀਂ ਸੀ ਕੋਈ ਕਰ ਸਕਦਾ। ਸੰਤ ਬਿਸ਼ਨ ਸਿੰਘ ਮੁਰਾਲੇ ਵਾਲੇ ਸਾਲ ਵਿੱਚੋਂ ਕੁਝ ਮਹੀਨੇ ਅੰਮ੍ਰਿਤ ਵੇਲੇ ਉਹ ਕਥਾ ਕਰਿਆ ਕਰਦੇ ਸੀ, ਤੇ 3 ਘੰਟੇ ਕਥਾ ਕਰਦੇ ਸੀ। ਜਦੋਂ ਆਪਣੀ ਝੌਂਪੜੀ ਵਿੱਚੋਂ ਨਿਕਲ ਕੇ ਉਹ ਕਥਾ ਕਰਨ ਲਈ ਆਉਂਦੇ ਸੀ ਗੁਰਦੁਆਰਾ ਸਾਹਿਬ ਵੱਲ ਨੂੰ, ਤੇ ਰਸਤੇ 'ਚ ਵੇਖ ਲੈਣ ਕਿਸੇ ਨੂੰ ਗੱਲਾਂ ਕਰਦਾ, ਕੋਈ ਬੋਲਦੇ, ਕੋਈ ਰੌਲਾ ਪੈਂਦਾ, ਸੰਗਤਾਂ ਵਿੱਚ ਗੱਲਬਾਤ ਹੁੰਦੀ ਵੇਖ ਲੈਂਦੇ ਸੀ, ਤੇ ਉਹ ਕਹਿੰਦੇ ਕਿਸੇ ਨੂੰ ਕੁਛ ਨਹੀਂ ਸੀ, ਪਿਛਾਂ ਨੂੰ ਮੁੜ ਜਾਂਦੇ ਸੀ। ਫਿਰ ਉਹਨਾਂ ਦੇ ਪਿੱਛੇ ਜਾਣਾ ਕੁਝ ਪ੍ਰੇਮੀਆਂ ਨੇ, ਵੀ ਤੁਸੀਂ ਅੱਜ ਕਥਾ ਨਹੀਂ ਜੀ ਸੁਣਾਉਣੀ, ਤਾਂ ਉਹਨਾਂ ਕਹਿਣਾ ਵੀ ਕਥਾ ਦੇ ਅਧਿਕਾਰੀ ਬਣਨਾ ਪੈਂਦਾ, ਤਾਂ ਤੁਹਾਨੂੰ ਕਥਾ ਅਸੀਂ ਸੁਣਾ ਸਕਦੇ ਹਾਂ। ਤੁਹਾਡੇ ਮਨ ਅੰਦਰ ਸ਼ਰਧਾ ਨਹੀਂ, ਗੁਰਦੁਆਰਾ ਸਾਹਿਬ ਆ ਕੇ ਤੁਸੀਂ ਰੌਲਾ ਪਾ ਰਹੇ ਹੋ, ਬੋਲ ਰਹੇ ਹੋ, ਦੁਨਿਆਵੀ ਗੱਲਾਂ ਕਰ ਰਹੇ ਹੋ। ਮਹਾਰਾਜ ਸਾਹਿਬ ਤੇ ਨਾਮ ਨੂੰ ਵੱਡਾ ਕਹਿੰਦੇ ਨੇ, ਨਾਮ ਦੀ ਤੁਹਾਨੂੰ ਅਹਿਮੀਅਤ ਦਾ, ਮਹਿਮਾ ਦਾ ਪਤਾ ਨਹੀਂ, ਤੁਸੀਂ ਕਦਰ ਨਹੀਂ ਕਰਦੇ। ਇਸ ਕਰਕੇ ਜਿੱਥੇ ਕਦਰ ਹੋਵੇ ਉੱਥੇ ਹੀ ਕਥਾ ਸੁਣਨੀ ਚਾਹੀਦੀ ਹੈ। ਮਸਾਂ ਤਰਲੇ ਕਰ ਕਰਕੇ ਸੰਗਤ ਨੇ ਮਨਾ ਕੇ ਲਿਆਉਣਾ। ਇਸ ਕਰਕੇ ਸੰਗਤ ਵਿੱਚ ਵੀ ਇਹ ਪ੍ਰਭਾਵ ਸੀ ਕਿ ਮਹਾਂਪੁਰਸ਼ ਗੱਲਾਂ ਕਰਨ ਕਰਕੇ ਪ੍ਰਸੰਨ ਨਹੀਂ ਹੁੰਦੇ, ਅਸੀਂ ਆਉਂਦਿਆਂ ਨੂੰ ਨਾਮ ਜਪਦੇ ਹੋਈਏ ਤੇ ਜੁੜੇ ਹੋਈਏ ਨਾਮ ਨਾਲ, ਫਿਰ ਉਹ ਅੰਮ੍ਰਿਤ ਰੂਪ ਕਥਾ ਸੁਣਾਉਣਗੇ। ਇਸ ਪ੍ਰਕਾਰ ਨਾਮ ਦੀ ਹੀ ਕਥਾ ਹੈ। ਇਉਂ ਗੁਰੂ ਕੇ ਪਿਆਰਿਓ, ਹਜ਼ੂਰ ਕਹਿ ਰਹੇ ਨੇ ਕਿ ਕਾਗਜ਼ ਕਲਮ ਤੇ ਲਿਖਣਹਾਰ ਲਿਖਾਰੀ ਕੁਝ ਹੈ ਨਹੀਂ। ਕਾਗਜ਼ਾਂ ਦੇ ਉੱਤੇ ਕਲਮਾਂ ਦੇ ਨਾਲ ਜਿਹੜਾ ਲਿਖ ਦੇਵੇ ਕਿ ਇੰਨੀ ਕੁ ਮਹਿਮਾ ਹੈ। ਮੰਨੇ ਕਾ ਬਹਿ ਕਰਨ ਵਿਚਾਰ, ਮੰਨੇ ਕਾ ਇੱਥੇ ਵਿਸ਼ਰਾਮ। ਹਜ਼ੂਰ ਕਹਿੰਦੇ ਨੇ ਨਾਮ ਨੂੰ ਮੰਨ ਲੈਣ ਵਾਲਿਆਂ ਬਾਰੇ ਬਹਿ ਬਹਿ ਕੇ ਸਿਆਣੇ ਲੋਕ ਵਿਚਾਰਾਂ ਜ਼ਰੂਰ ਕਰਦੇ ਨੇ। ਪਰਮਾਤਮਾ ਦਾ ਜਸ ਮੁੱਕਣ ਵਾਲਾ ਨਹੀਂ, ਪਰ ਇਹਦਾ ਅਰਥ ਇਹ ਨਹੀਂ ਵੀ ਫਿਰ ਉਚਾਰੀਏ ਨਾ, ਲਿਖੀਏ ਨਾ, ਗਾਈਏ ਨਾ। ਜਸ ਤਾਂ ਅਕਥ ਹੈ, ਪਰ ਪਰਮਾਤਮਾ ਬਾਰੇ ਉਹਦਾ ਨਾਮ ਵੀ ਜਪਣਾ ਚਾਹੀਦਾ, ਉਹਦਾ ਜਸ ਵੀ ਗਾਇਨ ਕਰਨਾ, ਸੁਣਨਾ ਚਾਹੀਦਾ, ਤੇ ਵਾਹਿਗੁਰੂ ਬਾਰੇ ਵਿਚਾਰਾਂ ਵੀ ਕਰਨੀਆਂ ਚਾਹੀਦੀਆਂ ਹਨ। ਤੇ ਜਿਨ੍ਹਾਂ ਨੇ ਨਾਮ ਨੂੰ ਸੁਣ ਕੇ ਮੰਨ ਲਿਆ, ਧਾਰਨ ਕੀਤਾ, ਉਹਨਾਂ ਦੀ ਜਿਹੜੀ ਮਹਿਮਾ ਹੈ, ਇਸ ਕਰਮ ਦੀ ਮਹਿਮਾ ਨਾ, ਜੇ ਕਿਸੇ ਸੰਤ ਮਹਾਤਮਾ ਦੀ ਵੀ ਵਡਿਆਈ ਕੀਤੀ ਜਾਂਦੀ ਹੈ ਉਹਨਾਂ ਦੇ ਗੁਣਾਂ ਕਰਕੇ, ਅਸਲੀਅਤ ਵਿੱਚ ਜੋ ਵਾਪਰਿਆ ਉਹਨਾਂ ਦੇ ਜੀਵਨ ਵਿੱਚ ਜੋ ਕੀਤੀ ਜਾਂਦੀ ਹੈ, ਤੇ ਉਹ ਵੀ ਵਾਹਿਗੁਰੂ ਦੀ ਮਹਿਮਾ ਹੈ। ਬਚਨ ਹੈ, ਜੋ ਹਰਦਾਸਨ ਕੀ ਉਸਤਤ ਹੈ, ਸਾ ਹਰ ਕੀ ਵਡਿਆਈ, ਹਰ ਆਪਣੀ ਵਡਿਆਈ ਭਾਵ ਦੀ ਜਨਕਾ ਜੈਕਾਰ ਕਰਾਈ। ਐਸੀਆਂ ਵਿਚਾਰਾਂ ਤਾਂ ਬਹਿ ਬਹਿ ਕੇ ਗੁਰਮੁਖ ਪਿਆਰੇ ਕਰਦੇ ਹੀ ਨੇ।
ਜਿਵੇਂ ਬਚਨ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਭਈ ਸ਼ੈਲ ਲੰਘਨ ਦੇ ਪਾਰ ਗੋਰੀ ਮਨ ਧੀਰਿਆ। ਸ਼ੈਲ ਨੌਜਵਾਨ ਗੱਭਰੂਆਂ ਨੂੰ ਕਹਿੰਦੇ ਨੇ ਤੇ ਗੋਰੀ ਨੌਜਵਾਨ ਲੜਕੀਆਂ ਨੂੰ ਕਹਿੰਦੇ ਨੇ। ਇੱਕ ਦਰਿਆ ਸੀ ਜਾਂ ਨਦੀ ਸੀ, ਉਹਦੇ ਕਿਨਾਰੇ ਤੇ ਇੱਕ ਪਾਸੇ ਨੌਜਵਾਨ ਗੱਭਰੂ ਲੜਕੇ ਖੜੇ ਸੀ ਤੇ ਇੱਕ ਪਾਸੇ ਲੜਕੀਆਂ ਵੀ ਖੜੀਆਂ ਸੀ, ਤੇ ਉਹ ਡਰਦੀਆਂ ਸਨ ਕਿ ਵਿੱਚ ਜੇ ਠਿੱਲ ਪਈਆਂ ਤੇ ਅਸੀਂ ਡੁੱਬ ਨਾ ਜਾਈਏ, ਪਾਰ ਲੰਘਿਆ ਜਾਏ ਕਿ ਨਾ। ਔਰ ਜਿਹੜੇ ਸ਼ੈਲ ਨੌਜਵਾਨ ਸੀ ਉਹਨਾਂ ਮਾਰੀਆਂ ਛਾਲਾਂ ਤੇ ਤਰ ਦੇ ਬੰਨੇ ਲੱਗ ਗਏ। ਉਹਨਾਂ ਨੂੰ ਬੰਨੇ ਲੱਗਦਿਆਂ ਵੇਖ ਕਰਕੇ ਉਹਨਾਂ ਮੁਟਿਆਰਾਂ ਦੇ ਮਨ ਅੰਦਰ ਵੀ ਇਹ ਧੀਰਜ ਆ ਗਈ ਵੀ ਅਸੀਂ ਵੀ ਨੌਜਵਾਨ ਹਾਂ, ਜੇ ਉਹ ਬੰਨੇ ਲੱਗ ਗਏ ਤੇ ਅਸੀਂ ਵੀ ਲੱਗ ਸਕਦੀਆਂ। ਉਹਨਾਂ ਵੀ ਹੌਸਲਾ ਕੀਤਾ, ਮਾਰੀਆਂ ਛਾਲਾਂ, ਠਿੱਲ ਪਈਆਂ ਤੇ ਬੰਨੇ ਲੱਗ ਗਈਆਂ। ਠੀਕ ਇਸੇ ਤਰ੍ਹਾਂ ਰੱਬ ਦੇ ਪਿਆਰਿਆਂ ਦਾ ਜਿਹੜਾ ਜੀਵਨ ਹੈ, ਵਿਚਾਰ ਕਰਨ ਦਾ ਮਤਲਬ ਇਹ ਹੈ ਕਿ ਸਾਨੂੰ ਵੀ ਪ੍ਰੇਰਨਾ ਮਿਲਦੀ ਹੈ, ਕਿਉਂਕਿ ਉਹਨਾਂ ਦੇ ਸਰੀਰ ਵੀ ਪੰਜਾਂ ਤੱਤਾਂ ਦੇ ਸਾਡੇ ਵਰਗੇ ਮਨੁੱਖਾਂ ਦੇ ਹੀ, ਤੇ ਸਾਡੇ ਸਰੀਰ ਵੀ ਪੰਜਾਂ ਤੱਤਾਂ ਦੇ, ਅਸੀਂ ਵੀ ਮਨੁੱਖ ਹਾਂ। ਜਿਹੜੀ ਕਰਤੂਤ ਉਹਨਾਂ ਕੀਤੀ ਹੈ, ਜਿਹੜਾ ਕਰਮ ਉਹਨਾਂ ਕੀਤਾ, ਉਹਦੀ ਤਾਂ ਰੀਸ ਕਰਨੀ ਚਾਹੀਦੀ ਹੈ। ਆਮ ਤੌਰ ਤੇ ਕਿਸੇ ਮਹਾਤਮਾ ਬਾਰੇ ਕੋਈ ਗੱਲ ਕੀਤੀ ਜਾਏ ਤੇ ਸੁਣਨ ਵਾਲੇ ਕਹਿੰਦੇ ਨੇ ਜੀ ਉਹ ਤਾਂ ਸੰਤ ਸੀ, ਉਹਨਾਂ ਦੀ ਰੀਸ ਥੋੜ੍ਹਾ ਅਸੀਂ ਕਰ ਸਕਦੇ ਹਾਂ। ਉਹਨਾਂ ਵਾਂਗ ਲਿਬਾਸ ਧਾਰ ਕੇ ਮੱਥੇ ਟਿਕਾਉਣ ਦੀ ਰੀਸ ਤਾਂ ਨਹੀਂ ਕਰਨੀ ਚਾਹੀਦੀ। ਇੱਛਾ ਰੱਖੀਏ ਵੀ ਉਹ ਸੰਤਾਂ ਦਾ ਸਤਿਕਾਰ ਹੁੰਦਾ ਸੀ, ਪੂਜਾ ਹੁੰਦੀ ਸੀ, ਲੋਕ ਸੇਵਾ ਕਰਦੇ ਸੰਤ, ਅਸੀਂ ਵੀ ਸੰਤ ਬਣ ਬਈਏ, ਇਹ ਕੰਮ ਤਾਂ ਹੈ ਗਲਤ। ਕਿਉਂਕਿ ਸਾਧੂਆਂ ਸੰਤਾਂ ਦੇ ਭੇਖ ਵਿੱਚ ਠੱਗ ਦੁਨੀਆ ਦੇ ਬੜੇ ਬਣੇ ਅਨੇਕਾਂ ਹੀ ਨੇ। ਕਿਉਂਕਿ ਜੋ ਮਹਿੰਗੀ ਧਾਤ ਹੁੰਦੀ, ਮਹਿੰਗੀ ਵਸਤੂ, ਉਹਦੀ ਨਕਲ ਤਾਂ ਬਹੁਤ ਵੱਡੀ ਗਿਣਤੀ 'ਚ ਹੋਏਗੀ ਲੋਕਾਂ ਨੂੰ ਠੱਗਣ ਵਾਸਤੇ। ਜਿਵੇਂ ਨੋਟ ਹੀ ਹਨ, ਰੁਪਈਏ ਜਾਂ ਡਾਲਰ ਨੇ, ਇਹਨਾਂ ਵਰਗੇ ਨਕਲੀ ਤਾਂ ਹੀ ਛਾਪੇ ਜਾਂਦੇ ਕਿਉਂਕਿ ਇਹਨਾਂ ਨਾਲ ਬੜਾ ਕੁਝ ਖਰੀਦਿਆ ਜਾਂਦਾ, ਔਰ ਜਿਹਦੇ ਕੋਲ ਧਨ ਹੈ ਉਹਦੀ ਜੈ-ਜੈਕਾਰ ਹੈ ਸੰਸਾਰ ਵਿੱਚ। ਇਸ ਕਰਕੇ ਨਕਲੀ ਨੋਟ ਬਣੇ। ਸੋਨਾ ਮਹਿੰਗੀ ਧਾਤ ਹੈ ਤੇ ਸੋਨੇ ਵਰਗੇ ਨਕਲੀ ਗਹਿਣੇ ਬਣੇ। ਲੋਹੇ ਦੀ ਤਾਂ ਕੋਈ ਨਕਲ ਨਹੀਂ ਕਰਦਾ, ਲੋਹਾ ਤਾਂ ਲੋਹਾ ਹੈ, ਸੋਨੇ ਦੀ ਨਕਲ ਕੀਤੀ ਜਾਂਦੀ ਹੈ। ਇਸ ਪ੍ਰਕਾਰ ਉਹ ਕੰਮ ਤਾਂ ਗਲਤ ਹੈ। ਪਰ ਜਿਸ ਤਰ੍ਹਾਂ ਰੱਬ ਦੇ ਪਿਆਰਿਆਂ ਨੇ ਕਮਾਈ ਕੀਤੀ, ਔਗਣ ਤਿਆਗੇ, ਸ਼ੁਭ ਗੁਣ ਧਾਰਨ ਕੀਤੇ, ਨਿੰਦਿਆ, ਚੁਗਲੀ, ਵੈਰ, ਵਿਰੋਧ, ਪੰਜਾਂ ਵਿਕਾਰਾਂ ਤੋਂ ਬਚ ਕੇ ਰਹੇ, ਸਿਮਰਨ ਕੀਤਾ, ਸੇਵਾ ਕੀਤੀ, ਪ੍ਰਾਣੀ ਮਾਤਰ ਦੀ ਪਰਉਪਕਾਰ ਕੀਤੇ, ਉਹ ਰੀਸ ਤਾਂ ਕਰਨੀ ਚਾਹੀਦੀ ਹੈ ਨਾ, ਉਸ ਰਸਤੇ ਤੇ ਚੱਲਣਾ ਚਾਹੀਦਾ। ਸੋ ਇਸ ਪ੍ਰਕਾਰ ਇਹ ਮਾਰਗ ਹੈ ਪਰਮਾਰਥ ਦਾ, ਤੇ ਇਸ ਕਰਕੇ ਗੁਰਮੁਖ ਪਿਆਰੇ ਮਨ ਲੈਣ ਵਾਲਿਆਂ ਦੀ ਵਿਚਾਰ ਬੈਠ ਕੇ ਕਰਦੇ ਨੇ। ਐਸਾ ਨਾਮ ਨਿਰੰਜਨ ਹੋਏ। ਐਸਾ ਵਾਹਿਗੁਰੂ ਜੀ ਦਾ ਨਾਮ ਨਿਰੰਜਨ, ਕਾਲਖ ਤੋਂ ਰਹਿਤ ਹੈ। ਪਰਮਾਤਮਾ ਜੋ ਨਿਰੰਜਨ ਹੈ, ਸ਼ੁੱਧ ਸਰੂਪ, ਉਸ ਦਾ ਨਾਮ ਵੀ ਐਸਾ ਹੀ ਨਿਰੰਜਨ ਹੈ, ਸ਼ੁੱਧ ਹੈ। ਉਹਦੇ ਵਿੱਚ ਮਾਇਆ ਦਾ ਪ੍ਰਭਾਵ ਨਹੀਂ ਰਹਿ ਜਾਂਦਾ। ਜਿਸ ਦੇ ਹਿਰਦੇ 'ਚ ਨਾਮ ਵਸ ਜਾਏ ਉਹ ਵੀ ਮਾਇਆ ਤੋਂ ਪਰੇ ਹੋ ਜਾਂਦਾ, ਨਿਰੰਜਨ ਦਾ ਸਰੂਪ ਹੋ ਜਾਂਦਾ। ਐਸਾ ਹੈ ਨਾਮ ਵਾਹਿਗੁਰੂ ਦਾ ਕਿ ਨਾਮ ਨੂੰ ਮੰਨ ਲੈਣ ਵਾਲਾ, ਨਾਮ ਨੂੰ ਧਾਰਨ ਕਰਨ ਵਾਲਾ ਨਿਰੰਜਨ ਹੋਏ, ਪ੍ਰਮਾਤਮਾ ਵਰਗਾ ਹੀ ਹੋ ਜਾਂਦਾ ਹੈ। ਜੇ ਕੋ ਮਨ ਜਾਣੈ ਮਨ ਕੋਏ, ਪਰ ਜੇ ਕੋਈ ਆਪਣੇ ਮਨ ਹੀ ਮਨ ਅੰਦਰ ਮੰਨ ਲਵੇ ਫਿਰ ਉਹ ਜਾਣਦਾ। ਜੇ ਕੋਈ ਮਨ ਦੇ ਅੰਦਰ ਮੰਨ ਲਵੇ ਤੇ ਫਿਰ ਉਹ ਮਹਿਮਾ ਨੂੰ ਜਾਣ ਲੈਂਦਾ ਹੈ। ਅਗਲੀ ਪੌੜੀ ਵਿੱਚ ਸਤਿਗੁਰੂ ਹੋਰ ਖੁਲਾਸਾ ਕਰਦੇ ਹਨ। ਮੰਨੈ ਸੁਰਤ ਹੋਵੈ ਮਨ ਬੁੱਧ। ਪਹਿਲੀ ਪੌੜੀ 'ਚ ਮੰਨੇ ਕੀ ਗਤ, ਮੰਨੇ ਕਾ ਬਹਿ ਕਰਨ ਵਿਚਾਰ, ਇੱਕ ਇੱਕ ਲਾਂ ਆਈ ਸੀ। ਇੱਥੇ ਹੁਣ ਮੰਨੇ ਦੇ ਉੱਪਰ ਦੋ ਲਾਵਾਂ, ਨੰਨੇ ਉੱਪਰ। ਹਜ਼ੂਰ ਕਹਿੰਦੇ ਨੇ ਜਿਹੜਾ ਮੰਨ ਲੈਂਦਾ ਹੈ, ਮੰਨ ਲੈਣ ਵਾਲੇ ਦੇ ਮਨ ਤੇ ਬੁੱਧ ਦੇ ਅੰਦਰ ਸੁਰਤ ਪੈਦਾ ਹੁੰਦੀ ਹੈ, ਸ਼ਬਦ ਨਾਲ ਜੁੜਨ ਵਾਲੀ ਸੁਰਤ। ਬੁੱਧੀ ਸਾਰਿਆਂ ਦੇ ਅੰਦਰ, ਅਸੀਂ ਸੰਸਾਰੀ ਜੀਵ ਜਿੰਨੇ ਵੀ ਹਾਂ ਸਾਰੇ ਬੁੱਧੀ ਵਾਲੇ ਹਾਂ। ਪਰ ਜਿਹੋ ਜੀ ਬੁੱਧ ਲੈ ਕੇ ਕੋਈ ਪੈਦਾ ਹੋਇਆ, ਇਸ ਬੁੱਧ ਨੂੰ ਤਿੱਖੀ ਕਰਨ ਵਾਸਤੇ ਕੋਈ ਵਿਦਿਆ ਪੜ੍ਹ ਲਵੇ, ਕੁਛ ਕਰ ਲਵੇ, ਬੁੱਧ ਤਿੱਖੀ ਤਾਂ ਹੋ ਜਾਏਗੀ ਪਰ ਬਦਲੇਗੀ ਨਹੀਂ। ਬੁੱਧ ਵਿਸ਼ੇ ਵਿਸ਼ੈਣੀ, ਬੁੱਧ ਸੰਸਾਰਾਕਾਰ, ਬੁੱਧ ਵਿਹਾਰਾਕਾਰ, ਇਹ ਵੱਖਰੀ ਵੱਖਰੀ ਬੁੱਧ ਲੈ ਕੇ ਜੀਵ ਪੈਦਾ ਹੁੰਦੇ ਨੇ। ਤੇ ਮਨ ਵੀ ਵੱਖਰੇ ਵੱਖਰੇ ਸਭ ਦੇ, ਮਨਾਂ ਅੰਦਰ ਅਵਸਥਾ ਵੱਖਰੀ ਵੱਖਰੀ ਹੈ। ਮਨ ਸਭ ਦੇ ਅੰਦਰ ਹੈ, ਪਰ ਮਨ ਦਾ ਸਰੂਪ ਕੀ ਹੈ? ਸੰਕਲਪੋ ਵਿਕਲਪੋ ਵਾ ਮਨਾ। ਜਿਹੜੇ ਸੰਕਲਪ ਚੰਗੇ ਫੁਰਨਿਆਂ ਦਾ ਨਾਮ ਹੈ ਤੇ ਵਿਕਲਪ ਬੁਰੇ ਫੁਰਨਿਆਂ ਦਾ ਨਾਮ। ਜੋ ਫੁਰਨੇ ਫੁਰਦੇ ਹਨ, ਇਹੀ ਮਨ ਦਾ ਸਰੂਪ ਹੈ। ਹੋਰ ਮਨ ਦਾ ਕੋਈ ਰੂਪ ਨਹੀਂ ਵੇਖਿਆ ਜਾ ਸਕਦਾ। ਸਰੀਰ ਦਿਸਦਾ ਹੈ, ਇਹਦੇ ਵਿੱਚ ਨਾੜਾਂ ਵੀ ਕਈ ਕੁਛ ਡਾਕਟਰ ਚੀਰ ਫਾੜ ਕਰਕੇ ਬੜਾ ਕੁਛ ਦੱਸ ਦੇਣਗੇ, ਪਰ ਨਾ ਮਨ ਨੂੰ ਦੱਸ ਸਕਦੇ ਨੇ ਵੀ ਕਿਹੋ ਜਿਹਾ, ਨਾ ਬੁੱਧੀ ਨੂੰ, ਨਾ ਸਾਡੇ ਚਿੱਤ ਨੂੰ,
ਨਾ ਸਾਡੇ ਅਹੰਕਾਰ ਨੂੰ, ਯਾਨੀ ਇਹ ਚਾਰ ਚੀਜ਼ਾਂ ਦਾ ਜਿਹੜਾ ਚੁਤਸ਼ਟੇ ਅੰਤਸ਼ਕਰਣ, ਇਹਦੇ ਬਾਰੇ ਉਹ ਨਹੀਂ ਕੁਝ ਦੱਸ ਸਕਦੇ। ਨਾ ਆਤਮਾ ਹੀ ਲੱਭ ਸਕਦੇ ਹਨ, ਅਜੇ ਤੱਕ ਸਰੀਰ ਵਿੱਚੋਂ ਉਹ ਲੱਭ ਨਹੀਂ ਸਕੇ। ਕਹਿੰਦੇ ਨੇ ਕਿ ਇਹਨਾਂ ਅਮਰੀਕਾ ਵਾਲਿਆਂ ਨੇ ਇੱਕ ਵਾਰੀ ਪਹਿਲਾਂ ਕੋਈ ਬੰਦਾ ਮਰਨ ਵਾਲਾ ਸੀ, ਉਹਨੂੰ ਸ਼ੀਸ਼ੇ ਦੇ ਸੰਦੂਕ ਜਿਹਾ ਬਣਾ ਕੇ ਤੇ ਉਹਦੇ ਵਿੱਚ ਉਹਨਾਂ ਬੰਦ ਕਰ ਦਿੱਤਾ। ਪਰ ਜਿਸ ਵੇਲੇ ਇਹ ਵੇਖਣਾ ਚਾਹੁੰਦੇ ਸੀ ਵੀ ਜਦੋਂ ਬੰਦਾ ਮਰਦਾ ਦੇ ਵਿੱਚੋਂ ਕੀ ਨਿਕਲਦਾ, ਤਾਂ ਉਹ ਰੁਪਈਏ ਕਿ ਜਿੰਨਾ ਸ਼ੀਸ਼ਾ ਟੁੱਟਾ ਤੇ ਕੁਝ ਨਿਕਲ ਗਿਆ, ਇਹ ਨਹੀਂ ਲੱਭ ਸਕੇ। ਫਿਰ ਦੋ ਬੰਦੇ ਇਕੱਠੇ ਇਹਨਾਂ ਨੇ ਮਰਨ ਵਾਲੇ ਸੀ ਤੇ ਇਕੱਠੇ ਇਹਨਾਂ ਸ਼ੀਸ਼ੇ ਵਿੱਚ ਬੰਦ ਕੀਤੇ। ਫਿਰ ਇੱਕ ਦੇ ਪੈਰਾਂ ਵੱਲੋਂ ਇੱਕ ਹਰਾ ਜਿਹਾ ਧੂੰਆਂ ਜਿਹਾ ਨਿਕਲ ਕੇ ਦੂਜੇ ਦੇ ਸਿਰ ਵੱਲ ਨੂੰ ਜਦੋਂ ਹੋਇਆ ਤੇ ਫਿਰ ਉਹ ਰੁਪਈਏ ਕਿ ਜਿੰਨਾ, ਜਿਵੇਂ ਉਹ ਚਾਂਦੀ ਦਾ ਰੁਪਈਆ ਹੁੰਦਾ, ਠੀਪਾ ਜਿਹਾ ਸਿੱਕਾ ਰੁਪਈਏ ਦਾ, ਉਹਨਾਂ ਸ਼ੀਸ਼ਾ ਟੁੱਟ ਕੇ ਤੇ ਉਹ ਆਤਮਾ ਨਿਕਲ ਗਈਆਂ। ਸੋ ਇਸ ਪ੍ਰਕਾਰ ਉਹਨੂੰ ਨਹੀਂ ਵੇਖ ਸਕਦੇ, ਨਹੀਂ ਫੜੀ ਜਾ ਸਕਦੀ। ਤੇ ਇਸ ਪ੍ਰਕਾਰ ਹੀ ਇਹ ਜਿਹੜੀਆਂ ਸੂਖਮ ਚੀਜ਼ਾਂ ਹਨ, ਮਨ ਵੀ, ਬੁੱਧ ਵੀ, ਸੁਰਤ ਵੀ, ਇਹ ਸਾਰਾ ਕੁਝ ਸੂਖਮ ਹੈ। ਤੇ ਨਾਮ ਨੂੰ ਮੰਨ ਲੈਣ ਵਾਲਾ ਜਿਹੜਾ ਹੈ, ਜੋ ਮੰਨਦਾ ਹੈ, ਦ੍ਰਿੜ ਕਰ ਲੈਂਦਾ ਹੈ, ਉਹਦੇ ਅੰਦਰ ਮਨ ਤੇ ਬੁੱਧੀ ਦੇ ਅੰਦਰ ਸੁਰਤ ਭਾਵ ਜਾਗ, ਮਨ ਅੰਦਰ ਜਾਗਰਤਾ ਆ ਜਾਂਦੀ ਹੈ। ਹੁਣ ਅਸੀਂ ਸੁੱਤੇ ਹੋਏ ਹਾਂ, ਅਸੀਂ ਆਪਣੇ ਆਪ ਨੂੰ ਜਾਗਦੇ ਹੋਏ ਸਮਝਦੇ ਹਾਂ। ਹਜੂਰ ਨੇ ਇਹਨੂੰ ਜਾਗਣਾ ਨਹੀਂ ਕਿਹਾ। ਤੇ ਬੰਦਾ ਚੰਗਾ ਭਲਾ ਤੁਰਿਆ ਫਿਰਦਾ, ਗੱਲਾਂ ਬਾਤਾਂ ਕਰਦਾ, ਕਾਰ ਵਿਹਾਰ ਕਰਦਾ, ਮੋਟੇ ਮੋਟੇ ਨੇਤਰ, ਅੱਖਾਂ ਖੁੱਲੀਆਂ ਹੋਈਆਂ, ਸਭ ਕੁਝ ਵੇਖਦਾ, ਪਰ ਹਜੂਰ ਕਹਿੰਦੇ ਹੋ ਸਕਦਾ ਸੁੱਤਾ ਹੈ, ਜਾਗਦਾ ਹੀ ਸੁੱਤਾ ਹੋਇਆ। ਕਿਵੇਂ ਜੀ? ਨੈਨੋ ਨੀਂਦ ਪਰ ਦ੍ਰਿਸ਼ਟ ਵਿਕਾਰ, ਜਿਨ੍ਹਾਂ ਨੇਤਰਾਂ ਵਿੱਚ ਬਗਾਨਾ ਰੂਪ ਤੱਕਣ ਦੀ ਭਾਵਨਾ ਹੈ, ਵਿਕਾਰ ਦੀ ਦ੍ਰਿਸ਼ਟੀ ਹੈ, ਬਗਾਨਾ ਰੂਪ ਤੱਕਦਾ, ਉਹ ਨੇਤਰ ਜਾਗਦੇ ਸੁੱਤੇ ਹੋਏ ਨੇ। ਨੈਨੋ ਨੀਂਦ ਪਰ ਦ੍ਰਿਸ਼ਟ ਵਿਕਾਰ, ਸ਼ਰਵਣ ਸੋਏ ਸੁਣ ਨਿੰਦ ਵਿਚਾਰ। ਕੰਨ ਸੁੱਤੇ ਹੋਏ ਨੇ, ਨਿੰਦਿਆ ਚੁਗਲੀ ਦੀ ਵਿਚਾਰ ਸੁਣਨ ਵਿੱਚ ਬੜੇ ਤਤਪਰ ਨੇ, ਗੱਲ ਨਹੀਂ ਖੁੰਝਣ ਦਿੰਦੇ ਵੀ ਚੰਗੀ ਤਰ੍ਹਾਂ ਸੁਣ ਲਵਾਂ ਕੀ ਕਹਿ ਰਿਹਾ ਹੈ। ਇਉਂ ਮਨ ਸੋਇਆ ਮਾਇਆ ਬਿਸਮ, ਰਸਨਾ ਸੋਈ ਲੋਭ ਮਿੱਠਾ ਸਾਰ। ਕੰਨ ਵੀ ਸੁੱਤੇ ਨਿੰਦਿਆ ਚੁਗਲੀ ਦੀ ਵਿਚਾਰ ਸੁਣਨ ਵਿੱਚ, ਰਸਨਾ ਵੀ ਝੂਠ ਬੋਲਦੀ ਹੈ, ਪਦਾਰਥਾਂ ਦੇ ਰਸ ਚੱਖਦੀ ਹੈ, ਹੋਰ ਸੰਸਾਰੀ ਗੱਲਾਂ ਕਰਦੀ ਹੈ, ਰੱਬ ਦਾ ਨਾਮ ਜਪਣ ਵੱਲੋਂ ਮੌਤ ਪਈ ਹੋਈ ਹੈ। ਇਹ ਰਸਨਾ ਵੀ ਸੁੱਤੀ ਹੋਈ ਹੈ, ਕੰਮ ਤਾਂ ਕਰ ਰਹੀ ਹੈ, ਸੁੱਤੀ ਉਂਝ ਨਹੀਂ ਪ੍ਰਤੱਖ, ਸੁੱਤਾ ਨਹੀਂ ਬੰਦਾ, ਜਾਗ ਰਿਹਾ। ਤੇ ਮਨ ਸੋਇਆ ਮਾਇਆ ਬਿਸਮਾਤ, ਮਾਇਆ ਦੇ ਚਮਕਾਰੇ ਚਲਕਾਰੇ ਜੋ ਸੰਸਾਰ ਵਿੱਚ ਪੈ ਰਹੇ ਨੇ, ਇਹ ਜਿਹੜੀ ਮਾਇਆ ਹੈ ਬਿਸਮਾਦ ਕਰ ਰਹੀ ਹੈ, ਇਸ ਨੂੰ ਹੈਰਾਨ ਕਰ ਰਹੀ ਹੈ। ਇਹਦੇ ਵਿੱਚ ਮਨ ਸੁੱਤਾ ਹੋਇਆ। ਇਸ ਗ੍ਰਹਿ ਮੈਂ ਕੋਈ ਜਾਗਤ ਰਹਿ, ਸਾਬਤ ਵਸਤ ਉਹ ਆਪਣੀ ਲਹੈ। ਇਹ ਸਰੀਰ ਹਿਰਦੇ ਘਰ ਵਿੱਚ ਕੋਈ ਵਿਰਲਾ ਜਾਗਦਾ ਹੈ। ਸਿਮਰ ਸਿਮਰ ਗੁਰ ਸਤਿਗੁਰ ਆਪਣਾ, ਸੋਇਆ ਮਨ ਜਾਗਾਈ। ਸ਼੍ਰੀ ਗੁਰੂ ਹਰਿਰਾਏ ਸਾਹਿਬ ਜੀ ਨੂੰ ਸਿੱਖਾਂ ਨੇ ਪੁੱਛਿਆ ਸੀ, ਸਤਿਗੁਰੂ ਜੀ ਆਪ ਜੀ ਉਪਦੇਸ਼ ਦਿੰਦੇ ਹੋ ਕਿ ਮਨ ਸੁੱਤੇ ਹੋਏ ਨੇ ਤੇ ਸਿੱਖੋ ਇਹਨਾਂ ਮਨਾਂ ਨੂੰ ਜਗਾਉਣਾ ਹੈ। ਤੇ ਮਹਾਰਾਜ ਸਾਹਿਬ ਜੀ, ਜਾਗੇ ਹੋਏ ਮਨ ਦੀ ਕੋਈ ਨਿਸ਼ਾਨੀ ਆਪ ਜੀ ਦੱਸ ਦਿਓ, ਪਤਾ ਲੱਗੇ ਵੀ ਮਨ ਜਾਗ ਪਿਆ ਕਿ ਨਹੀਂ ਜਾਗਿਆ। ਤਾਂ ਸਤਿਗੁਰਾਂ ਨੇ ਜਿਹੜੇ ਬਚਨ ਕੀਤੇ ਉਹ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਕਰਤਾ ਭਾਈ ਸੰਤੋਖ ਸਿੰਘ ਨੇ ਲਿਖੇ ਨੇ। ਮਨ ਜਾਗਿਆ ਕਿ ਇਹ ਨਿਸ਼ਾਨੀ, ਮਿੱਠੀ ਲੱਗੈ ਗੁਰ ਕੀ ਬਾਣੀ। ਮਨ ਦੇ ਜਾਗਣ ਦੀ ਇਹ ਨਿਸ਼ਾਨੀ ਆ ਵੀ ਸਿੱਖ ਨੂੰ ਹਿਰਦੇ 'ਚ ਗੁਰੂ ਕੀ ਬਾਣੀ ਮਿੱਠੀ ਲੱਗਣ ਲੱਗ ਪਏ, ਬਾਣੀ ਨਾਲ ਜਾਨੀ ਪਿਆਰ ਬਣ ਜਾਏ, ਉਹਨੂੰ ਬਾਣੀ ਪੜ੍ਹਨੀ ਸੁਣਨੀ ਚੰਗੀ ਲੱਗੇ, ਬਾਣੀ ਵਿਚਾਰਨੀ ਚੰਗੀ ਲੱਗੇ, ਉਹਨੂੰ ਸੰਸਾਰ ਦੀਆਂ ਗੱਲਾਂ ਨਾ ਬਹੁਤੀਆਂ ਚੰਗੀਆਂ ਲੱਗਣ। ਮੁਖ ਕੀ ਬਾਤ ਸਗਲ ਸਿਉ ਕਰਤਾ, ਜੀ ਸੰਗ ਪ੍ਰਭ ਆਪਣਾ ਤਰਤਾ। ਸਾਚ ਨਾਮ ਮੇਰਾ ਮਨ ਲਾਗਾ, ਲੋਗਨ ਸਿਉ ਮੇਰਾ ਠਾਠਾ ਬਾਗਾ। ਠਾਠਾ ਬਾਗਾ ਦਾ ਮਤਲਬ ਉੱਤੋਂ ਲੋਕਾਂ ਨਾਲ ਮੇਰਾ ਵਿਹਾਰ ਹੈ, ਪਰ ਮੇਰਾ ਮਨ ਵਾਹਿਗੁਰੂ ਦੇ ਸੱਚੇ ਨਾਮ ਵਿੱਚ ਹੀ ਲੱਗਾ ਰਹਿੰਦਾ। ਇਸ ਪ੍ਰਕਾਰ ਦੀ ਅਵਸਥਾ ਬਣ ਜਾਏ। ਇਉਂ ਹਜ਼ੂਰ ਕਹਿੰਦੇ ਨੇ, ਜਿਹੜਾ ਇਸ ਤਰ੍ਹਾਂ ਜਾਣ ਲੈਂਦਾ, ਮਨ ਵਿੱਚ ਨਾਮ ਨਾਲ ਦ੍ਰਿੜਤਾ ਹੋ ਜਾਂਦੀ ਹੈ, ਮਨ ਮੰਨ ਚੁੱਕਾ ਹੈ, ਉਹਦੇ ਮਨ ਤੇ ਬੁੱਧ ਦੇ ਅੰਦਰ ਰੌਸ਼ਨੀ ਪ੍ਰਗਟ ਹੁੰਦੀ ਹੈ। ਸੁਰਤ ਹੋਵੈ ਪਤ ਊਗਵੈ, ਗੁਰ ਬਚਨੀ ਭਉ ਖਾਏ। ਇਹ ਸੁਰਤ ਜਾਗਦੀ ਹੈ। ਹੁਣ ਜਿਹੜੀ ਸੁਰਤ ਮਲੀਨ ਹੈ, ਸੁਰਤ ਸੋਝੀ ਹੈ ਪਰ ਹੋਰਨਾਂ ਗੱਲਾਂ ਦੀ, ਇਹ ਸੁਰਤ ਪਰਮਾਤਮਾ ਵਾਲੀ ਹੈ। ਮਨ ਤੇ ਬੁੱਧ ਦੇ ਅੰਦਰ ਸੁਰਤ ਹੋ ਜਾਂਦੀ ਹੈ ਪੈਦਾ, ਵਾਹਿਗੁਰੂ ਨਾਲ ਜੁੜਨ ਵਾਲੀ ਭਾਵਨਾ। ਸੁਰਤਾ ਸ਼ਬਦ ਉਸੇ ਵਾਸਤੇ ਵਰਤਿਆ ਜਾਂਦਾ ਜੋ ਧਿਆਨ ਦੇ ਕੇ ਸੁਣਦਾ, ਸਮਝਦਾ ਹੈ, ਮੰਨਦਾ ਹੈ, ਕਮਾਉਂਦਾ ਹੈ। ਇਸ ਪ੍ਰਕਾਰ ਦੀ ਸੁਰਤ ਪੈਦਾ ਹੁੰਦੀ ਹੈ। ਮੰਨੈ ਸਗਲ ਭਵਨ ਕੀ ਸੁਧ,
ਔਰ ਫਿਰ ਇਹਦਾ ਪ੍ਰਤਾਪ ਕੀ ਹੈ। ਹਜ਼ੂਰ ਕਹਿੰਦੇ ਨੇ ਕਿ ਜਿਸ ਦਾ ਮਨ ਮੰਨ ਜਾਂਦਾ ਹੈ, ਜੋ ਵਿਅਕਤੀ ਨਾਮ ਦੇ ਉਪਦੇਸ਼ ਨੂੰ ਮਨ 'ਚ ਮੰਨ ਲੈਂਦਾ, ਦ੍ਰਿੜ ਕਰ ਲੈਂਦਾ ਹੈ, ਜਿੰਨੇ ਭਵਨ ਪ੍ਰਮਾਤਮਾ ਦੇ ਰਚੇ ਹਨ, ਸਾਰਿਆਂ ਭਵਨਾਂ ਦੀ ਸੁੱਧ ਦਾ ਅਰਥ ਹੈ, ਧੱਦੇ ਨੂੰ ਸਿਹਾਰੀ ਹੈ, ਗਿਆਤ। ਸਾਰੇ ਭਵਨਾਂ ਦੀ ਸੋਝੀ ਹੋ ਜਾਂਦੀ ਹੈ, ਕਿਹੜੇ ਭਵਨ ਵਿੱਚ ਕੀ ਹੋ ਰਿਹਾ, ਕਿੱਥੇ ਕੌਣ ਵੱਸਦਾ ਹੈ, ਕੀ ਕੀ ਵਰਤਾਰਾ ਵਰਤ ਰਿਹਾ, ਪਹਿਲਾਂ ਕੀ ਵਰਤਿਆ ਸੀ, ਹੁਣ ਕੀ, ਅੱਗੇ ਨੂੰ ਕੀ ਵਰਤੇਗਾ। ਸਾਰਿਆਂ ਭਵਨਾਂ ਦੀ ਸੁੱਧ ਹੋ ਜਾਂਦੀ। ਤੇ ਇੰਜ ਵੀ ਕਿ ਜਤਰ ਜਤਰ ਮਨੋ ਜਾਤੀ ਤਤਰ ਤਤਰ ਬ੍ਰਹਮ ਦ੍ਰਿਸ਼ਟਾਤੀ। ਜਿੱਥੋਂ ਤੱਕ ਵੀ ਸੁਰਤ ਉਹਨਾਂ ਦੀ ਜਾਂਦੀ ਹੈ ਨਾ, ਅੰਦਰਲੀਆਂ ਅੱਖਾਂ ਖੁੱਲੀਆਂ ਹੋਈਆਂ, ਬ੍ਰਹਮ ਹੀ ਬ੍ਰਹਮ ਦੀਸਾ, ਬ੍ਰਹਮ ਸੁਣੀਆਂ, ਏਕ ਏਕ ਵਖਾਣੀਆਂ। ਸਾਰੇ ਭਵਨਾਂ ਵਿੱਚ ਹੀ ਪ੍ਰਮਾਤਮਾ ਦੀ ਜੋਤ ਦਾ ਦੀਦਾਰ ਹੁੰਦਾ ਔਰ ਸਾਰੇ ਭਵਨਾਂ ਦੀ ਸੁੱਧ ਗਿਆਤ ਹੋ ਜਾਂਦੀ ਹੈ। ਮੰਨੈ ਮੋਹ ਚੋਟਾ ਨਾ ਖਾਏ। ਬਾਬਾ ਹਰਨਾਮ ਸਿੰਘ ਰਾਮਪੁਰ ਖੇੜੇ ਵਾਲਿਆਂ ਨੇ, ਇੱਕ ਸਿੰਘ ਨੇ ਉਹਨਾਂ ਨੂੰ ਦੱਸਣ ਤੋਂ ਬਗੈਰ ਟੇਪ ਵਿੱਚ ਬਚਨ ਭਰ ਲਿਆ ਸੀ, ਪਰ ਉਹ ਪ੍ਰੇਮੀ ਸੀ, ਅਤਿਅੰਤ ਨਿਕਟਵਰਤੀ ਸੀ। ਉਹਨੂੰ ਦੱਸਿਆ ਸੀ ਕਿ ਧਰਮਰਾਜ ਦੀ ਕਚਹਿਰੀ ਅਸੀਂ ਕਈ ਵਾਰੀ ਵੇਖੀ ਹੈ। ਯਾਨੀ ਇਹ ਛੋਟੀਆਂ ਗੱਲਾਂ ਉਹਨਾਂ ਵਾਸਤੇ ਬਹੁਤ ਹੀ ਵੱਡੀ ਗੱਲ ਨਹੀਂ, ਸੰਸਾਰੀਆਂ ਲਈ ਇਹ ਗੱਲ ਬਹੁਤ ਵੱਡੀ। ਔਰ ਇੱਕ ਮਾਤਾ ਜੀ ਉਹਨਾਂ ਦੇ ਪਾਸ ਆਏ, ਮਹਾਂਪੁਰਸ਼ਾਂ ਦੇ ਸੰਗੀ ਸੀ ਕਿ ਮਹਾਂਪੁਰਸ਼ੋ ਬੜੀ ਮੁਸ਼ਕਲ ਨਾਲ ਆਪਣਾ ਲੜਕਾ ਵਿਆਹ ਕੇ ਇੰਗਲੈਂਡ ਭੇਜਿਆ। ਉਹ ਚਿੱਠੀਆਂ ਪਾਈ ਜਾਂਦਾ ਕਿ ਮੇਰਾ ਦਿਲ ਨਹੀਂ ਮੰਨਦਾ ਇੱਥੇ ਰਹਿਣ ਨੂੰ, ਮੇਰਾ ਜੀਅ ਨਹੀਂ ਲੱਗਦਾ, ਤੇ ਤੁਸੀਂ ਅਰਦਾਸ ਬੇਨਤੀ ਕਰੋ, ਬਖਸ਼ਿਸ਼ ਕਰੋ, ਉਹਦਾ ਦਿਲ ਲੱਗ ਜਾਏ। ਤੇ ਫਿਰ ਸੰਤ ਕਹਿਣ ਲੱਗੇ ਠੀਕ ਹੈ ਮਾਤਾ ਜੀ, ਕੋਈ ਗੱਲ ਨਹੀਂ, ਅਰਦਾਸ ਕਰ ਦਿਆਂਗੇ। ਕੁਝ ਦਿਨਾਂ ਬਾਅਦ ਉਹ ਮਾਤਾ ਜੀ ਆਏ ਤੇ ਉਹ ਇੱਕ ਚਿੱਠੀ ਲੈ ਕੇ ਆਏ ਤੇ ਮਹਾਂਪੁਰਸ਼ਾਂ ਦੇ ਅੱਗੇ ਕਰਤੀ। ਕਹਿਣ ਲੱਗੇ ਜੀ ਮੈਂ ਹੈਰਾਨ ਜੀ ਹੋਈ ਹਾਂ, ਮੇਰੇ ਬੇਟੇ ਨੇ ਇਸ ਚਿੱਠੀ ਵਿੱਚ ਲਿਖਿਆ ਕਿ ਪਹਿਲਾਂ ਤਾਂ ਮੇਰਾ ਚਿੱਤ ਨਹੀਂ ਸੀ ਲੱਗਦਾ, ਦਿਲ ਨਹੀਂ ਸੀ ਲੱਗਦਾ ਇੱਥੇ ਇੰਗਲੈਂਡ ਵਿੱਚ, ਤੇ ਇੱਕ ਦਿਨ ਮੈਂ ਤੁਰਿਆ ਜਾ ਰਿਹਾ ਸੀ, ਬਾਬਾ ਹਰਨਾਮ ਸਿੰਘ ਜੀ ਮਹਾਂਪੁਰਸ਼ ਇੱਥੇ ਆਏ ਹੋਏ ਸੀ, ਉਹ ਪਾਰਕ ਵਿੱਚ ਬੈਠੇ ਸੀ ਤੇ ਉਹਨਾਂ ਨੇ ਮੈਨੂੰ ਆਵਾਜ਼ ਦਿੱਤੀ। ਮੈਂ ਉਹਨਾਂ ਦੇ ਕੋਲ ਗਿਆ ਤੇ ਉਹਨਾਂ ਨੇ ਮੈਨੂੰ ਕੋਲ ਬਿਠਾ ਕੇ ਸਮਝਾਇਆ ਤੇ ਉਦੋਂ ਦਾ ਮੇਰਾ ਦਿਲ ਲੱਗ ਗਿਆ। ਤੇ ਮਹਾਂਪੁਰਸ਼ੋ ਤੁਸੀਂ ਤਾਂ ਗਏ ਨਹੀਂ ਇੰਗਲੈਂਡ, ਤੇ ਲੜਕੇ ਨੇ ਇਸ ਤਰ੍ਹਾਂ ਚਿੱਠੀ ਪਾਈ ਆ, ਮੈਂ ਕੁਝ ਹੈਰਾਨ ਜੀ ਹਾਂ। ਤੇ ਉਹ ਮਹਾਂਪੁਰਸ਼ਾਂ ਨੇ ਚਿੱਠੀ ਫੜੀ ਤੇ ਪੜ੍ਹ ਕੇ ਤੇ ਚਿੱਠੀ ਪਾੜ ਦਿੱਤੀ ਤੇ ਮਾਤਾ ਜੀ ਨੂੰ ਕਿਹਾ ਵੀ ਮਾਤਾ ਜੀ ਇਹ ਬਚਨ ਕਿਸੇ ਨੂੰ ਦੱਸਣਾ ਨਹੀਂ, ਜਦੋਂ ਤੱਕ ਸਾਡਾ ਸਰੀਰ ਹੈ ਇਹ ਬਚਨ ਦੱਸਣਾ ਨਹੀਂ। ਔਰ ਫਿਰ ਉਹਨਾਂ ਮਹਾਂਪੁਰਸ਼ਾਂ ਨੂੰ ਉਹ ਨਿਕਟਵਰਤੀ ਸਿੰਘ ਨੇ ਪੁੱਛਿਆ ਵੀ ਇਹ ਕੀ ਖੇਡ ਹੁੰਦੀ ਹੈ ਜੀ, ਤੁਸੀਂ ਤੇ ਸਰੀਰਕ ਤੌਰ ਤੇ ਇੱਥੇ ਸੀ, ਫਿਰ ਇੰਗਲੈਂਡ ਕਿਵੇਂ ਪ੍ਰਗਟ ਹੋ ਕੇ ਜਾ ਕੇ। ਕਹਿਣ ਲੱਗੇ ਇਹ ਤਾਂ ਛੋਟੀਆਂ ਗੱਲਾਂ ਹਨ, ਗੁਰੂ ਮਹਾਰਾਜ ਦੀ ਬਹੁਤ ਵੱਡੀ ਬਖਸ਼ਿਸ਼ ਹੈ। ਕਹਿੰਦੇ ਹੁੰਦਾ ਕਿਵੇਂ ਹੈ ਜੀ, ਇਹ ਸਰੀਰ ਕਿਵੇਂ ਇੱਥੇ ਕਾਇਮ ਰਹਿੰਦਾ ਜਦੋਂ ਵਿੱਚੋਂ ਤੁਸੀਂ ਨਿਕਲ ਗਏ। ਕਹਿਣ ਲੱਗੇ ਕੁਛ ਨਹੀਂ ਫਰਕ ਪੈਂਦਾ, ਇੱਕੋ ਸਮੇਂ ਅਨੇਕਾਂ ਰੂਪ ਵੀ ਧਾਰ ਸਕੀਦੇ ਨੇ। ਇਸ ਸਰੀਰ ਚੋਂ ਨਿਕਲ ਕੇ ਇਹੋ ਜਿਹੇ ਸਰੂਪ ਅਨੇਕਾਂ ਧਾਰ ਕੇ ਅਸੀਂ ਕਈ ਥਾਵਾਂ ਤੇ ਕੁਝ ਕਰ ਸਕਦੇ ਹਾਂ। ਤੇ ਸਰੀਰ ਨਾਲ ਜਿਵੇਂ ਬਿਜਲੀ ਦਾ ਕਰੰਟ ਹੁੰਦਾ, ਇਸ ਤਰ੍ਹਾਂ ਸੰਬੰਧ ਜੁੜਿਆ ਰਹਿੰਦਾ। ਇਸ ਕਰਕੇ ਸਰੀਰ ਦੇ ਸਵਾਸ ਚੱਲਦੇ ਰਹਿੰਦੇ ਨੇ ਤੇ ਉਹ ਸੂਖਮ ਰੂਪ ਵਿੱਚ ਕਈ ਥਾਵਾਂ ਤੇ ਅਸੀਂ ਪਹੁੰਚ ਸਕਦੇ ਹਾਂ। ਇਸ ਪ੍ਰਕਾਰ ਦੀ ਪਹੁੰਚ ਹੋ ਜਾਂਦੀ ਹੈ। ਇਹ ਹੁਣ ਗੱਲਾਂ ਮਨੁੱਖੀ ਮਨ ਤੋਂ ਅਗੰਮੀ ਨੇ, ਦੂਰ ਨੇ, ਤੇ ਕਈ ਲੋਕ ਵਿਸ਼ਵਾਸ ਵੀ ਨਹੀਂ ਕਰਦੇ। ਸ਼੍ਰੀਮਾਨ ਸਿੰਘ ਸਾਹਿਬ ਗਿਆਨੀ ਜਸਵੰਤ ਸਿੰਘ ਜੀ, ਜਿਨ੍ਹਾਂ ਮੰਜੀ ਸਾਹਿਬ ਕਈ ਸਾਲ ਕਥਾ ਕੀਤੀ ਆ, ਹਰਿਮੰਦਰ ਸਾਹਿਬ ਦੇ ਗ੍ਰੰਥੀ ਦੀ ਸੇਵਾ ਤੋਂ ਵੀ ਉਹ ਰਿਟਾਇਰ ਹੋਏ ਨੇ, ਉਹਨਾਂ ਇੱਕ ਬਚਨ ਸੁਣਾਇਆ, ਸਟੇਜ ਤੇ ਵੀ ਸੁਣਾਇਆ ਤੇ ਮੈਨੂੰ ਵੀ ਉਹਨਾਂ ਸੁਣਾਇਆ ਸੀ। ਤੇ ਉਹ ਕਹਿੰਦੇ ਵੀ ਮੈਂ ਛੋਟੀ ਉਮਰ ਦਾ ਬੱਚਾ ਸੀ ਤੇ ਮੇਰੇ ਮਾਤਾ ਜੀ ਮੈਨੂੰ ਮੂਲ ਮੰਤਰ ਦਾ ਪਾਠ ਉਹਨਾਂ ਸਿਖਾਇਆ ਹੋਇਆ ਸੀ ਤੇ ਰੋਜ਼ ਹੀ ਮੈਨੂੰ 5 ਇਸ਼ਨਾਨਾਂ ਕਰਾ ਕੇ ਮੂੰਹ ਮਾਹ ਧੁਆ ਕੇ ਤੇ ਬਹਾਲ ਦਿੰਦੇ ਸੀ ਵੀ ਤੂੰ ਇੱਥੇ ਬਹਿ ਕੇ ਪਾਠ ਕਰ। ਤੇ ਆਪ ਮਾਤਾ ਜੀ ਦੁੱਧ ਰਿੜਕਦੇ ਬਾਣੀ ਪੜ੍ਹਦੇ ਸਨ। ਤੇ ਇੱਕ ਦਿਨ ਕੀ ਹੋਇਆ, ਮੈਂ ਇਕੱਲਾ ਹੀ ਸੀ ਕਮਰੇ 'ਚ, ਮਾਤਾ ਜੀ ਥੋੜ੍ਹੀ ਦੂਰੀ ਤੇ ਦੁੱਧ ਰਿੜਕਦੇ ਸੀ ਤੇ ਮੇਰੇ ਕਮਰੇ 'ਚ ਲਾਈਟ ਜੀ ਹੋਈ, ਪ੍ਰਕਾਸ਼ ਹੋਇਆ ਤੇ ਇੱਕ ਮਹਾਂਪੁਰਸ਼ ਉੱਥੇ ਆਏ ਕਮਰੇ 'ਚ। ਮੈਨੂੰ ਕੁਛ ਨਹੀਂ ਸੀ ਪਤਾ ਉਹ ਕੌਣ ਨੇ, ਮੈਂ ਡਰ ਗਿਆ। ਉਹ ਸਹਿਜ ਨਾਲ ਮੇਰੇ ਲਾਗੇ ਬੈਠ ਗਏ ਤੇ ਮੈਨੂੰ ਜੱਫੀ 'ਚ ਲੈ ਕੇ ਕਹਿਣ ਲੱਗੇ ਪੁੱਤਰ ਡਰੀਦਾ ਨਹੀਂ, ਇਹ ਦੱਸ ਤੈਨੂੰ ਕੀ ਚਾਹੀਦਾ। ਕਹਿਣ ਲੱਗੇ ਮੈਂ ਤਾਂ ਕਾਹਲਾ ਸੀ ਕਿ ਚਲੇ ਜਾਣ, ਤੇ ਮੈਂ ਹੱਥ ਜੋੜ ਕੇ ਕਿਹਾ ਨਹੀਂ ਬਾਬਾ ਜੀ ਮੈਨੂੰ ਕੁਛ ਨਹੀਂ ਚਾਹੀਦਾ। ਉਹ ਕਹਿਣ ਲੱਗੇ ਪੁੱਤਰਾ ਡਰੀਦਾ ਨਹੀਂ, ਤੇ ਮਾਤਾ ਦੇ ਆਖੇ ਲੱਗ ਕੇ ਇਸੇ ਤਰ੍ਹਾਂ ਨਾਮ ਜਪਦਾ ਰਿਹਾ ਕਰ ਤੇ ਤੈਨੂੰ ਬਹੁਤ ਕੁਛ ਮਿਲੇਗਾ, ਕਿਸੇ ਚੀਜ਼ ਦੀ ਤੋੜ ਨਹੀਂ ਰਹੇਗੀ, ਲੋਕ ਪਰਲੋਕ ਸਵਰ ਜਾਏਗਾ। ਐਸੇ ਬਚਨ ਕਰਕੇ ਤੇ ਉਹ ਅਲੋਪ ਹੋ ਗਏ ਔਰ ਮੈਂ ਸ਼ੁਕਰ ਕੀਤਾ ਕਿਉਂਕਿ ਮੈਂ ਡਰ ਗਿਆ ਸੀ। ਫਿਰ ਕਹਿੰਦੇ ਸਿਆਣੀ ਉਮਰ 'ਚ ਜਦੋਂ ਹਰਿਮੰਦਰ ਸਾਹਿਬ ਆਏ ਦਰਸ਼ਨ ਕਰਨ ਲਈ, ਤੇ ਬਾਬਾ ਦੀਪ ਸਿੰਘ ਦਾ ਜਿੱਥੇ ਸ਼ਹੀਦੀ ਸਥਾਨ ਆ ਉੱਥੇ ਨੇੜੇ ਦਰਵਾਜ਼ਾ ਇੱਕ ਉੱਥੇ
ਲਿਖਿਆ ਸੰਤ ਭੂਰੀ ਵਾਲਿਆਂ ਨੇ ਸੇਵਾ ਕਰਾਈ ਅਤੇ ਉੱਥੇ ਅਜਾਇਬ ਘਰ 'ਚ ਉਹਨਾਂ ਦੀ ਤਸਵੀਰ ਵੀ ਲੱਗੀ ਹੋਈ ਹੈ। ਉਦੋਂ ਜਿਹੜੀ ਤਸਵੀਰ ਲੱਗੀ ਉਹ ਦਾੜਾ ਚਿੱਟਾ ਸੀ, ਪਰ ਜਦੋਂ ਮੈਨੂੰ ਦਰਸ਼ਨ ਹੋਏ ਬਚਪਨ ਵਿੱਚ ਉਦੋਂ ਦਾੜਾ ਕਾਲਾ ਸੀ। ਸਰੀਰਕ ਤੌਰ 'ਤੇ ਉਹ ਸ੍ਰੀ ਅੰਮ੍ਰਿਤਸਰ ਸਾਹਿਬ ਸੇਵਾ ਕਰਾ ਰਹੇ ਸੀ, ਪਰ ਆਤਮਿਕ ਤੌਰ 'ਤੇ ਸਾਡੇ ਘਰ 'ਚ ਜਾ ਕੇ ਦਰਸ਼ਨ ਦੇ ਕੇ ਇਸ ਤਰ੍ਹਾਂ ਬਖਸ਼ਿਸ਼ ਭਰਿਆ ਬਚਨ ਕਰਕੇ ਆਏ। ਅਤੇ ਮੈਂ ਕਹਿੰਦੇ ਪਛਾਣ ਲਿਆ ਸੀ ਤਸਵੀਰ ਉਹਨਾਂ ਦੀ ਵੇਖ ਕੇ ਵੀ ਇਹੀ ਸਨ, ਪਰ ਪਹਿਲਾਂ ਮੈਨੂੰ ਕੁਛ ਨਹੀਂ ਸੀ ਪਤਾ। ਮੈਂ ਜ਼ਿੰਦਗੀ 'ਚ ਪਹਿਲਾਂ ਬਚਪਨ 'ਚ ਕਦੇ ਮਿਲਿਆ ਨਹੀਂ ਸੀ ਉਹਨਾਂ ਨੂੰ। ਇਸ ਪ੍ਰਕਾਰ ਦੇ ਗੁਰਮੁਖ ਪਿਆਰੇ ਗੁਰੂ ਘਰ ਦੀ ਸੇਵਾ ਕਮਾਉਣ ਵਾਲੇ, ਸਿਮਰਨ ਕਰਨ ਵਾਲਿਆਂ ਨੂੰ ਜੋ ਕੁਛ ਪ੍ਰਾਪਤ ਹੁੰਦਾ ਉਹ ਆਮ ਸੰਸਾਰੀ ਲੋਕਾਂ ਦੀ ਪਹੁੰਚ ਤੋਂ ਪਰੇ ਹੈ। ਸਾਰਿਆਂ ਭਵਨਾਂ ਦੀ, ਕਬੀਰ ਜੀ ਨੇ ਕਿਹਾ, 3 ਲੋਕ ਕੀ ਬਾਤਾਂ ਕਹੇ, ਸਭਨਾ ਭਵਨਾਂ ਦੀ ਸੁੱਧ ਗਿਆਤ ਹੋ ਜਾਂਦੀ। ਮੰਨੈ ਮੋਹ ਚੋਟਾਂ ਨਾ ਖਾਏ। ਜਿਹੜਾ ਮੰਨ ਲੈਂਦਾ ਹੈ ਗੁਰਾਂ ਦੇ ਉਪਦੇਸ਼ ਦੁਆਰਾ, ਨਾਮ ਨੂੰ ਹਿਰਦੇ 'ਚ ਦ੍ਰਿੜ ਕਰ ਲੈਂਦਾ, ਉਹ ਮੁੱਖ ਤੇ ਚੋਟਾਂ ਨਹੀਂ ਖਾਂਦਾ। ਇੱਕ ਤਾਂ ਬਾਹਰੀ ਤੌਰ 'ਤੇ ਚੋਟਾਂ ਹੁੰਦੀਆਂ, ਦਰ ਤੋਂ ਚੋਟਾਂ ਪੈਣੀਆਂ, ਇਸ ਤਰ੍ਹਾਂ ਵੀ ਬੇਇੱਜ਼ਤ ਮਨੁੱਖ ਹੁੰਦਾ। ਅਤੇ ਇੱਕ ਅਰਥ ਹੈ ਕਿ ਵਿਕਾਰਾਂ ਦੀਆਂ ਚੋਟਾਂ, ਜਿਹੜਾ ਮਨੁੱਖ ਅੰਦਰੋਂ ਲੋਭ ਦੇ ਅਧੀਨ ਹੈ, ਕ੍ਰੋਧ ਦੇ ਅਧੀਨ ਹੈ, ਮੋਹ ਦੇ ਅਧੀਨ ਹੈ, ਉਹਦਾ ਮੁੱਖ ਨਿਰਛਲ ਜਿਹਾ ਨਹੀਂ ਹੋਵੇਗਾ, ਛਲੀਆ ਜਿਹਾ ਹੋਵੇਗਾ, ਚੰਗਾ ਨਹੀਂ ਲੱਗੇਗਾ। ਜੋ ਸੰਤੋਖੀ ਹੈ ਉਹਦੇ 'ਤੇ ਭੋਲਾਪਣ ਹੁੰਦਾ ਹੈ ਔਰ ਵਿਕਾਰਾਂ ਤੋਂ ਰਹਿਤ। ਇਸ ਤਰ੍ਹਾਂ ਕ੍ਰੋਧ ਦੇ ਅਧੀਨ ਹੋ ਕੇ ਵੀ ਮਨੁੱਖ ਬਾਂਦਰ ਵਰਗਾ ਬਣ ਜਾਂਦਾ। ਚਿਹਰੇ 'ਤੇ ਹਾਵ ਭਾਵ ਵੀ ਬੜੇ ਹੋਰ ਤਰ੍ਹਾਂ ਦੇ ਆ ਜਾਂਦੇ ਨੇ। ਹਜ਼ੂਰ ਨੇ ਬਾਂਦਰ ਵਰਗਾ ਕਿਹਾ ਵੀ ਜਿਹੜਾ ਕ੍ਰੋਧ ਆ ਇਹ ਮਨੁੱਖ ਨੂੰ ਬਾਂਦਰ ਬਣਾ ਦਿੰਦਾ ਅਤੇ ਬਾਂਦਰ ਵਾਂਗ ਨਚਾਉਂਦਾ, ਔਰ ਮਨੁੱਖ ਹੈ ਪਰ ਬਾਂਦਰ ਵਰਗਾ ਕਿਹਾ ਹਜ਼ੂਰ ਨੇ, ਕ੍ਰੋਧ ਦੇ ਅਧੀਨ ਹੋਇਆ ਹੋਇਆ। ਇਸ ਤਰ੍ਹਾਂ ਹੀ ਮੋਹ ਦੇ ਅਧੀਨ ਜਿਹੜਾ ਹੋਇਆ ਉਹ ਵੀ। ਅਤੇ ਇਤਿਆਦਿਕ ਇਹ ਜਿਹੜੇ ਵਿਕਾਰ ਨੇ ਇਹ ਮਨੁੱਖ ਦੇ ਮੂੰਹ 'ਤੇ ਮਨ ਨੂੰ ਚੋਟਾਂ ਮਾਰਦੇ ਨੇ। ਜਿਹੜਾ ਨਾਮ ਨੂੰ ਹਿਰਦੇ 'ਚ ਮੰਨ ਕੇ ਨਾਮ ਵਿੱਚ ਜੁੜਿਆ ਹੋਇਆ ਉਹ ਮੁੱਖ 'ਤੇ ਚੋਟਾਂ ਨਹੀਂ ਖਾਂਦਾ। ਮੰਨੈ ਜਮ ਕੈ ਸਾਥ ਨਾ ਜਾਏ। ਜਿਹੜਾ ਨਾਮ ਨੂੰ ਮੰਨ ਲੈਣ ਵਾਲਾ ਹੈ, ਧਰਮਰਾਜ ਦੇ ਜਿਹੜੇ ਦੂਤ ਨੇ, ਧਰਮਰਾਜ ਦੇ ਸੇਵਕ ਜਮ, ਉਹ ਉਹਨੂੰ ਨਾਲ ਲੈ ਕੇ ਨਹੀਂ ਜਾਂਦੇ। ਉਹਨੂੰ ਜਮਾਂ ਦੇ ਸਾਥ ਸੰਗ ਨਹੀਂ ਜਾਣਾ ਪੈਂਦਾ। 1-2 ਬਚਨ ਇਸ ਸੰਬੰਧ ਵਿੱਚ ਹਨ। ਇੱਕ ਭਾਈ ਸਰਦਾਰਾ ਸਿੰਘ ਜੀ ਸਨ, ਜਿਨ੍ਹਾਂ ਨੇ ਸੰਤ ਅਤਰ ਸਿੰਘ ਮਸਤੂਆਣੇ ਵਾਲਿਆਂ ਦੀ ਵੀ ਸੇਵਾ ਕੀਤੀ ਅਤੇ ਕੁਝ ਸਮਾਂ ਸੰਤ ਸੁੰਦਰ ਸਿੰਘ ਭਿੰਡਰਾਂ ਵਾਲਿਆਂ ਨਾਲ ਵੀ ਹੋ ਰਹੇ। ਅਤੇ ਮਹਾਂਪੁਰਸ਼ਾਂ ਨੇ 1930 ਵਿੱਚ ਸਰੀਰ ਛੱਡਿਆ ਅਤੇ ਉਹਨੇ 1938 ਵਿੱਚ ਬੋਪਾ ਰਾਏ ਜ਼ਿਲ੍ਹਾ ਲੁਧਿਆਣਾ ਵਿੱਚ ਉਹਦੇ ਸਰੀਰ ਦਾ ਅੰਤ ਹੋਇਆ ਸੀ। ਜਦੋਂ ਉਹਨੇ ਜਾਣਾ ਸੀ ਇਸ ਦੁਨੀਆ ਤੋਂ, ਉਹਨੇ ਦੱਸਿਆ ਵੀ ਸੰਤ ਅਤਰ ਸਿੰਘ ਮਸਤੂਆਣੇ ਵਾਲੇ ਮੇਰੇ ਕੋਲ ਖੜ੍ਹੇ ਹਨ ਅਤੇ ਉਹਨਾਂ ਬਚਨ ਕੀਤਾ ਕਿ ਭਾਈ ਸਰਦਾਰਾ ਸਿੰਘ ਜੀ, ਤੁਹਾਡੀ ਘਾਲ ਥਾਂ ਪਈ ਹੈ, ਗੁਰੂ ਨਾਨਕ ਸਾਹਿਬ ਦੇ ਦਰ 'ਤੇ ਅਸੀਂ ਤੁਹਾਨੂੰ ਲੈ ਕੇ ਚੱਲੇ ਹਾਂ। ਉਹ ਸਿਰਫ ਮੂਲ ਮੰਤਰ ਦਾ ਅਭਿਆਸੀ ਸੀ ਅਤੇ ਦੁੱਧ ਲਿਆ ਕੇ ਸੰਗਤ ਨੂੰ ਛਕਾਇਆ ਕਰਦਾ ਸੀ ਗਜਾ ਕਰਕੇ, ਔਰ ਗੁਰੂ ਗ੍ਰੰਥ ਸਾਹਿਬ ਨੂੰ ਚੌਰ ਕਰਿਆ ਕਰਦਾ ਸੀ। ਭਾਵਨਾ ਵਾਲਾ ਸੀ ਪਰ ਪੜ੍ਹਿਆ ਹੋਇਆ ਨਹੀਂ ਸੀ। ਅਤੇ ਅੰਤ ਸਮੇਂ ਇਸ ਤਰ੍ਹਾਂ ਸੰਤ ਅਤਰ ਸਿੰਘ ਮਸਤੂਆਣੇ ਵਾਲੇ ਆਤਮਿਕ ਤੌਰ 'ਤੇ ਉਹਨੂੰ ਲੈਣ ਵਾਸਤੇ ਆਏ। ਇਸੇ ਤਰ੍ਹਾਂ ਸੰਤ ਗੁਰਬਚਨ ਸਿੰਘ ਖਾਲਸਾ ਜੀ ਦੀ ਕਥਾ ਵਿੱਚ ਇਹ ਬਚਨ ਹੈ। ਗਿਆਨੀ ਸਰਦੂਲ ਸਿੰਘ ਜੀ ਸਨ ਉਹਨਾਂ ਦੇ ਨਾਲ ਰਹਿੰਦੇ, ਅਤੇ ਮਹਾਂਪੁਰਸ਼ ਲਾਇਲਪੁਰ ਜਦੋਂ ਪਹਿਲੀ ਵਾਰੀ ਗਏ ਅਤੇ ਉੱਥੇ ਗਿਆਨੀ ਸਰਦੂਲ ਸਿੰਘ ਜੀ ਦਾ ਸਰੀਰ ਢਿੱਲਾ ਹੋ ਗਿਆ, ਬਿਮਾਰ ਹੋ ਗਏ ਸੀ। ਉੱਥੇ ਇੱਕ ਡਾਕਟਰ ਫੌਜਾ ਸਿੰਘ ਜੀ ਰਹਿੰਦੇ ਸੀ, ਉਹ ਇਲਾਜ ਕਰਦੇ ਰਹੇ ਭਾਈ ਸਰਦਾਰਾ ਸਿੰਘ ਜੀ ਦਾ, ਅਤੇ 35 ਦਿਨ ਹੋ ਗਏ ਸੀ ਉਹਨੂੰ ਬਿਮਾਰ ਹੋਏ ਨੂੰ। ਇਲਾਜ ਚੱਲਦਾ ਰਿਹਾ। 35 ਦਿਨਾਂ ਬਾਅਦ ਇੱਕ ਸੇਵਾਦਾਰ ਵੀ ਉਹਦੇ ਕੋਲ ਸੀ, ਪਰ ਉਹਨੇ ਦੱਸਿਆ ਨਹੀਂ ਅਤੇ ਛੇਤੀ ਨਾਲ ਉੱਥੇ ਟੂਟੀ ਸੀ ਪਾਣੀ ਦੀ, ਉਹਦੇ ਥੱਲੇ ਹੋ ਕੇ ਉਹਨੇ ਕੱਪੜਿਆਂ ਸਮੇਤ ਹੀ ਇਸ਼ਨਾਨ ਕਰ ਲਿਆ। ਸਣ ਕੇ ਅਸੀਂ ਇਸ਼ਨਾਨ ਕੀਤਾ ਅਤੇ ਫਿਰ ਉਹਦੇ ਕੱਪੜੇ ਬਦਲਵਾਏ ਅਤੇ ਕਹਿਣ ਲੱਗੇ, ਭਾਈ ਸਾਹਿਬ ਡਾਕਟਰ ਨੇ ਮਨ੍ਹਾ ਕੀਤਾ ਸੀ ਕਿ ਇਸ਼ਨਾਨ ਨਹੀਂ ਕਰਨਾ। ਕਹਿਣ ਲੱਗੇ, ਡਾਕਟਰ ਨੇ ਤਾਂ ਹੀ ਮਨ੍ਹਾ ਕੀਤਾ ਸੀ ਵੀ ਇਸ਼ਨਾਨ ਕਰਨ ਨਾਲ ਰੋਗ ਵੱਧ ਨਾ ਜਾਏ, ਪਰ ਹੁਣ ਤਾਂ ਇਹ ਸਰੀਰ ਹੀ ਛੁੱਟ ਚੱਲਿਆ ਅਤੇ ਮੈਂ ਖਿਆਲ ਕੀਤਾ ਕਿ ਇਹ ਤੋਂ ਥੋੜ੍ਹਾ ਜਿਹਾ ਕੰਮ ਲੈ ਲਈਏ। ਇਸ਼ਨਾਨ ਕਰਕੇ ਅਤੇ ਆਨੰਦ ਸਾਹਿਬ ਦਾ ਪਾਠ ਕਰਨਾ ਮੈਂ, ਕਿਉਂਕਿ 5 ਪਿਆਰੇ ਸਾਹਿਬਾਨ ਮੈਨੂੰ ਲੈਣ ਵਾਸਤੇ ਆ ਗਏ ਨੇ। ਔਰ ਕਹਿਣ ਲੱਗੇ, ਸਾਨੂੰ ਤਾਂ ਦਿਸਦੇ ਨਹੀਂ। ਕਹਿੰਦੇ, ਆਹ ਵੇਖੋ ਖੜ੍ਹੇ ਮੇਰੇ ਮੰਜੇ ਕੋਲ। ਅਤੇ ਦੂਜੇ ਸਿੰਘ ਨੂੰ ਪਰਛਾਵੇਂ ਦਿਸੇ ਸੀ 5, ਔਰ ਦਰਸ਼ਨ ਨਹੀਂ ਸੀ ਹੋਏ, ਪਰਛਾਵੇਂ ਦਿਸੇ ਸੀ ਅਤੇ ਦਰਸ਼ਨ ਉਹਨੂੰ ਹੋ ਰਹੇ ਸੀ। ਫਿਰ ਉਹਨੇ ਚੌਂਕੜਾ ਮਾਰ ਕੇ ਪੂਰਾ ਆਨੰਦ ਸਾਹਿਬ ਦਾ ਪਾਠ ਕੀਤਾ ਅਤੇ ਪਾਠ ਕਰਦਿਆਂ ਸਾਰੀ ਸਿਰਹਾਣੇ 'ਤੇ ਸਿਰ ਰੱਖਿਆ ਅਤੇ ਉਹਦੇ ਸਰੀਰ ਦਾ ਅੰਤ ਹੋ ਗਿਆ। ਇਸ ਪ੍ਰਕਾਰ ਦੀ ਦਾਤ ਮਿਲਦੀ ਆ। ਇਹ ਵੱਡੀ ਦਾਤ ਹੈ, ਛੋਟੀ ਜਿਹੀ ਦਾਤ ਨਹੀਂ। ਹਜ਼ੂਰ ਦੱਸ ਰਹੇ ਨੇ ਕਿ ਉਹ ਜਿਹੜੇ ਜਮ ਹਨ ਉਹਨਾਂ ਦੇ ਸਾਥ ਨਾਲ ਨਹੀਂ ਫਿਰ ਜਾਂਦਾ।
2007 ਦੀ ਇੱਕ ਘਟਨਾ ਇੰਜ ਵੀ ਹੈ, ਜਿਹੜੇ ਹਰਿਮੰਦਰ ਸਾਹਿਬ ਦੇ ਰਾਗੀ ਸਿੰਘ ਨੇ ਭਾਈ ਕਾਰਜ ਸਿੰਘ ਦਾਸ ਦੇ ਨਾਲ ਅਸੀਂ ਇਕੱਠੇ ਰਹੇ ਹਾਂ ਜਥੇ ਵਿੱਚ। ਉਹਨਾਂ ਦੇ ਪਿਤਾ ਜੀ ਬਹੁਤ ਗੁਰਮੁਖ ਸੀਗੇ ਅਤੇ ਗੁਰੂ ਘਰ ਦੀ ਸੇਵਾ ਕਮਾਉਣੀ, ਅਸਥਾਨਾਂ ਦੇ ਦਰਸ਼ਨ ਕਰਨੇ, ਨਾਮ ਜਪਦੇ ਰਹਿਣਾ। ਇਲਾਕੇ ਦੇ ਲੋਕ ਜਾਣਦੇ ਨੇ ਕਿ ਉਹ ਨਿਰਛਲ ਵਿਅਕਤੀ ਸੀ, ਨਾ ਕਿਸੇ ਦੀ ਨਿੰਦਿਆ, ਨਾ ਚੁਗਲੀ, ਨਾ ਕੋਈ ਪਾਰਟੀਬਾਜੀ, ਧੜੇਬੰਦੀ, ਕੁਛ ਨਹੀਂ। ਹਰ ਇੱਕ ਨਾਲ ਚੰਗਾ ਵਿਹਾਰ ਸੀ। ਚੰਗੇ ਗੁਰਮੁਖ ਸਨ, ਧਰਮ ਦੀ ਕਿਰਤ ਕਰਕੇ ਛਕਣ ਵਾਲੇ ਕਿਰਸਾਨ ਸਨ। ਅਤੇ 2007 ਜੁਲਾਈ ਦੇ ਮਹੀਨੇ ਉਹਨਾਂ ਦੇ ਸਰੀਰ ਦਾ ਅੰਤ ਹੋਇਆ। ਉਹਨਾਂ ਨੇ ਆਪ ਆਪਣੇ ਕੁਝ ਵਾਕਬ ਕਾਰ ਸੇਵਾ ਵਾਲੇ ਗੁਰਮੁਖਾਂ ਨੂੰ ਜਾ ਕੇ ਦੱਸਿਆ ਸੀ ਕਿ ਮੈਂ ਹਫ਼ਤੇ ਬਾਅਦ ਚੜ੍ਹਾਈ ਕਰਨੀ ਹੈ ਅਤੇ ਮੇਰੇ ਸੰਸਕਾਰ 'ਤੇ ਤੁਸੀਂ ਆਇਓ, ਆਪਣੇ ਹੱਥੀਂ ਮੇਰਾ ਸੰਸਕਾਰ ਕਰ ਦਿਓ, ਮੈਂ ਹੁਣ ਜਾਣ ਵਾਲਾ। ਔਰ ਜਿਹੜੀ ਤਰੀਕ ਦੱਸੀ ਸੀ, ਜਿੰਨੀ ਤਰੀਕ ਨੂੰ ਚੜ੍ਹਾਈ ਕਰਨਾ, ਉਸ ਦਿਨ ਆਪ ਉੱਠ ਕੇ ਉਹਨਾਂ ਪਹਿਲਾਂ ਇਸ਼ਨਾਨ ਕਰਕੇ ਨਿਤਨੇਮ ਆਦਿ ਕੀਤਾ। ਫਿਰ ਉਹਨਾਂ ਨੇ ਪਸ਼ੂ ਜਿੱਥੇ ਬੱਧੇ ਸੀ ਸਾਰੇ ਪਸ਼ੂਆਂ ਨੂੰ ਨਵਾਇਆ ਧੋਇਆ ਔਰ ਪਾਣੀ ਛਿੜਕਿਆ, ਝਾੜੂ ਮਾਂਜਾ ਕੀਤਾ। ਫਿਰ ਉਹਨਾਂ ਨੇ ਸ਼ਰਦਾਈ ਰਗੜੀ ਅਤੇ ਫਿਰ ਖੇਤਾਂ 'ਚ ਕੰਮ ਕਰਦੇ ਲੋਕਾਂ ਨੂੰ, ਮਜ਼ਦੂਰਾਂ ਨੂੰ ਆਵਾਜ਼ਾਂ ਮਾਰ ਮਾਰ ਕੇ ਸੱਦਿਆ ਅਤੇ ਸਭ ਨੂੰ ਸਰਦਾਈ ਛਕਾਈ। ਅਤੇ ਫਿਰ ਉਹ ਮੰਜੇ 'ਤੇ ਚਾਦਰ ਵਛਾਈ ਸੀ ਅਤੇ ਸਿਰਹਾਣਾ ਰੱਖਿਆ ਹੋਇਆ ਸੀ ਅਤੇ ਸਾਰਿਆਂ ਨੂੰ ਫਤਿਹ ਗਜਾ ਕੇ ਅਤੇ ਲੰਮੇ ਪੈ ਗਏ ਅਤੇ ਇੱਕ ਬਿੰਦ ਵਿੱਚ ਹੀ ਸਰੀਰ ਤਿਆਗ ਦਿੱਤਾ। ਇਹ ਜੁਲਾਈ 2007 ਦੀ ਘਟਨਾ ਹੈ। ਇਸ ਪ੍ਰਕਾਰ ਗੁਰੂ ਮਹਾਰਾਜ ਦੀ ਸਿੱਖੀ ਕਮਾਉਣ ਦਾ ਐਸਾ ਲਾਭ ਹੈ, ਨਾਮ ਨਾਲ ਜੁੜਨ ਦਾ ਐਸਾ ਲਾਭ ਹੈ। ਹਜ਼ੂਰ ਕਹਿੰਦੇ ਨੇ ਜਿਹੜਾ ਮੰਨ ਲੈਂਦਾ ਉਹ ਜਮਾਂ ਦੇ ਸਾਥ ਨਹੀਂ ਜਾਂਦਾ। ਧਰਮਰਾਜ ਦਰ ਕਾਗਦ ਫਾਰੇ ਜਨ ਨਾਨਕ ਲੇਖਾ ਸਮਝਾ, ਧਰਮ ਰਾਏ ਅਬ ਕਹਾਂ ਕਰੈਗੋ ਜੋ ਫਾਟਿਓ ਸਗਲੋ ਲੇਖਾ। ਐਸਾ ਨਾਮ ਨਿਰੰਜਨ ਹੋਏ, ਨਿਰੰਜਨ ਮਾਇਆ ਦੀ ਕਾਲਖ ਤੋਂ ਰਹਿਤ ਜੋ ਵਾਹਿਗੁਰੂ ਹੈ, ਉਹਦਾ ਨਾਮ ਇਹੋ ਜਿਹਾ ਹੈ। ਜੇ ਕੋ ਮਨ ਜਾਣੈ ਮਨ ਕੋਏ, ਜੇ ਕੋਈ ਆਪਣੇ ਮਨ ਦੇ ਅੰਦਰ ਮੰਨ ਕੇ ਜਾਣ ਲੈਂਦਾ ਹੈ, ਜੇ ਕੋਈ ਏਡੀ ਮਹਾਨਤਾ ਜਾਣ ਲੈਂਦਾ, ਆਪਣੇ ਮਨ ਅੰਦਰ ਮੰਨ ਲੈਂਦਾ, ਜਾਣ ਲੈਂਦਾ ਹੈ, ਤਾਂ ਉਹਨੂੰ ਇਹ ਦਾਤਾਂ ਮਿਲਦੀਆਂ। ਅੱਗੇ ਹਜ਼ੂਰ ਫਰਮਾਨ ਕਰਦੇ ਨੇ, ਮੰਨੈ ਮਾਰਗ ਠਾਕ ਨਾ ਪਾਏ। ਮਾਰਗ ਨਾਮ ਰਸਤੇ ਦਾ, ਇਸ ਸੰਸਾਰ ਦੇ ਰਸਤੇ 'ਤੇ ਚੱਲਦਿਆਂ, ਸੰਸਾਰ 'ਚ ਵਿਚਰਦਿਆਂ, ਪਰਮਾਰਥਕ ਰਾਹ 'ਤੇ ਚੱਲਦਿਆਂ, ਸੰਸਾਰ ਦੇ ਵਿੱਚ ਰਹਿੰਦਿਆਂ, ਜਿਹੜਾ ਭਗਤੀ ਦਾ ਮਾਰਗ ਹੈ, ਗੁਰੂ ਦਾ ਦੱਸਾ ਮਾਰਗ ਹੈ, ਇਸ ਮਾਰਗ 'ਤੇ ਚੱਲਦਿਆਂ ਉਹਨੂੰ ਕੋਈ ਠਾਕ ਰੋਕ ਨਹੀਂ ਪਾ ਸਕਦਾ, ਉਹਨੂੰ ਕੋਈ ਰੋਕ ਨਹੀਂ ਸਕਦਾ ਹੈ। ਜਿਹਦਾ ਮਨ ਮੰਨਿਆ ਹੋਇਆ, ਉਹਦੇ ਰਸਤੇ 'ਚ ਕਈ ਰੁਕਾਵਟਾਂ ਲੋਕ ਖੜੀਆਂ ਕਰਨ ਤੇ ਨਹੀਂ ਰੋਕ ਸਕਦੇ। ਜਿਵੇਂ ਭਗਤ ਨਾਮਦੇਵ ਜੀ ਨੂੰ ਮਾਰਨ ਦਾ ਯਤਨ ਕੀਤਾ ਗਿਆ ਵੀ ਜਾਂ ਤਾਂ ਖੁਦਾ ਜਪਣ ਲੱਗ ਜਾ, ਜਾਂ ਮਾਰ ਦਿੱਤਾ ਜਾਏਗਾ, ਜਾਂ ਮਰੀ ਗਊ ਜਿਉਂਦੀ ਕਰ। ਭਗਤ ਜੀ ਕਹਿਣ ਲੱਗੇ, ਮੈਂ ਮਰੀ ਹੋਈ ਗਊ ਨੂੰ ਜਿਉਂਦੀ ਨਹੀਂ ਕਰਾਂਗਾ ਅਤੇ ਖੁਦਾ ਵੀ ਨਾ ਕਹਾਂਗਾ, ਤੁਸਾਂ ਮਾਰਨਾ ਤਾਂ ਮਾਰ ਦਿਓ। 7.5 ਘੜੀਆਂ ਦਾ ਸਮਾਂ ਦਿੱਤਾ ਗਿਆ ਅਤੇ ਭਗਤ ਜੀ ਆਪ ਲਿਖਦੇ ਨੇ, 7 ਘੜੀ ਜਬ ਬੀਤੀ ਸੁਣੀ, ਅਜੋ ਨਾ ਆਇਓ ਤ੍ਰਿਭਵਨ ਧਣੀ। ਪਾਖੰਤਣ ਬਾਜ ਬਜਾਏਲਾ, ਗਰੁੜ ਚੜ੍ਹੇ ਗੋਬਿੰਦ ਆਏਲਾ, ਆਪਣੇ ਭਗਤ ਪਰ ਕੀ ਪ੍ਰਤਪਾਲ, ਗਰੁੜ ਚੜ੍ਹੇ ਆਏ ਗੋਪਾਲ। ਕਹੇ ਤਾਂ ਧਰਨ ਇਕੋਡੀ ਕਰੋ, ਕਹੇ ਤਾਂ ਲੈ ਕਰ ਉਪਰ ਧਰੋ, ਕਹੇ ਤਾਂ ਮੋਈ ਗਊ ਦਿਓ ਜੀ ਆਏ, ਸਭ ਕੋਈ ਦੇਖਿਆ ਪਤੀ ਆਏ। ਨਾਮਾ ਪ੍ਰਣਵੈ ਸੇਲ ਮਸੇਲ, ਗਊ ਦੁਹਾਈ ਬਸ਼ਰਾ ਮੇਲ, ਦੁੱਧ ਹੈ ਦੋਇ ਜਬ ਮਟਕੀ ਭਰੀ, ਲੈ ਬਾਦਸ਼ਾਹ ਕੇ ਆਗੇ ਧਰੀ। ਬਾਦਸ਼ਾਹ ਮਹਿਲ ਮੈਂ ਜਾਏ, ਔ ਕਟਕੀ ਕਟ ਲਾਗੀ ਆਏ। ਸੋ ਇਸ ਪ੍ਰਕਾਰ ਦੀ ਖੇਡ ਵਾਪਰੀ। ਬਾਦਸ਼ਾਹ ਨੇ ਕੀ ਰੋਕ ਪਾਉਣੀ ਸੀ, ਚਰਨੀ ਲੱਗਣਾ ਪੈ ਗਿਆ। ਸਾਰੀ ਦੁਨੀਆ 'ਤੇ ਨਾਮਦੇਵ ਜੀ ਦੀ ਜੈ ਜੈਕਾਰ ਹੋਈ। ਮਰੀ ਗਊ ਵੀ ਵਾਹਿਗੁਰੂ ਨੇ ਜਿਉਂਦੀ ਕੀਤੀ। ਔਰ ਇਸੇ ਤਰ੍ਹਾਂ ਕਬੀਰ ਜੀ ਨੂੰ ਆਪ ਉਹ ਲਿਖਦੇ ਨੇ ਕਿ ਗੰਗ ਗੁਸਾਇਨ ਗਹਿਰ ਗੰਭੀਰ, ਜੰਜੀਰ ਬੰਦ ਕਰ ਖਰੇ ਕਬੀਰ। ਅਤੇ ਉਹਨਾਂ ਨੂੰ ਪਕੜ ਕੇ ਜੂੜ ਕੇ ਹਾਥੀ ਅੱਗੇ ਵੀ ਸੁੱਟਿਆ ਗਿਆ ਸੀ ਕਿ ਰੇ ਮਹਾਵਤ ਤੁਝ ਡਾਰੋਂ ਕਾਟ, ਇਸੇ ਤੁਰਾਵੋ ਘਾਲੋ ਸਾਟ। ਕਹਿੰਦੇ ਕਿਆ ਅਪਰਾਧ ਸੰਤ ਹੈ ਕੀਨਾ, ਬਾਂਧ ਕੋਟ ਕੁੰਚਰ ਕੋ ਦੀਨਾ। ਕੁੰਚਰ ਪੋਟ ਲੈ ਲੈ ਨਮਸਕਾਰ ਹੈ, ਬੂਝੀ ਨਹੀਂ ਕਾਜੀ ਅੰਧਿਆਰਾ ਹੈ। ਕਹਿ ਕਬੀਰ ਹਮਰਾ ਗੋਬਿੰਦ, ਚੌਥੇ ਪਦ ਮੈਂ ਜਨਕੀ ਜਿੰਦ। ਕਬੀਰ ਜੀ ਕਹਿੰਦੇ ਸੀ ਤੇ ਚੌਥੇ ਪਦ 'ਚ ਪਹੁੰਚੇ ਹੋਏ ਆ। ਮਨ ਨਾ ਡਿੱਗਿਆ ਤਨ ਕਾਹੇ ਕੋ ਡਰਾਏ, ਚਰਨ ਕਮਲ ਚਿਤ ਰਹਿਓ ਸਮਾਏ। ਭਗਤ ਜੀ ਦੀ ਭਗਤੀ ਵਿੱਚ ਕੋਈ ਰੋਕ ਨਾ ਪਾ ਸਕਿਆ ਬਾਦਸ਼ਾਹ ਲੋਕ ਵੀ, ਤੇ ਚਰਨੀ ਪੈਣਾ ਪੈ ਗਿਆ। ਕੋਈ ਉਹਨਾਂ ਨੂੰ ਮਾਰ ਨਾ ਸਕਿਆ। ਇਤਿਆਦਿਕ ਕੋਈ ਉਹਨਾਂ ਦੇ ਮਾਰਗ ਵਿੱਚ ਠਾਕ ਰੋਕ ਨਹੀਂ ਪਾ ਸਕਦਾ। ਉਹ ਸਿੱਧੇ ਆਪਣੇ ਵਾਹਿਗੁਰੂ ਦੇ ਪਿਆਰੇ ਉਸ ਰਸਤੇ 'ਤੇ ਚੱਲਦੇ ਨੇ। ਸ਼ਹੀਦ ਵੀ ਉਹ ਕੋਈ ਕਰ ਦੇਵੇ, ਸਰੀਰ ਵੀ ਉਹਨਾਂ ਦਾ ਨਾ ਰਹੇ, ਪਰ ਕੋਈ ਅਧੀਨ ਤਾਂ ਨਹੀਂ ਨਾ ਕਰ ਸਕਦਾ। ਅਧੀਨ ਕਰਕੇ ਉਹਨਾਂ ਨੂੰ ਉਸ ਰਸਤੇ ਤੋਂ ਕੋਈ ਦੂਜੇ ਪਾਸੇ ਨਹੀਂ ਲਿਜਾ ਸਕਦਾ। ਮੰਨੈ ਪਤ ਸਿਉ ਪ੍ਰਗਟ ਜਾਏ। ਜਿਹੜਾ ਮੰਨ ਲੈਂਦਾ ਹੈ ਗੁਰਾਂ ਦੇ ਉਪਦੇਸ਼ ਨੂੰ, ਵਾਹਿਗੁਰੂ ਦੇ ਨਾਮ ਨੂੰ ਦ੍ਰਿੜ ਕਰ ਲੈਂਦਾ ਹੈ, ਉਹ ਪਤ ਇੱਜ਼ਤ ਦੁਆਰਾ
ਸੰਸਾਰ ਵਿੱਚ ਪ੍ਰਗਟ ਹੋ ਜਾਂਦਾ ਹੈ। ਭਗਤ ਭਗਤ ਜਗ ਵੱਜਿਆ ਚੌਂ ਚੱਕਾਂ ਦੇ ਵਿੱਚ ਚਮਰੇਟਾ, ਭਾਈ ਗੁਰਦਾਸ ਨੇ ਲਿਖਿਆ। ਰਵਿਦਾਸ ਜੀ ਚਮਿਆਰ ਸੀ, ਹੋਰ ਵੀ ਬੇਅੰਤ ਚਮਿਆਰ ਹੋਣਗੇ, ਪਰ ਜਿਹੜੀ ਜੈ ਜੈਕਾਰ ਰਵਿਦਾਸ ਜੀ ਦੀ ਹੋਈ ਆ ਹੋਰ ਕਿਸੇ ਦੀ ਤਾਂ ਨਹੀਂ ਨਾ। ਔਰ ਚਾਰ ਵਰਨ ਪਏ ਪਾ ਗਿਆ ਹੈ। ਇਸ ਤਰ੍ਹਾਂ ਅੱਜ ਵੀ ਨਾਮ ਉਹਨਾਂ ਦਾ। ਧਰੂ ਜੀ ਪ੍ਰਹਿਲਾਦ ਜੀ ਸਤਜੁਗ ਵੇਲੇ ਹੋਏ ਨੇ, ਨਾਮਦੇਵ ਜੀ, ਕਬੀਰ ਜੀ, ਰਵਿਦਾਸ ਜੀ ਕਦੋਂ ਦੇ ਹੋ ਚੁੱਕੇ ਨੇ, ਪਰ ਅੱਜ ਵੀ ਜੈ ਜੈਕਾਰ ਹੋ ਰਹੀ। ਕਿਸੇ ਬਾਦਸ਼ਾਹ ਦਾ ਜਸ ਥੋੜ੍ਹਾ ਗਾਇਆ ਜਾ ਰਿਹਾ। ਇੱਕ ਵਾਰੀ ਹਜ਼ੂਰ ਕਲਗੀਧਰ ਪਾਤਸ਼ਾਹ ਨੂੰ ਪੁੱਛਿਆ ਕਿ ਗੁਰੂ ਮਹਾਰਾਜ ਜੀ ਨਾਮ ਦੀ ਮਹਾਨਤਾ ਬਾਰੇ ਕੋਈ ਬਚਨ ਸੁਣਾਓ, ਤਾਂ ਹਜ਼ੂਰ ਨੇ ਕਿਹਾ ਸੁਣਾਵਾਂਗੇ। ਜਦੋਂ ਦੀਵਾਨ ਲੱਗਿਆ ਤਾਂ ਹਜ਼ੂਰ ਨੇ ਕਿਹਾ ਦੱਸੋ ਕਬੀਰ ਜੀ ਦੇ ਵੇਲੇ ਬਾਦਸ਼ਾਹ ਕੌਣ ਹੋਇਆ ਸੀ? ਕੋਈ ਕਿਸੇ ਦਾ ਨਾਮ ਲੈਂਦਾ ਸੀ, ਕੋਈ ਕਿਸੇ ਦਾ ਨਾਮ ਲੈਂਦਾ ਸੀ, ਸਹੀ ਨਾ ਕੋਈ ਦੱਸ ਸਕਿਆ। ਤਾਂ ਹਜ਼ੂਰ ਕਹਿਣ ਲੱਗੇ ਕਬੀਰ ਜੀ ਕੌਣ ਸੀ? ਕਹਿਣ ਲੱਗੇ ਜੀ ਕਬੀਰ ਜੀ ਜੁਲਾਏ ਸਨ। ਨੀਰੂ ਤੇ ਨੀਮਾ ਉਹਨਾਂ ਦੇ ਮਾਤਾ ਪਿਤਾ ਦਾ ਨਾਮ ਸੀ, ਔਰ ਧਰਮ ਪਤਨੀ ਦਾ ਨਾਂ ਸੀ ਮਾਈ ਲੋਈ, ਪੁੱਤਰ ਦਾ ਨਾਂ ਕਮਾਲਾ, ਧੀ ਦਾ ਨਾਂ ਕਮਾਲੀ। ਕਹਿਣ ਲੱਗੇ ਇਹ ਕੀ ਗੱਲ, ਕਬੀਰ ਜੀ ਬਾਰੇ ਸਾਰਾ ਕੁਝ ਜਾਣਦੇ ਹੋ, ਤੁਸੀਂ ਕਹਿੰਦੇ ਵੀ ਬਾਣੀ ਵੀ ਗੁਰੂ ਗ੍ਰੰਥ ਸਾਹਿਬ 'ਚ ਉਹਨਾਂ ਦੀ ਇਹ ਤੁਸੀਂ ਜਾਣਦੇ ਹੋ, ਕਿਉਂ ਲਿਖਾਈ ਉਹਨਾਂ ਦੀ ਬਾਣੀ, ਕਿਉਂ ਪੜ੍ਹਦੇ ਹੋ? ਕਹਿੰਦੇ ਜੀ ਨਾਮ ਜਪਿਆ ਸੀ। ਕਹਿੰਦੇ ਬਸ ਇਹੀ ਗੱਲ ਹੈ ਕਿ ਜਿਹੜੇ ਰਾਜੇ ਮਹਾਰਾਜੇ ਆ ਉਹਨਾਂ ਦੇ ਜਿਉਂਦਿਆਂ ਉਹਨਾਂ ਦਾ ਨਾਮ ਲੋਕ ਲੈਂਦੇ ਨੇ, ਵਡਿਆਈ ਕਰਦੇ ਨੇ, ਮੂੰਹ ਤੇ ਪਿੱਠ ਪਿੱਛੇ ਨਿੰਦਾ। ਮਰ ਜਾਣ, ਉਹ ਸਾਗਤ ਬੱਪਰਾ ਮਰ ਗਿਆ ਕੋਈ ਨਾ ਲਹਿ ਨਾ ਉਹ। ਔਰੰਗਜ਼ੇਬ ਬਾਦਸ਼ਾਹ ਆਪਣੇ ਸਮੇਂ ਵਿੱਚ ਬੜਾ ਪ੍ਰਸਿੱਧ ਸੀ, ਬੜੀ ਦੁਨੀਆ ਖਲਕਤ ਉਹਦਾ ਪਾਣੀ ਭਰਦੀ, ਲੋਕ ਤਰਿੰਦੇ ਡਰਦੇ ਸਨ। ਪਰ ਅੱਜ ਔਰੰਗਾਬਾਦ ਦੇ ਕੋਲ ਖੁਲਦਾਬਾਦ ਹੈ, ਉੱਥੇ ਉਹਦੀ ਕਬਰ ਹੈ, ਤੇ ਜਿਹੜੇ ਉੱਥੇ ਬੈਠੇ ਮੁਜੌਰ ਨੇ ਉਹਦੀ ਕਬਰ ਤੇ ਉਹ ਆਉਣ ਜਾਣ ਵਾਲੇ ਯਾਤਰੂਆਂ ਕੋਲੋਂ ਪੈਸੇ ਮੰਗਦੇ ਨੇ ਤੇ ਸਾਨੂੰ ਕੁਛ ਨਾ ਕੁਛ ਦੇ ਕੇ ਜਾਓ, ਅਸੀਂ ਰਾਤ ਨੂੰ ਇੱਥੇ ਦੀਵਾ ਜਗਾਉਣਾ ਹੁੰਦਾ, ਔਰ ਨਾਲ ਸਾਡਾ ਰੋਜ਼ੀਨਾ ਵੀ ਚੱਲਦਾ ਰਹੇ, ਰੋਟੀ ਪਾਣੀ ਕੱਪੜਾ ਲੱਤਾ ਅਸੀਂ ਪਾਉਣਾ, ਸਾਨੂੰ ਪੈਸੇ ਦਿਓ। ਮੰਗਤੇ ਬਣ ਕੇ ਮੰਗਦੇ ਨੇ। ਪਰ ਜਿੱਥੇ ਧੰਨ ਗੁਰੂ ਤੇਗ ਬਹਾਦਰ ਜੀ ਨੂੰ ਦਿੱਲੀ ਦੇ ਚਾਂਦਨੀ ਚੌਂਕ ਸ਼ਹੀਦ ਕੀਤਾ ਗਿਆ ਸੀ, ਉੱਥੇ ਲੱਖਾਂ ਲੋਕ ਨਤਮਸਤਕ ਹੁੰਦੇ ਤੇ ਲੱਖਾਂ ਕਰੋੜਾਂ ਦਾ ਲੰਗਰ ਚੱਲ ਰਿਹਾ, ਔਰ ਲੋਕ ਸੜਕ ਤੋਂ ਹੀ ਨਮਸਕਾਰਾਂ ਕਰ ਕਰਕੇ ਲੰਘਦੇ ਨੇ। ਇਹ ਅੰਤਰ ਹੈ। ਸੋ ਇਸ ਪ੍ਰਕਾਰ ਜਿਹੜਾ ਇਹ ਪਰਮਾਰਥ ਦਾ ਮਾਰਗ ਹੈ ਇਹ ਬਹੁਤ ਮਹਾਨ ਹੈ। ਰਾਜੇ ਮਹਾਰਾਜੇ ਬਾਦਸ਼ਾਹਾਂ ਨੂੰ ਧਰਮ ਤੋਂ ਡਿੱਗ ਕੇ ਕਈ ਕੁਛ ਕੰਮ ਉਹ ਕਰਦੇ ਨੇ, ਤੇ ਫਿਰ ਉਹ ਕੇਵਲ 4 ਦਿਨਾਂ ਦੀ ਸੋਭਾ ਹੈ, ਮਾਇਆ ਦੀ ਸੋਭਾ 4 ਦਿਹਾੜੇ ਜਾਂਦੀ ਬਿਲਮ ਨਾ ਹੋਏ। ਰੱਬ ਦਾ ਪਿਆਰਾ ਇਸ ਦੁਨੀਆ ਵਿੱਚ ਵੀ ਸੱਚੀ ਇੱਜ਼ਤ ਪ੍ਰਾਪਤ ਕਰਦਾ ਤੇ ਪ੍ਰਗਟ ਪ੍ਰਸਿੱਧ ਹੋ ਜਾਂਦਾ, ਤੇ ਅਗਲੇ ਜਹਾਨ ਵੀ ਪਤ ਸਿਉ ਜਾਏ, ਆਪਣੀ ਇੱਜ਼ਤ ਲੈ ਕੇ ਜਾਂਦਾ। ਉੱਥੇ ਦਰਗਾਹ ਵਿੱਚ ਵੀ ਰੇ ਰੇ ਦਰਗਾਹ ਕਹੈ ਨਾ ਕੋ, ਆਓ ਬੈਠ ਆਦਰ ਸੁਭ ਦੇਉ, ਉਹ ਮਹਿਲ ਨਹੀਂ ਪਾਵਹਿ ਤੂੰ ਬਾਸਾ, ਜਨਮ ਮਰਨ ਨਾ ਹੋਏ ਬਨਾਸਾ। ਐਸੀ ਦਾਤ ਉਹਨਾਂ ਨੂੰ ਮਿਲਦੀ ਹੈ। ਮੰਨੈ ਮੱਗ ਨਾ ਚੱਲੈ ਪੰਥ, ਮੱਗ ਵੀ ਤੇ ਪੰਥ ਵੀ ਰਸਤੇ ਦਾ ਨਾਮ ਹੀ ਹੈ। ਇੱਥੇ ਇੱਕ ਇਹ ਵੀ ਅਰਥ ਲੱਗੇਗਾ ਕਿ ਜਿਹੜੇ ਹੋਰ ਮਤ ਹਨ, ਇੱਕ ਤਾਂ ਮਾਰਗ ਸੰਸਾਰ ਦਾ, ਉਹ ਸੰਸਾਰੀਆਂ ਵਾਂਗ ਭੇਡ ਚਾਲ ਜਿਹੜੇ ਰਸਤੇ ਲੋਕ ਚੱਲ ਰਹੇ ਨੇ ਉਸੇ ਰਸਤੇ ਨਹੀਂ ਚੱਲਦਾ, ਉਹਦੀ ਮਾਰਗ ਉਹਦਾ ਬਦਲ ਜਾਂਦਾ। ਸੰਸਾਰੀਆਂ ਵਾਂਗ ਉਹਦਾ ਜੀਵਨ ਨਹੀਂ ਹੈ, ਉਹ ਸੰਸਾਰੀ ਜੀਵਨ ਦੇ ਮਾਰਗ ਤੇ ਨਹੀਂ ਚੱਲਦਾ। ਸੰਸਾਰ 'ਚ ਰਹਿੰਦਾ ਹੋਇਆ ਹੀ ਉਹਦਾ ਨਿਰਾਲਾ ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ ਭਗਤਾਂ ਕੇਰੀ, ਬਿਖਮ ਮਾਰਗ ਚੱਲਣਾ। ਉਹਦਾ ਮਾਰਗ ਦੁਨੀਆ ਨਾਲੋਂ ਵੱਖਰਾ ਹੈ ਔਰ ਨਿਰਾਲਾ ਜੀਵਨ ਹੈ। ਤੇ ਜਿਹੜੇ ਪੰਥ ਨੇ ਅਖੌਤੀ ਧਰਮ ਦੇ ਪੰਥ, ਕਿ ਐਸ ਭੇਖ ਨੂੰ ਧਾਰਨ ਕਰ ਲਓ, ਐਸ ਭੇਖ ਨੂੰ ਧਾਰਨ ਕਰ ਲਓ, ਇਹ ਭਰਮ ਦਾ ਭੜਕਦਾ ਨਹੀਂ। ਉਹ ਤੇ ਕਦੇ ਉਸ ਦੇ ਪੱਖ ਤੇ ਚੱਲ ਪਈਏ, ਭੇਖ ਧਾਰ ਲਈਏ, ਕਦੇ ਉਸ ਦਾ ਭੇਖ ਧਾਰ ਲਈਏ। ਜਿਵੇਂ ਗੁਰੂ ਨਾਨਕ ਸਾਹਿਬ ਨੂੰ ਸਿੱਧਾ ਨੇ ਜ਼ੋਰ ਲਾਇਆ ਸੀ ਵੀ ਸਾਡੇ ਪੰਥ ਵਿੱਚ ਆਓ, ਆਈ ਪੰਥ ਵਿੱਚ ਆਓ, ਤਾਂ ਹਜ਼ੂਰ ਨੇ ਕਿਹਾ ਆਈ ਪੰਥੀ ਸਗਲ ਜਮਾਤੀ, ਸਾਰੀਆਂ ਜਮਾਤਾਂ ਸਾਡੀਆਂ ਹੀ ਨੇ, ਅਸੀਂ ਸਾਰਿਆਂ ਦੇ ਨਾਲ ਹੀ ਹਾਂ, ਇਹ ਸਾਡਾ ਆਈ ਪੰਥ ਹੈ। ਸਾਰੇ ਲੋਕ ਹੀ ਪ੍ਰਮਾਤਮਾ ਦੇ ਪੈਦਾ ਕੀਤੇ, ਅਸੀਂ ਪ੍ਰਮਾਤਮਾ ਦੇ ਉਪਾਸ਼ਕ ਹਾਂ, ਲੋਕ ਉਸ ਦੇ ਪੈਦਾ ਕੀਤੇ ਨੇ, ਸਾਰੇ ਆਪਣੇ ਨੇ, ਸਾਰਿਆਂ ਨੂੰ ਭਾਈ ਕਹਿੰਦੇ ਅਸੀਂ। ਇਸ ਪ੍ਰਕਾਰ ਉਹ ਸੰਸਾਰ ਦੇ ਮੱਗ ਰਸਤੇ ਤੇ ਨਹੀਂ ਚੱਲਦਾ, ਤੇ ਨਾ ਹੀ ਆਪਣਾ ਕੋਈ ਵੱਖਰਾ ਰਾਹ ਚਲਾਉਂਦਾ ਹੈ, ਤੇ ਨਾ ਹੀ ਕਿਸੇ ਦੇ ਰਸਤੇ ਤੇ ਚੱਲਦਾ। ਜਿਹੜੇ ਕਰਮਕਾਂਡੀ ਪੰਥ ਨੇ, ਵੱਖਰੇ ਵੱਖਰੇ ਉਹਨਾਂ ਲਿਬਾਸ ਧਾਰੇ ਨੇ, ਆਹ ਚਿੰਨ੍ਹ ਧਾਰਿਆ, ਆਹ ਚਿੰਨ੍ਹ ਧਾਰਿਆ, ਇੰਜ ਨਹੀਂ ਉਹ ਚੱਲਦਾ। ਮੰਨੈ ਧਰਮ ਸੇਤੀ ਸੰਬੰਧ, ਜਿਹੜਾ ਮੰਨ ਲੈਂਦਾ ਗੁਰਾਂ ਦੇ ਉਪਦੇਸ਼ ਨੂੰ, ਉਹਦਾ ਅਸਲੀ ਸਤ ਧਰਮ ਦੇ ਨਾਲ ਸੰਬੰਧ ਬਣਦਾ। ਉਹ ਸਵਾਲ ਉੱਠਦਾ ਹੈ ਕਿ ਧਰਮ ਕਿਆ ਚੀਜ਼ ਹੈ? 2 ਤਰ੍ਹਾਂ ਦਾ ਧਰਮ ਹੁੰਦਾ ਹੈ। ਇੱਕ ਤਾਂ ਜਿਵੇਂ ਵੱਖਰੇ ਵੱਖਰੇ ਧਰਮ ਨੇ,
ਅਸਾਧਾਰਨ ਧਰਮ, ਜਿਵੇਂ ਕੋਈ ਸਿੱਖ ਹੈ, ਕੋਈ ਮੁਸਲਮਾਨ ਹੈ, ਕੋਈ ਈਸਾਈ ਹੈ, ਕੋਈ ਸਨਾਤਨੀ ਹੈ, ਕੋਈ ਬੋਧੀ ਹੈ, ਕੋਈ ਜੈਨੀ ਹੈ, ਵੱਖਰੇ ਵੱਖਰੇ ਮਤ ਨੇ। ਅਸਲ ਵਿੱਚ ਸਾਰੇ ਧਰਮਾਂ ਦਾ ਮਾਰਗ ਜਿਹੜਾ ਇਹ ਸਾਰਾ ਹੀ ਮਨੋਰਥ ਉਹ ਹੈ ਇਨਸਾਨ ਨੂੰ ਇਨਸਾਨ ਬਣਾਉਣਾ, ਬਲਕਿ ਇਨਸਾਨ ਤੋਂ ਭਗਵਾਨ ਦਾ ਰੂਪ ਬਣਨਾ ਪਰਮਾਰਥ ਇਹ ਹੈ। ਪਹਿਲਾਂ ਤਾਂ ਲੋਕ ਅਸਲ ਵਿੱਚ ਜਾਮੇ ਇਨਸਾਨ ਦੇ ਹਨ, ਤੇ ਇਨਸਾਨ ਦੇ ਜਾਮੇ ਤੋਂ, ਇਨਸਾਨਾਂ ਵਾਲੇ ਕਰਮਾਂ ਤੋਂ, ਕਰਤੂਤ ਤੋਂ ਡਿੱਗ ਕੇ ਬਣਦੇ ਨੇ ਸ਼ੈਤਾਨ ਜਾਂ ਹੈਵਾਨ। ਕੁਝ ਲੋਕ ਭੈੜੇ ਕਰਮ ਕਰਦੇ ਨੇ, ਸਭ ਕੁਝ ਬੁੱਧੀ ਹੁੰਦਿਆਂ ਹੋਇਆਂ ਵੀ। ਕੁਝ ਬਿਲਕੁਲ ਪਸ਼ੂ ਨੇ, ਕਰਤੂਤ ਪਸ਼ੂ ਕੀ ਮਾਨਸ ਜਾਤ, ਹੈਵਾਨ ਨਾਮ ਪਸ਼ੂ ਦਾ। ਤੇ ਧਰਮ ਇਸ ਵਾਸਤੇ ਉਪਦੇਸ਼ਿਆ ਗਿਆ, ਧਰਮ ਦੀ ਰੂਪ ਰੇਖਾ, ਗੁਣ, ਚਿੰਨ੍ਹ, ਸਾਰਾ ਕੁਛ, ਮਰਿਆਦਾਵਾਂ ਉਪਦੇਸ਼ ਦਿੱਤਾ ਗਿਆ ਵੀ ਇਹ ਇਨਸਾਨ ਦਾ ਜਾਮਾ ਤੈਨੂੰ ਮਿਲਿਆ ਤੇ ਇਨਸਾਨ ਬਣ ਕੇ ਰਹੋ, ਕਰਮ ਚੰਗੇ ਕਰ। ਤੇ ਫਿਰ ਨਾਲ ਉਪਾਸ਼ਨਾ ਦੱਸੀ ਗਈ ਵੱਖ ਵੱਖ ਧਰਮਾਂ 'ਚ, ਉਪਾਸ਼ਨਾ ਪਰਮਾਤਮਾ ਦੀ। ਤੇ ਫਿਰ ਅੱਗੇ ਗਿਆਨ ਦੀ ਪ੍ਰਾਪਤੀ ਜੇ ਹੋ ਜਾਏ ਤੇ ਫਿਰ ਇਹ ਭਗਵਾਨ ਦਾ ਸਰੂਪ ਹੈ, ਇਨਸਾਨ ਤੋਂ ਤਰੱਕੀ ਕਰਕੇ ਭਗਵਾਨ ਰੂਪ ਬਣ ਜਾਂਦਾ। ਪਰ ਨਹੀਂ ਚੱਲਦੇ ਲੋਕ ਇਸ ਮਾਰਗ ਤੇ, ਧਰਮ ਨੂੰ ਧਾਰਨ ਕਰਨਾ ਔਖਾ ਹੋ ਰਿਹਾ। ਇੱਕ ਸਾਰੀ ਦੁਨੀਆ ਦਾ ਸਾਂਝਾ ਧਰਮ ਹੈ ਸ਼ੁਭ ਗੁਣ, ਇਨਸਾਨੀਅਤ ਵਾਲੇ ਗੁਣ। ਜਿਵੇਂ ਇੱਕ ਵਿਦਵਾਨ ਨੇ ਸੰਖੇਪ ਰੂਪ ਵਿੱਚ ਕਵਿਤਾ ਬਣਾ ਕੇ ਲਿਖੀ ਹੈ, ਖਿਮਾ ਅਹਿੰਸਾ, ਖਿਮਾ ਅਹਿੰਸਾ ਦਇਆ ਤਪ, ਦਇਆ ਮਿਰਦ, ਸਤ ਬਚਨ ਤਪ ਦਾਨ, ਸੀਲ ਸੌਚ ਤ੍ਰਿਸ਼ਨਾ ਬਿਨਾ, ਧਰਮ ਲਿੰਗ 10 ਜਾਨ। ਕਿਸੇ ਦੇ ਕਹੇ ਕੌੜੇ ਕਸੈਲੇ ਵਾਕ ਨੂੰ, ਕਿਸੇ ਦੀ ਕੀਤੀ ਵਧੀਕੀ ਨੂੰ ਜਰ ਲੈਣਾ ਤੇ ਮਾਫ ਕਰ ਦੇਣਾ, ਇਹ ਖਿਮਾ ਦਾ ਗੁਣ ਬੜਾ ਵੱਡਾ। ਸਮ ਸੰਤੋਖ ਨਾ ਔਰ ਸੁਖ ਤਪ ਨਾ ਖਿਮਾ ਸਮਝਾਨ, ਬ੍ਰਹਮ ਗਿਆਨ ਸਮਦਾਨ ਨਾ ਧਰਮ ਨਾ ਦਇਆ ਸਮਾਨ। ਅਹਿੰਸਾ, ਕਤਲੇਆਮ ਨਾ ਕਰਨਾ, ਜੀਆਂ ਨੂੰ ਮਾਰਨਾ ਨਾ। ਔਰ ਜ਼ਬਾਨ ਦੇ ਚਸਕੇ ਲਈ ਜਾਂ ਉਂਝ ਹੀ ਆਪਣੇ ਸੁੱਖਾਂ ਵਾਸਤੇ ਕਤਲੇਆਮ ਵੀ ਲੋਕ ਕਰਦੇ ਨੇ। ਜ਼ੁਲਮ ਕਰਨਾ, ਹਿਟਲਰ ਨੇ 60 ਲੱਖ ਬੰਦਾ ਮਾਰ ਸੁੱਟਿਆ, ਮਾਓ ਸੇ ਤੁੰਗ ਵਰਗਿਆਂ ਨੇ, ਚੰਗੇਜ਼ ਖਾਂ ਵਰਗਿਆਂ ਨੇ, ਔਰੰਗਜ਼ੇਬ ਵਰਗਿਆਂ ਨੇ ਕਿੰਨੀ ਦੁਨੀਆ ਮਾਰ ਕੱਤੀ। ਇਹ ਮੇਰੇ ਮਤ ਨੂੰ ਨਹੀਂ ਮੰਨਦੇ, ਮੇਰੇ ਧਰਮ ਨੂੰ ਨਹੀਂ ਮੰਨਦੇ, ਮੈਂ ਇਸ ਕਰਕੇ ਇਹਨਾਂ ਨੂੰ ਮਾਰ ਦੇਣਾ, ਇਤਿਆਦਿਕ ਕਈ ਕਾਰਨਾਂ ਕਰਕੇ ਜ਼ੁਲਮੀ ਬਣ ਜਾਣਾ। ਇਹ ਹਿੰਸਾ ਹੈ ਤੇ ਇਹਦੇ ਉਲਟਾ ਅਹਿੰਸਾ। ਇੰਨਾ ਕੰਤਰ ਜ਼ਰੂਰ ਸਮਝਣਾ ਕਿ ਸਾਡੇ ਸਤਿਗੁਰਾਂ ਨੇ ਇਹ ਸਿਖਾਇਆ ਕਿ ਆਪ ਜ਼ੁਲਮ ਨਹੀਂ ਕਰਨਾ, ਪਰ ਜੇ ਤੁਹਾਡੇ ਤੇ ਕੋਈ ਜ਼ੁਲਮ ਕਰਦਾ ਜਾਂ ਮਜ਼ਲੂਮ ਤੇ ਜ਼ੁਲਮ ਕਰਦਾ ਤੇ ਉਹਨੂੰ ਰੋਕਣ ਵਾਸਤੇ ਸ਼ਸਤਰ ਚੁੱਕਣੇ। ਜੇ ਜ਼ੁਲਮ ਹੁੰਦਾ ਵੇਖ ਕੇ ਵੀ ਤੁਸੀਂ ਨੇਤਰ ਬੰਦ ਕਰ ਲਓ ਜਾਂ ਜ਼ੁਲਮ ਨੂੰ ਸਹੀ ਜਾਓ ਤੇ ਇਹ ਵੀ ਪਾਪ ਹੈ। ਇਹ ਸਤਿਗੁਰੂ ਦਾ ਤੇ ਦੂਜਿਆਂ ਦਾ ਇਹ ਅੰਤਰ ਹੈ। ਸਤਿਗੁਰੂ ਨਾਨਕ ਦੇਵ ਮਹਾਰਾਜ ਨੇ 10 ਜਾਮਿਆਂ 'ਚ ਜਿਹੜਾ ਇਹ ਪੰਥ ਤੋਰਿਆ ਹੈ, ਇਹ ਇੱਕ ਮੁਕੰਮਲ ਇਨਸਾਨ ਦੀ ਘਾੜਤ ਘੜੀ ਹੈ ਕਿ ਆਪ ਜ਼ੁਲਮ ਨਹੀਂ ਕਰਨਾ, ਜ਼ੁਲਮ ਸਹਿਣ ਨਹੀਂ ਕਰਨਾ, ਕਿਸੇ ਤੇ ਹੁੰਦਾ ਜ਼ੁਲਮ ਵੀ ਨਹੀਂ ਸਹਿਣ ਕਰਨਾ, ਰੋਕਣਾ। ਸੋ ਇਸ ਪ੍ਰਕਾਰ ਖਿਮਾ ਅਹਿੰਸਾ ਦਇਆ, ਦਇਆ ਕਰਨੀ ਸਭ ਜੀਆਂ ਤੇ, ਕਠੋਰ ਨਹੀਂ ਚਿੱਤ ਬਣਾ ਕੇ ਚੱਲਣਾ, ਦੁਖੀ ਨੂੰ ਵੇਖ ਕੇ ਪਸੀਜਣਾ, ਦੁੱਖ ਦੂਰ ਕਰਨ ਦਾ ਯਤਨ ਕਰਨਾ, ਇਹ ਦਇਆ ਹੈ। ਮ੍ਰਿਦ, ਮਿੱਠੇ ਬਚਨ ਬੋਲਣੇ। ਮ੍ਰਿਦ ਦਾ ਅਰਥ ਹੈ ਮਿਠਾਸ, ਕੋਮਲ, ਮਿਠਾਸ ਭਰਪੂਰ ਬਚਨ ਬੋਲਣੇ, ਕਿਉਂਕਿ ਹਜ਼ੂਰ ਨੇ ਕਿਹਾ ਫਿੱਕਾ ਬੋਲ ਵੇ ਗੁਚਣਾ, ਸੁਣ ਮੂਰਖ ਮਨ ਅਜਾਣ। ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਏ, ਫਿੱਕੋ ਫਿੱਕਾ ਸੱਦੀਆ, ਫਿੱਕੇ ਫਿੱਕੀ ਸੋਏ। ਫਿੱਕਾ ਮੂਰਖ ਆਖੀਐ ਪਾਣਾ ਲਹਸ, ਫਿੱਕਾ ਦਰਗਾਹ ਸਟੀਐ ਮੋਹਿ ਥੁੱਕਾਂ ਫਿੱਕੇ ਪਾਏ। ਦਰਗਾਹ ਵਿੱਚੋਂ ਵੀ ਧਕੇਲ ਦਿੱਤਾ ਜਾਂਦਾ, ਮੂੰਹ ਤੇ ਥੁੱਕਾਂ ਪੈਂਦੀਆਂ ਹਨ। ਔਰ ਪਾਣਾ ਜੁੱਤੀਆਂ ਦੀ ਸਜ਼ਾ ਮਿਲਦੀ ਹੈ। ਹਜ਼ੂਰ ਗੁਰੂ ਨਾਨਕ ਸਾਹਿਬ ਕਹਿ ਰਹੇ ਨੇ ਆਸਾ ਦੀ ਵਾਰ 'ਚ। ਤੇ ਫਰੀਦ ਜੀ ਨੇ ਕਿਹਾ ਇੱਕ ਫਿੱਕਾ ਨਾ ਗਾ ਲਾਏ, ਸਭਨਾ ਮੈਂ ਸੱਚਾ ਧਣੀ, ਕਿਉਂਕਿ ਸਭਨਾ ਵਿੱਚ ਸੱਚੇ ਅਕਾਲ ਪੁਰਖ ਦੀ ਜੋਤ ਹੈ। ਇੱਕ ਫਿੱਕਾ ਨਾ ਗਾ ਲਾਏ, ਸਭਨਾ ਮੈਂ ਸੱਚਾ ਧਣੀ, ਹਿਆਓ ਨਾ ਕਹਿ ਠਾਹੇ ਮਾਣਕ ਸਭ ਮੁੱਲ। ਸਾਰੇ ਜਿਹੜੇ ਜੀਵ ਨੇ ਇਹ ਅਮੋਲਕ ਮੋਤੀਆਂ ਵਰਗੇ ਜਿੰਦ ਇਹਨਾਂ ਦੀ, ਕਿਸ ਦਾ ਦਿਲ ਨਾ ਠਾਹੇ ਮੈਨੇ ਢਾਉਣਾ। ਸੋ ਹਿਆਓ ਨਾ ਕਹਿ ਠਾਹੇ ਮਾਣਕ ਸਭ ਮੁੱਲ ਵੇ, ਸਭਨਾ ਮਨ ਮਾਣਕ ਠਾਹਣ ਮੂਲ ਮਚੰਗਵਾ। ਮਚੰਗਵਾ ਦਾ ਮਤਲਬ ਉੱਕਾ ਹੀ ਚੰਗਾ ਨਹੀਂ, ਦਿਲ ਢਾਉਣਾ। ਜੇ ਤੋ ਪ੍ਰਿਆ ਦੀ ਸਿੱਖ ਹਿਆਓ ਨਾ ਠਾਹੇ ਕਹੀਦਾ, ਕਿਸ ਦਾ ਦਿਲ ਨਾ ਢਾ ਜੇ ਰੱਬ ਨੂੰ ਮਿਲਣ ਦੀ ਇੱਛਾ ਹੈ ਤਾਂ। ਔਰ ਇਸ ਪ੍ਰਕਾਰ ਸਤ ਬਚਨ, ਸੱਚੇ ਬਚਨ ਬੋਲਣੇ। ਬੋਲੀਐ ਸੱਚ ਧਰਮ, ਝੂਠ ਨਾ ਬੋਲੀਐ, ਜੋ ਗੁਰ ਦੱਸੈ ਵਾਟ ਮੁਰੀਦਾ ਜੋਲੀਐ। ਜਿਹੜਾ ਵਾਟ ਮਾਰਗ ਸਤਿਗੁਰੂ ਦੀ ਦੱਸਦੇ ਨੇ,
ਮੁਰੀਦਾ ਸਿੱਖਾ ਉਸ ਮਾਰਗ ਤੇ ਚੱਲਣਾ ਚਾਹੀਦਾ, ਉਹ ਮਾਰਗ ਛੱਡਣਾ ਨਹੀਂ ਚਾਹੀਦਾ। ਜਿੱਥੇ ਧਰਮ ਰਹਿ ਹੁੰਦਾ ਉੱਥੇ ਸੱਚ ਹੀ ਬੋਲਣਾ। ਜਿੱਥੇ ਸੱਚ ਬੋਲਣ ਨਾਲ ਧਰਮ ਦੀ ਹਾਨੀ ਹੁੰਦੀ ਹੈ ਉੱਥੇ ਚੁੱਪ ਧਾਰ ਲੈਣੀ, ਬੁਰਾ ਨਹੀਂ ਝੂਠ ਨਹੀਂ ਬੋਲਣਾ। ਸੋ ਔਰੰਗਜ਼ੇਬ ਨੂੰ ਮੁਖਾਤਬ ਹੋ ਕੇ ਗੁਰੂ ਕਲਗੀਧਰ ਪਾਤਸ਼ਾਹ ਕਹਿੰਦੇ ਨੇ, ਹਮੂ ਨਰਬਾਇਦ ਸ਼ਬਦ ਸੁਖਨ ਵਰ ਨਾ ਸ਼ਿਕਮੇ ਦਿਗਰ ਦਰ ਦਿਹਾਨੇ ਦਿਗਰ। ਹਜ਼ੂਰ ਕਹਿੰਦੇ ਨੇ, ਔਰੰਗਜ਼ੇਬ ਅਸੀਂ ਮਰਦ ਉਸ ਨੂੰ ਮੰਨਦੇ ਹਾਂ ਜਿਹਦੇ ਜੋ ਢਿੱਡ ਵਿੱਚ ਹੈ, ਦਿਲ ਵਿੱਚ ਉਹੀ ਮੁਖ ਤੇ ਹੈ। ਜਿਹਦੇ ਮੁਖ ਵਿੱਚ ਕੁਝ ਹੋਰ ਤੇ ਮੂੰਹ ਤੇ ਕੁਝ ਹੋਰ ਆ, ਦਿਲ ਵਿੱਚ ਕੁਝ ਹੋਰ ਰੱਖਿਆ ਹੋਇਆ ਪਰ ਮੁਖ ਤੋਂ ਹੋਰ ਗੱਲਾਂ ਕਰਦਾ, ਉਹਨੂੰ ਅਸੀਂ ਮਰਦ ਨਹੀਂ ਮੰਨਦੇ। ਤੇ ਤੂੰ ਇਸ ਤਰ੍ਹਾਂ ਦਾ, ਇਸ ਕਰਕੇ ਤੈਨੂੰ ਅਸੀਂ ਮਰਦ ਹੀ ਨਹੀਂ ਮੰਨਿਆ, ਬੰਦਾ ਹੀ ਨਹੀਂ ਮੰਨਿਆ। ਇਹ ਗੁਰੂ ਕਲਗੀਧਰ ਪਾਤਸ਼ਾਹ ਨੇ ਕਿਹਾ, ਮਤਲਬ ਸਾਡੇ ਸਾਰਿਆਂ ਲਈ ਉਪਦੇਸ਼ ਹੈ ਭਈ ਸੱਚ ਹੀ ਬੋਲਣਾ ਚਾਹੀਦਾ, ਧਰਮ ਵਿੱਚ ਲਪੇਟਿਆ ਹੋਇਆ ਸੱਚ ਬੋਲਣਾ ਚਾਹੀਦਾ। ਤੇ ਸੱਚ, ਸਭ ਤੋਂ ਵੱਡਾ ਸੱਚ ਵਾਹਿਗੁਰੂ ਦਾ ਨਾਮ ਹੈ ਤੇ ਉਹ ਜ਼ਿਆਦਾ ਬੋਲਣਾ ਚਾਹੀਦਾ, ਸੁਣਨਾ ਚਾਹੀਦਾ, ਭਾਵਨਾ ਰੱਖਣੀ ਚਾਹੀਦੀ ਹੈ। ਇਸ ਪ੍ਰਕਾਰ ਜਿਹੜਾ ਇਹ ਮੰਨ ਲੈਂਦਾ ਗੁਰਾਂ ਦੇ ਉਪਦੇਸ਼ ਨੂੰ, ਨਾਮ ਨੂੰ, ਜਿਹੜਾ ਹਿਰਦੇ 'ਚ ਨਾਮ ਨੂੰ ਮੰਨਣ ਵਾਲਾ ਵਿਅਕਤੀ ਆ, ਉਹਦਾ ਧਰਮ ਨਾਲ ਸੰਬੰਧ ਬਣ ਜਾਂਦਾ। ਖਿਮਾ, ਅਹਿੰਸਾ, ਦਇਆ, ਮਿਰਦ, ਸਤ ਬਚਨ, ਤਪ ਗੁਰ ਸੇਵਾ, ਤਪਾਂ ਸਿਰ ਤਪਸਾਰ, ਤਪਨ ਤਪ ਗੁਰ ਗਿਆਨ। ਇਹ ਤਪ ਸਿਖਾਇਆ ਸਾਨੂੰ ਸਤਿਗੁਰਾਂ ਨੇ। ਆਲਸੀ ਨਹੀਂ ਬਣਨਾ, ਇਹ ਤਪੱਸਿਆ ਕਰਨੀ ਹੈ। ਗੁਰਾਂ ਦੀ ਸੇਵਾ, ਸਿੱਖ ਸੰਗਤਾਂ ਦੀ ਸੇਵਾ, ਗੁਰਾਂ ਦੇ ਗਿਆਨ ਨਾਲ ਜੁੜੇ ਰਹਿਣਾ, ਇਹ ਹੈ ਤਪੱਸਿਆ। ਮਨ ਦੁਆਰਾ ਭਾਵਨਾ ਰੱਖਣੀ ਤੇ ਦਾਨ, ਸਵਾਸਾਂ ਦਾ ਦਸਵੰਧ ਵੀ ਦੇਣਾ, ਭਲੇ ਨਾਮ ਜਪਣਾ ਤੇ ਆਪਣੀ ਧਰਮ ਦੀ ਕਿਰਤ ਵਿੱਚੋਂ ਲੋੜਵੰਦਾਂ ਗਰੀਬਾਂ ਨੂੰ ਦਾਨ ਵੀ ਦੇਣਾ। ਸਾਨੂੰ ਸਤਿਗੁਰਾਂ ਨੇ 10ਵਾਂ ਹਿੱਸਾ ਇਉਂ ਧਰਮ ਦੇ ਕਾਰਜਾਂ 'ਚ ਲਾਉਣ ਲਈ ਉਪਦੇਸ਼ ਦਿੱਤਾ ਹੋਇਆ। ਇਸਲਾਮ ਵਿੱਚ ਵੀ ਜਿਹੜੀ ਆ ਖਰਾਇਤ ਦਿੱਤੀ ਜਾਂਦੀ ਆ ਤੇ ਸਾਰਿਆਂ ਧਰਮਾਂ 'ਚ ਹੀ ਉਪਦੇਸ਼ ਦਿੱਤਾ ਗਿਆ। ਸੀਲ, ਸੌਚ, ਤ੍ਰਿਸ਼ਨਾ ਬਿਨਾ। ਸੀਲ ਸ੍ਰੇਸ਼ਟਾਚਾਰ, ਚਰਿੱਤਰ ਉੱਚਾ ਸੁੱਚਾ ਰੱਖਣਾ। ਸੌਚ, ਸਫਾਈ ਰੱਖਣੀ, ਸਰੀਰ ਦੀ ਕਿਰਿਆ ਪਵਿੱਤਰ ਕਰਨਾ, ਆਪਣਾ ਸਰੀਰ ਧੋ ਧਾ ਕੇ ਇਸ਼ਨਾਨ ਕਰਕੇ ਰਹਿਣਾ, ਮੈਲੇ ਕੁਚਾਲੇ ਕੱਪੜੇ ਨਹੀਂ ਪਾਉਣੇ, ਲਿਬੜੇ ਤਿਬੜੇ ਨਹੀਂ ਰਹਿਣਾ। ਇਸ ਪ੍ਰਕਾਰ ਦਾ ਵੀ ਉਪਦੇਸ਼ ਹੈ। ਤ੍ਰਿਸ਼ਨਾ ਤੋਂ ਬਿਨਾ ਹੋਣਾ, ਯਾਨੀ ਕਿ ਸੰਤੋਖੀ ਹੋਣਾ। ਤ੍ਰਿਸ਼ਨਾ ਨਹੀਂ ਵਧਣ ਦੇਣੀ ਹਿਰਦੇ ਅੰਦਰ ਵੀ ਮੈਂ ਸਾਰੀ ਦੁਨੀਆ ਦੀ ਦੌਲਤ ਇਕੱਠੀ ਕਰ ਲਵਾਂ। ਧਰਮ ਦੀ ਕਿਰਤ ਕਰਕੇ ਆਪਣੇ ਵਰਤੋਂ ਵਿਹਾਰ ਲਈ ਸਭ ਕੁਝ ਪੈਦਾ ਕਰਨਾ, ਆਪਣੇ ਫਰਜ਼ ਅਦਾ ਕਰਨੇ ਬੱਚਿਆਂ ਲਈ, ਪਰਿਵਾਰ ਲਈ। ਤੇ ਗ੍ਰਸਤੀ ਨੇ ਕੁਛ ਜੋੜਨਾ ਵੀ, ਵਿਹੰਗਮ ਤਾਂ ਜੋੜੇ ਨਾ, ਪੱਲੇ ਰਿਜ਼ਕ ਨਾ ਬੰਨ੍ਹਦੇ ਪੰਛੀ ਤੇ ਦਰਵੇਸ਼। ਪਰ ਜੋ ਗ੍ਰਸਤੀ ਹੈ ਉਹ ਆਪਣੀਆਂ ਲੋੜਾਂ ਦੀ ਪੂਰਤੀ ਲਈ ਜਿਹੜੇ ਵੱਡੇ ਵੱਡੇ ਕਾਰਜ ਆਉਂਦੇ ਨੇ ਗ੍ਰਸਤੀਆਂ ਦੇ ਘਰਾਂ 'ਚ, ਉਹਨਾਂ ਵਾਸਤੇ ਕੋਈ ਜਮ੍ਹਾਂ ਵੀ ਕਰੇ, ਕੋਈ ਮਾੜੀ ਗੱਲ ਨਹੀਂ। ਪਰ ਕਿਰਤ ਧਰਮ ਦੀ ਹੋਵੇ, ਜਿਹਦੇ 'ਚ ਕਿਸੇ ਦਾ ਨੁਕਸਾਨ ਕਰਕੇ ਨਾ ਘਰ 'ਚ ਕੁਛ ਲਿਆਂਦਾ ਜਾਏ। ਇਸ ਪ੍ਰਕਾਰ ਦਾ ਧਰਮ ਦੇ ਨਾਲ ਸੰਬੰਧ ਬਣ ਜਾਂਦਾ ਹੈ ਗੁਰਮੁਖਾਂ ਦੇ ਅੰਦਰ। ਇਹ ਧਰਮੀਆਂ ਵਾਲੇ ਗੁਣ ਆ ਜਾਂਦੇ ਨੇ। ਐਸਾ ਨਾਮ ਨਿਰੰਜਨ ਹੋਏ, ਇਹੋ ਜਿਹਾ ਨਿਰੰਜਨ ਮਾਇਆ ਦੀ ਕਾਲਖ ਤੋਂ ਰਹਿਤ ਜੋ ਵਾਹਿਗੁਰੂ ਹੈ, ਉਹਦਾ ਨਾਮ ਐਸਾ ਹੈ। ਇਹ ਵੀ ਅਰਥ ਹੈ ਕਿ ਐਸਾ ਵਾਹਿਗੁਰੂ ਦਾ ਨਾਮ ਹੈ ਕਿ ਨਾਮ ਨਾਲ ਜੁੜਿਆ ਵਿਅਕਤੀ ਨਿਰੰਜਨ ਪਰਮਾਤਮਾ ਦਾ ਸਰੂਪ ਹੀ ਥੀ ਵੰਝਦਾ ਹੈ, ਹੋ ਜਾਂਦਾ ਹੈ। ਜੇ ਕੋ ਮਨ ਜਾਣੈ ਮਨ ਕੋਏ, ਪਰ ਜੇ ਕੋਈ ਆਪਣੇ ਮਨ ਦੇ ਅੰਦਰ ਮੰਨ ਲਵੇ, ਜਾਣ ਲਵੇ ਐਸੇ ਨਾਮ ਨੂੰ, ਤੇ ਉਹ ਪਰਮਾਤਮਾ ਸਰੂਪ ਬਣ ਜਾਏਗਾ। ਮੰਨੈ ਪਾਵਹਿ ਮੋਖ ਦੁਆਰ। ਜਿਸ ਦਾ ਮਨ ਮੰਨ ਜਾਂਦਾ ਹੈ, ਨਾਮ ਨੂੰ ਮੰਨ ਲੈਣ ਨਾਲ ਜੀਵ ਪਾ ਲੈਂਦੇ ਹਨ, ਬਹੁਵਚਨ ਹੈ, ਪਾਵਹਿ, ਪ੍ਰਾਪਤ ਕਰ ਲੈਂਦੇ ਹਨ ਮੋਖ ਦੁਆਰ, ਮੁਕਤੀ ਦਾ ਦਰਵਾਜ਼ਾ, ਵਿਕਾਰਾਂ ਤੋਂ ਖਲਾਸੀ ਪਾਉਣ ਦਾ ਰਸਤਾ, ਦਰਵਾਜ਼ਾ ਪ੍ਰਾਪਤ ਗਿਆਨ ਭਾਵ ਆਤਮ ਗਿਆਨ, ਇਹ ਮੁਕਤੀ ਦਾ ਦਰਵਾਜ਼ਾ ਹੈ। ਮੋਖ ਦੁਆਰ ਪ੍ਰਾਪਤ ਕਰਦੇ ਹਨ। ਮੰਨੈ ਪਰਵਾਰੈ ਸਾਧਾਰ। ਮੰਨ ਲੈਣ ਵਾਲਾ ਆਪਣੇ ਪਰਿਵਾਰ ਨੂੰ ਵੀ ਆਸਰੇ ਦੇ ਸਹਿਤ ਕਰ ਦਿੰਦਾ, ਭਾਵ ਵਾਹਿਗੁਰੂ ਦੇ ਚਰਨੀ ਲਾ ਦਿੰਦਾ, ਉਹਨਾਂ ਨੂੰ ਵੀ ਪਰਮੇਸ਼ਰ ਦਾ, ਵਾਹਿਗੁਰੂ ਦੇ ਨਾਮ ਦਾ ਆਸਰਾ ਮਿਲ ਜਾਂਦਾ। ਸੁਧਾਰ, ਸੱਸੇ ਨੂੰ ਓਂਕੜ ਹੋਏ ਤੇ ਸੁਧਾਰ ਭਾਵ ਸਵਾਰਿਆ ਜਾਂਦਾ ਪਰਿਵਾਰ, ਤੇ ਸੱਸੇ ਨੂੰ ਕੰਨਾ ਇਸ ਕਰਕੇ ਅਰਥ ਵਿਦਵਾਨਾਂ ਕੀਤਾ ਸਹਿਤ ਧਾਰ, ਆਸਰੇ ਦੇ ਸਹਿਤ ਕਰ ਦਿੰਦਾ। ਮੰਨੈ ਤਰੈ ਤਾਰੇ ਗੁਰ ਸਿੱਖ। ਵਿਆਕਰਨਕ ਢੰਗ ਨਾਲ ਅਰਥ ਕੀਤਾ ਵੀ ਨਾਮ ਨੂੰ ਮੰਨਣ ਵਾਲਾ ਜੋ ਗੁਰੂ ਹੈ, ਆਪ ਤਰਦਾ ਸੰਸਾਰ ਤੋਂ ਤੇ ਆਪਣੇ ਸਿੱਖਾਂ ਨੂੰ ਤਾਰ ਲੈਂਦਾ। ਪਰ ਸੰਪਰਦਾਵਾਂ ਵਿੱਚ ਪਾਠ ਗੁਰਸਿੱਖ ਇਕੱਠਾ ਹੈ। ਜਿਹੜਾ ਮੰਨਣ ਵਾਲਾ ਗੁਰਸਿੱਖ ਹੈ, ਆਪ ਤਰਦਾ ਹੈ ਤੇ ਉਹਨੇ ਹੋਰ ਵੀ ਕਈ ਤਾਰੇ ਨੇ, ਕਈਆਂ ਨੂੰ ਤਾਰਦਾ ਹੈ। ਗੁਰਮੁਖ ਕੋਟ ਉਧਾਰਦਾ, ਦੇ ਨਾਵੈ ਇੱਕ ਕਣੀ। ਮੰਨੈ ਨਾਨਕ ਭਵਹਿ ਨਾ ਭਿਖ। ਹਜ਼ੂਰ ਗੁਰੂ ਨਾਨਕ ਸਾਹਿਬ ਕਹਿੰਦੇ ਨੇ,
ਜਿਹਦਾ ਮਨ ਮੰਨ ਜਾਂਦਾ ਹੈ, ਮਨ ਵਿੱਚ ਜੋ ਮੰਨ ਲੈਂਦਾ ਹੈ, ਐਸੇ ਜਿਹੜੇ ਵਿਅਕਤੀ ਨੇ ਉਹ ਭਿਖਿਆ ਵਾਸਤੇ ਦਰ ਨਹੀਂ ਪਾਉਂਦੇ ਫਿਰਦੇ, ਔਰ ਬਹੁਤਿਆਂ ਭੇਖਾਂ ਵਿੱਚ ਨਹੀਂ ਉਹ ਪਾਉਂਦੇ ਫਿਰਦੇ। ਉਹ ਵਾਹਿਗੁਰੂ ਦੇ ਨਾਲ ਮਨੋਂ ਜੁੜੇ ਹੋਏ ਨੇ, ਔਰ ਭਿਖਿਆ ਮੰਗਤੇ ਬਣ ਕੇ ਭਿਖਿਆ ਵਾਸਤੇ ਨਹੀਂ ਪਾਉਂਦੇ ਫਿਰਦੇ। ਉਹਨਾਂ ਦੇ ਅੰਦਰ ਬੜਾ ਸੰਤੋਖ ਪੈਦਾ ਹੋ ਜਾਂਦਾ, ਬੇਅੰਤ ਦਾਤਾਂ ਰਿੱਧੀਆਂ ਸਿੱਧੀਆਂ ਨਿਧੀਆਂ ਉਹਨਾਂ ਦੇ ਚਰਨਾਂ ਦੀਆਂ ਦਾਸੀਆਂ ਬਣ ਜਾਂਦੀਆਂ ਹਨ। ਜਿਹਨੇ ਮੰਨ ਲਿਆ ਬ੍ਰਹਮ ਬਿੰਦੈ ਤਿਸ ਦਾ ਬ੍ਰਹਮਤ ਰਹਿ, ਏਕ ਸ਼ਬਦ ਲਿਵ ਲਾਏ, ਨਵ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰਹਿ, ਜੋ ਹਰ ਹਿਰਦੈ ਸਦਾ ਵਸਾਏ। ਜਿਨ੍ਹਾਂ ਨੇ ਨਾਮ ਨੂੰ ਮੰਨ ਲਿਆ ਹੈ ਉਹਨਾਂ ਨੂੰ ਭਿਖਾਰੀ ਬਣ ਕੇ ਨਹੀਂ ਤੁਰਨਾ ਪੈਂਦਾ, ਉਹ ਤਾਂ ਪਾਤਸ਼ਾਹ ਬਣ ਜਾਂਦੇ ਹਨ। ਜੋ ਮਨ ਚਿਤ ਇੱਕ ਅਰਾਧ ਦੇ ਤਿਨ ਕੀ ਬਰਕਤ ਖਾਹੇ ਅਸੰਖ ਕਰੋੜੇ, ਉਹਨਾਂ ਦੀ ਕਮਾਈ ਦੀ ਬਰਕਤ ਦੁਆਰਾ ਅਣਗਿਣਤ ਕਰੋੜਾਂ ਲੋਕ ਹੋਰ ਵੀ ਭੋਜਨ ਛਕਦੇ ਨੇ। ਐਸਾ ਨਾਮ ਨਿਰੰਜਨ ਹੋਏ। ਇਹੋ ਜਿਹਾ ਨਿਰੰਜਨ ਪ੍ਰਮਾਤਮਾ ਦਾ ਨਾਮ ਹੈ ਕਿ ਇਸ ਨਾਮ ਨਾਲ ਜੁੜਨ ਵਾਲਾ ਵਿਅਕਤੀ ਵੀ ਉਹਦਾ ਸਰੂਪ ਬਣ ਜਾਂਦਾ। ਜੇ ਕੋ ਮਨ ਜਾਣੈ ਮਨ ਕੋਏ, ਪਰ ਇਹਦੀ ਸ਼ਰਤ ਇਹ ਹੈ ਕਿ ਜੇ ਕੋਈ ਆਪਣੇ ਮਨ ਦੇ ਹੀ ਅੰਦਰ ਮੰਨ ਲਵੇ ਤੇ ਜਾਣ ਲਵੇ ਪ੍ਰਮਾਤਮਾ ਦੇ ਨਾਮ ਨੂੰ ਸਭ ਤੋਂ ਵੱਡਾ, ਤੇ ਉਸ ਨੂੰ ਇਹ ਅਵਸਥਾਵਾਂ ਪ੍ਰਾਪਤ ਹੁੰਦੀਆਂ ਹਨ। ਭੁੱਲਾਂ ਚੁੱਕਾਂ ਹੋਈਆਂ ਸਤਿਗੁਰੂ ਮਹਾਰਾਜ ਤੇ ਗੁਰੂ ਕੀ ਸੰਗਤ ਨੇ ਖਿਮਾ ਕਰਨੀ, ਅੱਗੇ ਵਾਸਤੇ ਸੁਮਤ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।